ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੋਹੀ ਤੂੰ 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 ਤੋਹੀ 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 ਤੇਰਾ 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 ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਲਗੁਨ ਮਨ ਰਹਿਸੀ ਪ੍ਰੇਮ ਸੁਭਾਇਆ, ਅੰਦਿਨ ਰਹਿਸ ਭਇਆ ਆਪ ਗਵਾਇਆ। ਫਲਗੁਨ ਮਨ ਰਹਿਸੀ ਪ੍ਰੇਮ ਸੁਭਾਇਆ, ਅੰਦਿਨ ਰਹਿਸ ਭਇਆ ਆਪ ਗਵਾਇਆ। ਮਨ ਮੋਹ ਚੁਕਾਇਆ ਜਾ ਤਿਸ ਭਾਇਆ, ਕਰ ਕਿਰਪਾ ਕਰ ਆਓ। ਬਹੁਤੇ ਵੇਸ ਕਰੀ ਫਿਰ ਬਾਝਹੁ, ਮਹਿਲੀ ਲਹਾ ਨ ਥਾਓ। ਹਾਰ ਡੋਰ ਰਸ ਪਾਟ ਪਟੰਬਰ, ਫਿਰ ਲੋੜੀ ਸੀ ਗਾਰੀ। ਮੇਲ ਲਈ ਗੁਰ ਆਪਣੇ ਘਰ ਵਰ, ਮੇਲ ਲਈ ਗੁਰ ਆਪਣੇ ਘਰ ਵਰ ਪਾਇਆ ਨਾਰੀ। ਹਾਰ ਡੋਰ ਰਸ ਪਾਟ ਪਟੰਬਰ, ਫਿਰ ਲੋੜੀ ਸੀ ਗਾਰੀ। ਨਾਨਕ ਮੇਲ ਲਈ ਗੁਰ ਆਪਣੇ ਘਰ ਵਰ ਪਾਇਆ ਨਾਰੀ। ਨਾਨਕ ਮੇਲ ਲਈ ਗੁਰ ਆਪਣੇ ਘਰ ਵਰ ਪਾਇਆ ਨਾਰੀ। ਬੇਦਸ ਮਾਹ ਰੁੱਤੀ ਥਿੱਤੀ ਵਾਰ ਭਲੇ, ਘੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ। ਸਭ ਮਿਲੇ ਪਿਆਰੇ ਕਾਰਜ ਸਾਰੇ, ਕਰਤਾ ਸਭ ਵਿਦ ਜਾਣੈ। ਜਿਨ ਸੀ ਗਾਰੀ ਤਿਸਹਿ ਪਿਆਰੀ, ਮੇਲ ਭਇਆ ਰੰਗ ਮਾਣੈ। ਕਰ ਸੇਜ ਸੁਹਾਵੀ ਜਾ ਪਿਰ ਰਾਵੀ, ਗੁਰਮੁਖ ਮਸਤਕ ਭਾਗੋ। ਨਾਨਕ ਅਹਨਿਸ ਰਾਵੈ ਪ੍ਰੀਤਮ, ਹਰ ਵਰ ਥਿਰ ਸੁਹਾਗੋ। ਕਰ ਸੇਜ ਸੁਹਾਵੀ ਜਾ ਪਿਰ ਰਾਵੀ, ਗੁਰਮੁਖ ਮਸਤਕ ਭਾਗੋ। ਨਾਨਕ ਅਹਨਿਸ ਰਾਵੈ ਪ੍ਰੀਤਮ, ਹਰ ਵਰ ਥਿਰ ਸੁਹਾਗੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਫੱਗਣ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਪੰਜਾਬੀ ਬੋਲੀ ਵਿੱਚ, ਗੁਰਮੁਖੀ ਬੋਲੀ ਵਿੱਚ ਮਹਾਰਾਜ ਜੀ ਨੇ ਜੋ 12ਵਾਂ ਗੁਰੂ ਨਾਨਕ ਸਾਹਿਬ ਜੀ ਦੀ ਆਪਣੀ ਸੱਚਖੰਡ ਜਾਣ ਦੇ ਸਮੇਂ ਤੋਂ ਅੰਤਮ ਰਚਨਾ, ਜਿਸ ਦੇ ਵਿੱਚ ਮਹਾਰਾਜ ਤੁਖਾਰੀ ਰਾਗ ਉਚਾਰਨ ਕਰਦੇ ਆ। ਸੋ ਇਹ ਸਾਲ ਦਾ ਆਖਰੀ ਮਹੀਨਾ, ਕਿਉਂਕਿ 12 ਮਾਹਾਂ ਦੀ ਸ਼ੁਰੂਆਤ ਨਵੇਂ ਸਾਲ ਦੀ ਚੇਤਰ ਦੇ ਮਹੀਨੇ ਤੋਂ ਹੁੰਦੀ, ਚੇਤ ਦੇ ਮਹੀਨੇ ਤੋਂ, ਅਤੇ ਸਾਲ ਦੀ ਸਮਾਪਤੀ ਜਿਹੜੀ ਆ ਉਹ ਫੱਗਣ ਦੇ ਮਹੀਨੇ ਤੋਂ। ਸੋ ਜੋ ਸਾਡੇ ਦੇਸੀ ਮਹੀਨੇ ਚੱਲਦੇ ਆ, ਬਾਣੀ ਮੁਤਾਬਕ ਵੀ ਫੱਗਣ ਦਾ ਮਹੀਨਾ 12 ਮਹੀਨਿਆਂ 'ਚ ਆਖਰੀ ਮਹੀਨਾ ਗਿਣਿਆ ਹੈ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਲਯੁਗੀ ਜੀਵਾਂ ਨੂੰ ਤਾਰਦੇ ਹੋਏ ਜਦੋਂ ਕਰੋੜੀਏ ਦੇ ਖੇਤਾਂ ਵਿੱਚ ਕਰੋੜੀਏ ਨੇ ਧਰਮਸ਼ਾਲਾ ਬਣਾ ਦਿੱਤੀ, ਮਹਾਰਾਜ ਕੋਲ ਸਤਸੰਗ ਜੁੜਨ ਲੱਗ ਪਈ। ਸੰਗਰਾਂਦ ਦੇ ਨੇੜੇ ਆ ਗਿਆ। ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਸੰਗਰਾਂਦ ਕੋਈ ਅੱਜ ਤੋਂ ਨਹੀਂ, ਜਦ ਤੋਂ ਇਸ ਸੰਸਾਰ ਦੀ ਰਚਨਾ ਹੋਈ ਉਦੋਂ ਤੋਂ ਚੱਲਦੀ ਆਈ। 12 ਮਹੀਨਿਆਂ ਵਿੱਚ ਹਰ ਮਹੀਨੇ ਸੰਗਰਾਂਦ ਦੇ ਦਿਹਾੜੇ ਸੂਰਜ ਆਪਣੀ ਇੱਕ ਰਾਸ ਤੋਂ ਦੂਜੀ ਰਾਸ 'ਚ ਪ੍ਰਵੇਸ਼ ਕਰਦਾ, ਮੌਸਮ 'ਚ ਤਬਦੀਲੀ ਆਉਂਦੀ, ਅਤੇ ਸਨਾਤਨ ਸਮੇਂ ਤੋਂ ਹੀ, ਪੁਰਾਤਨ ਸਮੇਂ ਤੋਂ ਹੀ ਵੇਦਾਂ ਵਿੱਚ ਵੀ ਪਰਮਾਤਮਾ ਦੀ ਮਹਿਮਾ ਹੀ ਲਿਖੀ ਪਾਈ। ਨਾਮ ਜਪੋ, ਨਾਮ ਜਪ ਕੇ ਹੀ ਤਾਰ ਹੋਣਾ ਹੈ। ਪਰਮਾਤਮਾ ਬਾਰੇ ਅਨੰਤ ਹੀ ਲਿਖਿਆ ਹਰ ਗ੍ਰੰਥਾਂ 'ਚ ਪਹਿਲਾਂ ਹੀ। ਸੋ ਮਹਾਰਾਜ ਨੇ ਗੁਰਬਾਣੀ ਅੰਦਰ ਕਲਯੁਗ ਪ੍ਰਮਾਣ ਗੁਰੂ ਨਾਨਕ ਆਇਓ, ਗੁਰੂ ਨਾਨਕ ਸਾਹਿਬ ਜੀ ਨੇ ਵੀ ਸੱਚਖੰਡ ਜਾਣ ਤੋਂ ਉਹਨਾਂ ਦੀ ਆਖਰੀ ਜੋ ਰਚਨਾ ਆ, ਇੱਕ ਆਤਮਾ ਦਾ ਪਰਮਾਤਮਾ ਨਾਲ ਵਿਲੈ ਕੀਤਾ, 12 ਹਿੱਸਿਆਂ ਵਿੱਚ ਗਿਆਨ ਨੂੰ ਵੰਡਿਆ। ਸੋ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਆਪ ਨਾਰਾਇਣ ਕਲਾ ਧਾਰ ਹੋ। ਮਹਾਰਾਜ ਜਨਮ ਸਾਖੀ 'ਚ ਵੀ ਲਿਖਿਆ, ਐ ਨਾਨਕ ਮੈਂ ਪਾਰ ਬ੍ਰਹਮ ਪਰਮੇਸ਼ਰ ਹਾਂ, ਤੂੰ ਗੁਰ ਪਰਮੇਸ਼ਰ ਹੈ, ਮੇਰੇ ਤੇਰੇ 'ਚ ਫਰਕ ਕੋਈ ਨਹੀਂ, ਗੁਰ ਪਰਮੇਸ਼ਰ ਇੱਕੋ ਜਾਣੋ। ਸੋ ਜਾਂ ਇਹਨਾਂ ਨੇ ਸਭ ਨੇ ਰੱਬ ਸਦਾਇਆ ਸੀ, ਤਾਂ ਇਹਨਾਂ ਨੂੰ ਸੱਚਖੰਡ ਤੋਂ ਬਾਹਰ ਖੜੇ ਕੀਤਾ। ਜਿਵੇਂ ਮਹਾਰਾਜ ਮੂਲ ਮੰਤਰ ਉਚਾਰਨ ਵੇਲੇ ਸੱਚਖੰਡ ਗਏ ਅਤੇ ਦੂਜਾ ਰਹਿਰਾ ਸਾਹਿਬ ਉਚਾਰਨ ਗਏ ਪਰਮਾਤਮਾ ਦੇ ਸਨਮੁਖ, ਅਤੇ ਬਾਹਰ ਸਾਰੇ ਦੇਵੀ ਦੇਵਤੇ, 9 ਕਰੋੜ ਦੇਵੀਆਂ, 23 ਕਰੋੜ ਦੇਵੇ, ਈਸਾ ਮੂਸਾ ਸਭ ਖੜੇ ਸੀ। ਮਹਾਰਾਜ ਨੇ ਆਪਣੇ ਦਸਮ ਦੀ ਬਾਣੀ ਅੰਦਰ ਹੇਮਕੁੰਟ ਪਰਬਤ ਦੀ ਬਚਿੱਤਰ ਨਾਟਕ 'ਚ ਵੀ ਲਿਖਿਆ ਕਿ ਰੱਬ ਨਾਲ ਜੋ ਗੱਲਾਂ ਹੋਈਆਂ ਉਹ ਆਪ ਨਾਰਾਇਣ ਕਲਾ ਧਾਰ ਜਗ ਮੈਂ ਪ੍ਰਗਟ, ਰੱਬ ਤੋਂ ਆਪ ਹੀ ਸੀ। ਜਿਵੇਂ ਅਸੀਂ ਬੈਠੇ ਆਪਣੀ ਆਤਮਾ ਨਾਲ ਗੱਲਾਂ ਕਰਦੇ, ਤਾਂ ਉੱਥੇ ਵਚਨ ਹੋਏ ਸੀ ਕਿ ਇਹਨਾਂ ਨੇ ਸਭ ਨੇ ਆਪਣੇ ਆਪ ਨੂੰ ਭਗਵਾਨ ਸਦਾਇਆ, ਇਹ ਦੁਸ਼ਟ ਦਮਨ ਤੂੰ ਦੁਨੀਆ 'ਤੇ ਜਾ ਅਤੇ ਸਿੱਧਾ ਮੇਰੇ ਨਾਲ ਜੋੜ ਪਰਚਾ ਸ਼ਬਦ ਦਾ ਪੂਜਾ ਕਾਲਕੀ ਦੀਦਾਰ ਖਾਲਸੇ ਕੀ। ਸੋ ਗੁਰੂ ਨਾਨਕ ਸਾਹਿਬ ਦਾ ਜੋ ਸਿਧਾਂਤ ਸੀ, ਮਨੁੱਖ ਕੀ ਜਾਤ ਸਭੈ ਏਕੈ ਪਹਿਚਾਨਬੋ। ਮਹਾਰਾਜ ਨੇ ਮਨੁੱਖ ਧਰਮ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਮਨੁੱਖ ਧਰਮ ਦੀ ਨੀਂਹ ਰੱਖੀ, ਦੁਨੀਆ ਨੂੰ ਉਹਦੀ ਇਕਾਤ ਪਛਾਣ ਕਰਾਈ। ਕਿਉਂਕਿ ਅਸੀਂ ਇਹ ਸਾਖੀਆਂ ਦਾ ਪਹਿਲਾਂ ਹੀ ਲਾ ਚੁੱਕੇ ਹਾਂ ਕਿ ਜਿਵੇਂ ਸਨਾਤਨ ਮਤ, ਪੁਰਾਤਨ ਮਤ, ਉਹ ਮਨੁੱਖ ਜਾਤ ਹੀ ਸੀ, ਮਨੁੱਖ ਧਰਮ ਹੀ ਸੀ। ਸਾਧੂ ਸਤਜੁਗ ਬੀਤਿਆ, ਦਸਮ ਪਾਤਸ਼ਾਹ ਨੇ ਲਿਖਿਆ ਚੰਡੀ ਦੀ ਵਾਰ ਵਿੱਚ, ਸਾਧੂ ਰੂਪ ਹੀ ਸੀ ਸਾਰੇ ਸਤਜੁਗ 'ਚ। ਬਾਅਦ ਵਿੱਚ ਹਜ਼ਰਤ ਮੁਹੰਮਦ ਸਾਹਿਬ ਨੇ ਘਰਵਾੜੀ ਨਾਲ ਜੋ ਸ਼ਰਤ ਲਾਈ, ਫਿਰ ਉਹ ਜਾ ਕੇ ਸ਼ਿਕਾਰ ਖੇਡਣ ਜਾਂਦੇ ਆ, ਉਹ ਆਪਣੀ ਜੱਤ ਤੋਂ ਡੋਲ ਜਾਂਦੇ ਆ, ਤਾਂ ਉਹਨੇ ਸਜ਼ਾ ਲਾਈ ਸੀ, ਸੁੰਨਤ ਕੀਤੀ ਸੀ, ਤਾਂ ਉਹਨਾਂ ਨੇ ਆਪਣੇ ਪੈਰੋਕਾਰਾਂ ਦੀ ਸੁੰਨਤ ਕਰਕੇ ਉਹਨਾਂ ਨੂੰ ਮੁਸਲਮਾਨ ਕਿਹਾ, ਉਸ ਨੂੰ ਇਸਲਾਮ ਮਤ ਚੱਲਿਆ। ਸੋ ਇਸ ਤਰੀਕੇ ਨਾਲ ਜੋ ਸਨਾਤਨ ਮਤ ਸੀ ਉਹਦੇ ਵਿੱਚ ਵੀ ਤ੍ਰੇਤਿਤ ਰਾਮ ਰਘੁਵੰਸ਼ ਕਹਾਇ, ਉਹ ਦੁਆਪਰ ਕ੍ਰਿਸ਼ਨ ਮੁਰਾਰ ਕਲਯੁਗ ਪ੍ਰਮਾਣ ਗੁਰੂ ਨਾਨਕ ਆਇਓ। ਦੁਆਪਰ ਵਿੱਚ ਕ੍ਰਿਸ਼ਨ ਮਹਾਰਾਜ ਜੀ ਦੇ ਸਮੇਂ ਕਿਸੇ ਨੇ ਕੋਈ ਸ਼ਰਾਰਤ ਕੀਤੀ, ਪਤਾ ਨਹੀਂ ਉਹਨਾਂ ਦੇ ਦਿਮਾਗ 'ਚ ਕੀ ਆਇਆ ਕਿ ਉਹਨਾਂ ਨੇ ਸਾਰੇ ਸਿਰ ਦੇ ਵਾਲ ਕੱਟ ਕੇ ਬੋਦੀ ਰਹਿਣ ਤੀ, 12 ਤਿਲਕ ਲਾਤੇ, ਨ੍ਰਿਤ ਕਰਨ ਲੱਗ ਪਏ। ਬੜੇ ਭਰਾ ਵੀਰ ਭੱਦਰ ਨੇ ਕਿਹਾ, ਕ੍ਰਿਸ਼ਨ ਇਹ ਕੀ ਕੀਤਾ, ਤੂੰ ਅਵਤਾਰੀ ਪੁਰਸ਼ਿਆਂ, ਕਲਯੁਗ ਦੇ ਸਮੇਂ ਵਿੱਚ ਲੋਕ ਇਹਨੂੰ ਸਜ਼ਾ ਸਮਝਣਗੇ, ਸਜ਼ਾ ਨੂੰ ਧਾਰਮਿਕ ਚਿੰਨ੍ਹ ਬਣਾ ਲੈਣਗੇ। ਸੋ ਹੀ ਹੋਇਆ, ਕਲਯੁਗ ਦੇ ਸਮੇਂ ਦੇ ਅੰਦਰ ਲੋਕਾਂ ਨੇ ਇਹਨੂੰ ਧਾਰਮਿਕ ਚਿੰਨ੍ਹ ਬਣਾ ਲਿਆ ਕਿ ਜਿਹੜਾ ਸਿਰ ਦੀ ਬੋਦੀ ਕੱਟੇ ਅਤੇ 12 ਤਿਲਕ ਲਾਵੇ ਚੰਦਨ ਦੇ, ਉਹੀ ਅਸਲੀ ਹਿੰਦੂ ਆ।
ਸੋ ਉਹਨਾਂ ਦੇ ਆਪਣੇ ਗ੍ਰੰਥਾਂ 'ਚ ਹਿੰਦੂ ਅੱਖਰ ਹੈ ਨਹੀਂ। 4 ਵੇਦ 27 ਸਿਮਰਤੀਆਂ 'ਚ ਕਿਤੇ 18 ਪੁਰਾਣ ਕਿਤੇ ਨਹੀਂ ਹਿੰਦੂ ਅੱਖਰ ਆਉਂਦਾ। ਸੋ ਅਹੰਗ ਬ੍ਰਹਮ ਬ੍ਰਹਮੇ ਨੇ ਲਿਖਿਆ। ਸੋ ਹਉਮੈ ਵਿੱਚ ਵੇਦ ਉਚਾਰਨ ਕਰਕੇ ਵੇਦਾਂ ਨੂੰ ਪੜ੍ਹਨ ਵਿੱਚ ਵੀ ਹਉਮੈ ਆਉਂਦੀ ਹੈ। ਉਹ ਗੁਰਬਾਣੀ ਆਪਸ ਕੋ ਜੋ ਜਾਣੇ ਨੀਚਾ ਸੋਗਨੀਆ ਸਭ ਤੇ ਉੱਚਾ, ਹਮ ਪਾਪੀ ਗੁਨਾਹਗਾਰ ਹਮ ਨਿਰਗੁਣੀਆਂ ਨੀਚ ਜਾਨ ਬਾਣੀ 'ਚ ਲਿਖਿਆ ਮਹਾਰਾਜ ਨੇ। ਸੋ ਮੈਂ ਨਹੀਂ ਕਿਛ ਹਉ ਨਹੀਂ ਲਿਖਿਆ। ਸੋ ਨਿਮਾਣੇਪਣ 'ਚ ਉਚਾਰਨ ਕਰਕੇ ਬਾਣੀ ਨਾਲ ਨਿਮਰਤਾ ਆਉਂਦੀ ਹੈ, ਨਿਮਾਣਾਪਣ ਆਉਂਦਾ ਹੈ। ਸੋ ਇਹ ਗੱਲਾਂ ਬਹੁਤ ਗਹਿਰੀਆਂ ਹੋ ਜਾਂਦੀਆਂ। ਇਸ ਤਰ੍ਹਾਂ ਸੰਸਾਰ ਵੰਡਿਆ ਗਿਆ। ਹਿੰਦੂ ਵਿੱਚ ਮੁਸਲਿਮ ਵਿੱਚ ਇੱਕ ਸਜ਼ਾ ਦਾ ਨਾਂ ਹੀ ਸੀ। ਗੁਰੂ ਨਾਨਕ ਸਾਹਿਬ ਨੇ ਮਨੁੱਖ ਨੂੰ ਆ ਕੇ ਸਮਝਾਇਆ, ਤੁਸੀਂ ਮਨੁੱਖ ਆ। ਮਨੁੱਖ ਫਾਰਸੀ ਵਿੱਚ ਉਹਦਾ ਅਰਥ ਹੈ ਸਿੱਖ। ਸੋ ਜਿਹੜੇ ਗੁਰੂ ਨਾਨਕ ਸਾਹਿਬ ਦੇ ਗਿਆਨ ਨੂੰ ਲੈਂਦੇ ਗਏ, ਕੀ ਹਿੰਦੂ ਕੀ ਮੁਸਲਿਮ ਕੀ, ਉਹ ਸਾਰੇ ਮਹਾਰਾਜ ਦੀ ਮੁੱਖ ਧਾਰਾ 'ਚ ਸ਼ਾਮਿਲ ਹੋ ਗਏ। ਸੋ ਮਹਾਰਾਜ ਨੇ ਬਾਣੀ ਅੰਦਰ ਪਰਮਾਤਮਾ ਨੂੰ ਕਈ ਨਾਮਾਂ ਨਾਲ ਸੰਬੋਧਨ ਕੀਤਾ। ਉਹ ਪਰਮਾਤਮਾ ਜਿਹੜਾ ਸਾਰਿਆਂ ਦੇ ਅੰਦਰ ਵਸਿਆ, ਚਾਹੇ ਉਹਨੂੰ ਰਾਮ ਕਹਿ ਲਓ, ਅੱਲਾ ਕਹਿ ਲਓ, ਵਾਹਿਗੁਰੂ ਕਹਿ ਲਓ, ਪ੍ਰਭੂ ਕਹਿ ਲਓ, ਉਹ ਇੱਕੋ ਹੀ ਆ। ਮਹਾਰਾਜ ਕਹਿੰਦੇ ਇਹਨਾਂ ਨੇ ਆਪਣੇ ਆਪ ਨੂੰ ਭਗਵਾਨ ਸਦਾ ਲਿਆ ਸੀ, ਪਰ ਉਹ ਹੈ ਸੈਪਰੇਟ ਸ਼ਕਤੀ, ਉਹੀ ਇੱਕ ਓਂਕਾਰ ਹੈ। ਸੋ ਗੁਰੂ ਨਾਨਕ ਸਾਹਿਬ ਦਾ ਇਹ ਸਿਧਾਂਤ ਅਤੇ ਫਿਲਾਸਫੀ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਹਰ ਸੰਗਰਾਂਦ 'ਤੇ ਅਸੀਂ ਪਿਪਰਾਂ ਪਾਸੋਂ ਜਾ ਕੇ ਮਹੀਨੇ ਦਾ ਨਾਂ ਸੁਣਦੇ ਸੀ ਪੰਡਤਾਂ ਪਾਸ ਤੋਂ। ਸੋ ਹੁਣ ਤੁਸੀਂ ਕਲਯੁਗ ਦੇ ਅਵਤਾਰ ਹੋ, ਕੋਈ ਬਾਣੀ ਰਚਿਤ ਕਰੋ। ਤਾਂ ਗੁਰੂ ਨਾਨਕ ਸਾਹਿਬ ਨੇ ਤੁਖਾਰੀ ਰਾਗ ਉਚਾਰਨ ਕੀਤਾ। ਸੋ ਪੰਚਮ ਪਾਤਸ਼ਾਹ ਮੰਜੀ ਸਾਹਿਬ ਦੇ ਸਾਹਮਣੇ ਥੜੇ ਸਾਹਿਬ 'ਤੇ ਬੈਠੇ ਸੀ। ਉੱਥੇ ਉਹਨਾਂ ਨੇ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਬਾਣੀ ਉਚਾਰਨ ਕਰੋ। ਮਹਾਰਾਜ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਤੁਖਾਰੀ ਰਾਗ ਉਚਾਰਨ ਕਰਤਾ ਮਹੀਨੇ ਸਫਲ ਕਰਨ ਵਾਸਤੇ। ਸੋ 12 ਮਹੀਨੇ ਵੀ ਸਫਲ ਹੋ ਜਾਣ ਔਰ ਪਰਮਾਤਮਾ ਨਾਲ ਪਿਆਰ ਵੀ ਜੁੜ ਜਾਏ। ਅਤੇ ਹਾਂ, ਉਹ ਕਹਿੰਦੇ ਸਾਡੇ ਸਮਝ ਘੱਟ ਪੈਂਦਾ, ਖੜੀ ਬੋਲੀ ਆ ਤੁਖਾਰੀ ਰਾਗ ਤੋਂ। ਮਹਾਰਾਜ ਕਹਿੰਦੇ ਮੁੱਖ ਰੂਪ ਵਿੱਚ, ਮੂਲ ਰੂਪ ਵਿੱਚ ਤੁਖਾਰੀ ਰਾਗ ਹੀ 12 ਮਹਾਨ, ਅਤੇ ਅਸੀਂ ਉਹਦੇ ਟੀਕਾ ਰੂਪ ਉਚਾਰਨ ਕਰ ਦਿੰਦੇ। ਮਾਝ ਰਾਗ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤਾ। ਤੋਂ ਆਓ ਅਸੀਂ ਟੀਕਾ ਰੂਪ ਅਤੇ ਮਾਝ ਰਾਗ ਨਾਲ ਜੁੜੀਏ। ਗੁਰਬਾਣੀ ਦੇ ਅਰਥ ਬਹੁਤ ਦੁਨੀਆ 'ਤੇ ਆਪਣੇ ਬੁੱਧੀ ਜੀ ਆਪਣੇ ਮਨ ਮੁਤਾਬਕ ਕਰਦੇ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੰਪਰਦਾਇਕ ਜੋ ਟਕਸਾਲੀ ਅਰਥ ਹੈ, ਟਕਸਾਲਾਂ ਚਲਾਈਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਤੋਂ। 9 ਮਹੀਨੇ 9 ਘੜੀਆਂ 9 ਪਲ ਵਿੱਚ ਸਾਰੀ ਗੁਰਬਾਣੀ ਲਿਖਾਈ, ਨਾਲ ਹੀ ਗੁਰੂ ਅਰਜਨ ਦੇਵ ਜੀ ਦੇ ਬਚੇ ਹੋਏ ਜੋ ਬਾਣੀ ਉਚਾਰਨ ਕੀਤੀ ਸੀ ਉਹ ਵੀ ਵਿੱਚ ਦਰਜ ਕੀਤੀ। ਸੋ ਧੀਰ ਮੱਲੀਆਂ ਕੋ ਭੇਜਿਆ। 48 ਸਿੰਘਾਂ ਦਾ ਜੱਥਾ ਸੀ, ਜਦੋਂ 25 ਸਿੰਘ ਭੇਜੇ ਕਿ ਜਾਓ ਸਰੂਪ ਲਿਆਓ ਜਿਹੜੇ ਭਾਈ ਗੁਰਦਾਸ ਜੀ ਤੋਂ ਲਿਖਾਏ ਆ। ਧੀਰ ਮੱਲੀਏ ਆਖਣ ਗਏ, ਧੀਰਮਲ ਕਹਿੰਦਾ ਵੀ ਨਹੀਂ ਦੇਣੇ, ਜੇ ਉਹੀ ਗੁਰੂ ਆਪੇ ਕਿਉਂ ਨਹੀਂ ਉਚਾਰਨ ਕਰਦਾ। ਸੋ 3 ਵਾਰ ਭੇਜੇ, 3 ਵਾਰ ਮੋੜ 'ਤੇ ਮਹਾਰਾਜ ਨੇ ਤੰਬੂ ਲਾਇਆ। ਭਾਈ ਮਣੀ ਸਿੰਘ ਲਿਖਾਰੀ ਬਣੇ, ਬਾਬਾ ਦੀਪ ਸਿੰਘ ਸਿਆਹੀ ਕਲਮਾਂ ਦੀ ਸੇਵਾ ਕਰਦੇ। ਸੋ 9 ਮਹੀਨੇ 9 ਘੜੀਆਂ 9 ਪਲ ਵਿੱਚ ਸਾਰੇ ਗੁਰਬਾਣੀ ਦੇ ਅਰਥ ਕੀਤੇ। ਤਾਂ ਆਓ ਸੰਗਤੋ, ਜੋ ਟਕਸਾਲ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਹ ਆਪ ਕਰਤਾ ਪੁਰਖ ਆ, ਅਸੀਂ ਗੁਰਬਾਣੀ ਦੇ ਅਰਥ ਨਹੀਂ ਕਰ ਸਕਦੇ। ਸੋ ਇਸ ਕਰਕੇ ਕੌਮ ਨੂੰ ਬਹੁਤ ਭੁਲੇਖਿਆਂ 'ਚ ਪਾਇਆ। ਸੋ ਬੜੇ ਨਾਸਤਿਕ ਲੋਕ ਆ ਬੜੇ, ਜਿਨ੍ਹਾਂ ਨੇ ਕਈ ਕਾਲਜ, ਕਿਉਂਕਿ ਕਾਲਜ ਯੂਨੀਵਰਸਿਟੀਆਂ ਦੁਨੀਆ ਦੀ ਪੜ੍ਹਾਈ ਲਈ ਹੁੰਦੇ ਆ, ਪਰ ਜੋ ਬ੍ਰਹਮ ਵਿਦਿਆ ਦੀ ਪੜ੍ਹਾਈ ਆ, ਗੁਰਬਾਣੀ ਦੀ ਪੜ੍ਹਾਈ ਆ, ਉਹਲੇ ਘੜੀਏ ਸ਼ਬਦ ਸੱਚੀ ਟਕਸਾਲ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ। 10ਵੇਂ ਪਾਤਸ਼ਾਹ ਨੇ ਦਮਦਮਾ ਸਾਹਿਬ ਤੋਂ 10ਵੀਂ ਟਕਸਾਲ, ਜਿਹਦੇ ਵਿੱਚ ਬਾਬਾ ਦੀਪ ਸਿੰਘ ਉਹਨਾਂ ਦੇ ਹੱਥੋਂ ਅੰਮ੍ਰਿਤ ਛਕਿਆ। ਬਾਬਾ ਦੀਪ ਸਿੰਘ ਅਤੇ ਭਾਈ ਮਣੀ ਸਿੰਘ ਪਹਿਲੇ ਗ੍ਰੰਥੀ ਹੋਏ, ਹਜ਼ੂਰ ਸਾਹਿਬ ਗੁਰਤਾ ਗੱਦੀ ਬਖਸ਼ੀ। ਸੋ ਇਹ ਦਮਦਮੀ ਬੀੜੇ ਦੇ ਉੱਤੇ ਲਿਖਿਆ ਹੈ। ਸੋ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਰਥਾਂ ਦੀਆਂ ਟਕਸਾਲਾਂ ਚਲਾਈਆਂ। ਆਓ ਗੁਰਬਾਣੀ ਦੇ ਸਹੀ ਅਰਥ ਪੜ੍ਹੀਏ ਅਤੇ ਟਕਸਾਲਾਂ ਵਿੱਚ ਜਾ ਕੇ ਉਹ ਮਰਿਆਦਾ ਸੰਤ ਜਰਨੈਲ ਸਿੰਘ ਖਾਲਸਾ ਜੀ ਨੂੰ ਪੂਰੇ ਵਰਡ ਦੇ ਪੱਤਰਕਾਰਾਂ ਨੇ ਪੁੱਛਿਆ ਕਿ ਟਕਸਾਲ ਦੀ ਮਰਿਆਦਾ ਕਿਉਂ ਵੱਖਰੀ ਆ, ਪੰਥ ਨੂੰ ਕੌਮ ਸਮੱਤ ਬਖਸ਼ੇ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਮਰਿਆਦਾਵਾਂ ਬਾਬਾ ਦੀਪ ਸਿੰਘ ਨੂੰ ਦੱਸੀਆਂ ਸੀ, ਉਹਨਾਂ 'ਤੇ ਖਰੇ ਉਤਰੇ, ਸੀਸ ਲਿਥ ਗਿਆ। ਪਰ ਉਹ ਲੜਦੇ ਲੜਦੇ ਦਰਬਾਰ ਸਾਹਿਬ ਤੱਕ ਪਹੁੰਚੇ, ਆਪਣਾ ਵਚਨ ਪੂਰਾ ਕੀਤਾ। ਸਿਰ ਲੱਥ ਯੋਧੇ ਹੋਏ ਆ, ਇਤ ਮਾਰਗ ਪੈਰ ਤੀਜੈ, ਸਿਰ ਤੀਜਾ ਕਾਣ ਨਾ ਕੀਜੈ। ਸੋ ਆਓ ਟਕਸਾਲ ਦੀ ਮਰਿਆਦਾ ਮੁਤਾਬਕ ਪੰਜੇ ਤਖਤ ਹੋਣ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੋਚ ਕਿ ਉਹਨਾਂ ਨੇ ਆਪਣੇ ਜੀਵਨ ਵਿੱਚੋਂ 9 ਮਹੀਨੇ 9 ਘੜੀਆਂ 9 ਪਲ ਦਾ ਸਮਾਂ ਗੁਰਬਾਣੀ ਦੇ ਅਰਥਾਂ 'ਤੇ ਲਾ ਦਿੱਤਾ। ਸੋ ਇਹ ਸੰਪਰਦਾਇਕ ਅਰਥ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੀਤੇ ਹੋਏ। ਅਸੀਂ ਜੋ ਵੀ ਕਥਾ ਕਰਾਂਗੇ, ਇਹ ਟਕਸਾਲ ਦੇ ਜੋ ਅਮੀਰ ਭੰਡਾਰ ਦੇ 10 ਟੀਕੇ ਆ, gurmatvichar.com 'ਤੇ 10ਵੀਂ ਟਕਸਾਲ ਦੇ ਟੀਕੇ ਵੀ ਆ ਚੁੱਕੇ ਆ। ਸੋ ਖਰੀਦ ਵੀ ਸਕਦੇ ਹਾਂ ਟਕਸਾਲ ਦੀਆਂ ਸਟਾਲਾਂ ਤੋਂ ਸਰਾਂ ਦੇ ਸਾਹਮਣੇ। ਅਤੇ ਦੂਜਾ ਇਹਨਾਂ ਦੀ PDF ਵੀ ਮੌਜੂਦ ਆ
gurmatvichar.com ਤੇ ਸਾਧ ਸੰਗਤ ਡਾਊਨਲੋਡ ਕਰ ਸਕਦੀ ਆ। ਸੋ ਆਓ ਜੁੜੀਏ ਗੁਰਬਾਣੀ ਦੇ ਅਰਥਾਂ ਦੇ ਨਾਲ ਔਰ ਸਹੀ ਗੁਰਮਤਿ ਦੀ ਜਾਂਚ ਸਿੱਖੀਏ। ਜਿਹਨੇ ਅੰਮ੍ਰਿਤ ਛਕਣਾ ਹਰ 12 ਵਜੇ 12:30 ਵਜੇ ਅੰਮ੍ਰਿਤ ਸੰਚਾਰ ਦਮਦਮੀ ਟਕਸਾਲ ਦਾ ਹੈੱਡਕੁਆਟਰ ਮਹਿਤੇ ਚੌਕ ਵਿਖੇ ਹੁੰਦਾ ਹੈ। ਸੇ ਉੱਥੇ ਛਕਿਆ ਜਾ ਸਕਦਾ ਹੈ। ਉਹ ਦਮਦਮੀ ਟਕਸਾਲ ਅਜਨਾੜੇ ਵੱਲੋਂ ਵੀ ਇਹ ਜੋ ਅੰਮ੍ਰਿਤ ਸੰਚਾਰ ਆ ਹਰ ਮੱਸਿਆ 'ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਥਾਨ ਪੁਖਤਾ ਪੁਲ ਗੁਰਦੁਆਰਾ ਪਾਤਸ਼ਾਹੀ 6ਵੀਂ ਭੋਗਪੁਰ ਦੇ ਲਾਗੇ ਉੜਮੁੜ ਟਾਂਡਾ ਉੱਥੇ ਵੀ ਸੰਚਾਰ ਹੁੰਦਾ ਹੈ। ਸਾਧ ਸੰਗਤ ਅੰਮ੍ਰਿਤ ਛਕੇ ਜੋ ਟਕਸਾਲੀ ਮਰਿਆਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਣਾਈ। ਬਾਬਾ ਜਰਨੈਲ ਸਿੰਘ ਖਾਲਸਾ ਜੀ ਨੇ ਦੱਸਿਆ ਕਿ ਦਮਦਮੀ ਟਕਸਾਲ ਬਾਬਾ ਦੀਪ ਸਿੰਘ ਤੋਂ ਲੈ ਕੇ 114ਵੇਂ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਤੱਕ ਇਹ ਟਕਸਾਲ ਮਰਿਆਦਾ 'ਤੇ ਪਹਿਰਾ ਦਿੰਦੀ ਆਈ ਆ। ਗੁਰਬਾਣੀ ਦੇ ਅਰਥਾਂ ਦੀ ਟਕਸਾਲ ਆ। ਸੋ ਅਰਥ ਵੀ ਸਿੱਖੀਏ, ਜਿਹਨੇ ਅਪਾਈਏ ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੀਏ, ਆਪਣਾ ਜੀਵਨ ਸਫਲਾ ਕਰੀਏ ਟਕਸਾਲੀ ਮਰਿਆਦਾ ਮੁਤਾਬਕ। ਸੋ ਆਈਏ ਅਸੀਂ ਜੁੜੀਏ। ਪਹਿਲੀ ਪੰਕਤੀ ਦੇ ਅਰਥ ਕਰਦੇ ਹਾਂ। ਤੁਖਾਰੀ ਰਾਗ ਵਿੱਚ ਫਲਗੁਨ ਮਨ ਰਹਿਸੀ ਪ੍ਰੇਮ ਸੁਭਾਇਆ ਫੱਗਣ ਮਹੀਨੇ ਦੁਆਰਾ ਕਥਨ ਕਰਦੇ ਹਨ। ਜਿਸ ਦੇ ਮਨ ਵਿੱਚ ਪ੍ਰਭੂ ਦਾ ਪ੍ਰੇਮ ਭਇਆ ਹੈ, ਉਸ ਦੇ ਮਨ ਵਿੱਚ ਰਹਿਸੀ ਆਨੰਦ ਦੀ ਪ੍ਰਾਪਤੀ ਹੋਈ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੁਖਾਰੀ ਰਾਗ ਵਿੱਚ ਉਚਾਰਨ ਕਰਦੇ ਆ ਕਿ ਇਹ ਫੱਗਣ ਦਾ ਜੋ ਮਹੀਨਾ ਹੈ, ਇਸ ਦੇ ਵਿੱਚ ਜਿਸ ਦੇ ਮਨ ਵਿੱਚ ਪ੍ਰਭੂ ਦਾ ਪ੍ਰੇਮ ਪਾਇਆ ਹੈ। 2.5 ਅੱਖਰ ਪ੍ਰੇਮ ਕੇ ਪੜ੍ਹੇ ਸੋ ਪੰਡਤ ਹੋਏ। ਸੋ ਪ੍ਰੇਮ ਜਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਸਾਚ ਕਹੋ ਸੁਨ ਲੇਹੁ ਸਭੈ। 10ਵੇਂ ਪਾਤਸ਼ਾਹ ਨੇ ਵੀ ਉਚਾਰਨ ਕੀਤਾ। ਸੋ ਪ੍ਰੇਮ 2.5 ਅੱਖਰ ਆ। ਪ੍ਰੇਮ ਵਿੱਚ ਤਨ ਮਨ ਧਨ ਸਭ ਸੌ ਗੁਰੂ ਕੋ ਮੰਨੀਏ ਪਾਈਐ। ਤਨ 100% ਦੇ ਦੇਣਾ, ਮਨ 100% ਦੇ ਦੇਣਾ ਅਤੇ ਧਨ ਵੀ 100% ਦੇ ਦੇਣਾ। ਅਤੇ ਫਿਰ ਤਨ ਮਨ ਧਨ ਸਭ ਕੁਛ ਦੇਣਾ। ਤਨ ਦਿੰਦਾ ਹੈ ਸ਼ਹੀਦ ਹੋ ਜਾਂਦਾ ਆ, ਮਨ ਦਿੰਦਾ ਹੈ ਮਨ ਵੇਚਿਆ ਸਤਿਗੁਰ ਕੇ ਪਾਸ ਤੇ ਸਿਓ ਕੇ ਕਾਰਜਾਸ ਔਰ ਕਾਜ ਤੇਰੇ ਕਿਤੇ ਨਾ ਕਾਮਿਲ ਸਾਧ ਸੰਗਤ ਭਜ ਕੇਵਲ ਨਾਮ। ਮਨ ਵੇਚਦਾ ਆ, ਭਗਤੀ ਮਿਲ ਜਾਂਦੀ ਆ, ਨਾਮ ਮਿਲ ਜਾਂਦਾ ਆ। ਸੋ ਦਾਨੀ ਹੁੰਦਾ ਉਹ ਧਨ ਜਿੰਨਾ ਜ਼ਿੰਦਗੀ ਦਾ ਕਮਾਇਆ ਅਰਪਣ ਕਰ ਦਿੰਦਾ। ਧਨ 2 ਪ੍ਰਕਾਰ ਦਾ, 1 ਰੁਪਏ ਪੈਸੇ। ਬਾਬਾ ਨਾਨਕ ਸਿੰਘ ਜੀ ਕਹਿੰਦੇ ਧਨ ਨਹੀਂ ਵੱਡਾ, ਉਹ ਤੋਂ ਵੱਡੇ ਪਦਾਰਥ ਆ ਜਿਹਨਾਂ ਦਾ ਭੋਗ ਕਰੀਦਾ। ਸੋ ਮਾਇਆ ਅਤੇ ਮਾਇਆ ਦੇ ਪਦਾਰਥ। ਸੋ ਦੂਜਾ ਧਨ ਆ ਮੇਰੀ ਇਸਤਰੀ, ਆ ਮੇਰਾ ਪੁੱਤਰ। ਇਹ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਖ ਆਇਆ। ਇਹ ਮੋਹ ਰੂਪੀ ਪੰਖ ਜੋ ਮੋਹ ਪਗ ਨਹੀਂ ਚਾਲੇ, ਹਮ ਦੇਖਾ ਤਹਿ ਡੂਬੀਏ ਨੇ। ਸੋ ਇਹ ਮਾਇਆ ਆ। ਸੋ ਇਸ ਤਰ੍ਹਾਂ ਤਨ ਮਨ ਧਨ 100% ਜਿਹੜੇ ਅਰਪਣ ਕਰ ਦਿੰਦੇ ਉਹ ਭਗਤ ਦਾਨੀ ਅਤੇ ਸੂਰਮੇ ਹੋ ਜਾਂਦੇ। ਜੋ ਗੁਰਮਤਿ ਅਨੁਸਾਰ ਗੁਰੂ ਨਾਨਕ ਸਾਹਿਬ ਨੇ ਵਚਨ ਕੀਤਾ ਆਪਣੇ ਸਿੱਖ ਨੂੰ, ਜਨਨੀ ਜਨੇ ਸੋ ਭਗਤ ਜਨ ਕਹਿ ਦਾਤਾ ਕਹਿ ਸੂਰ। ਗ੍ਰਹਿਸਥ ਆਸ਼ਰਮ ਨੂੰ ਪ੍ਰਧਾਨਤਾ ਦਿੱਤੀ ਆ। ਪਰਬਤਾਂ 'ਚ ਸ੍ਰੇਸ਼ਟ ਸੁਮੇਰ ਪਰਬਤ, ਲੱਕੜੀਆਂ 'ਚ ਸ੍ਰੇਸ਼ਟ ਚੰਦਨ ਦੀ ਲੱਕੜੀ। ਸੋ ਆਸ਼ਰਮਾਂ ਵਿੱਚ ਸ੍ਰੇਸ਼ਟ ਗ੍ਰਹਿਸਥ ਆਸ਼ਰਮ ਮਹਾਰਾਜ ਨੇ ਕਿਹਾ। ਪਰ ਗ੍ਰਹਿਸਤੀ ਦੀ ਜ਼ਿੰਮੇਵਾਰੀ ਲਾਤੀ ਕਿ ਆਪਣੇ ਬੱਚੇ ਨੂੰ ਜਿੱਥੇ ਤੁਸੀਂ ਡਾਕਟਰ, ਵਕੀਲ, ਇੰਜੀਨੀਅਰ ਉੱਚੇ ਅਹੁਦੇ ਬਖਸ਼ਦੇ ਆ, ਪੜ੍ਹਾਈਆਂ ਕਰਾਉਂਦੇ ਆ, ਉੱਥੇ ਬ੍ਰਹਮ ਵਿੱਦਿਆ ਵੀ ਪੜ੍ਹਾਉਣੀ ਆ ਅਤੇ ਭਗਤ ਦਾਨੀ ਅਤੇ ਸੂਰਮਾ ਬਣੇ ਗੁਰੂ ਨਾਨਕ ਸਾਹਿਬ ਕਹਿੰਦੇ। ਸੋ ਇਸ ਤਰ੍ਹਾਂ 3 ਸਟੇਜਾਂ ਲਿਖੀਆਂ। ਸੋ ਆਓ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਆ ਕਿ ਜਿਸ ਦੇ ਮਨ ਵਿੱਚ ਪ੍ਰਭੂ ਦਾ ਪ੍ਰੇਮ ਭਾਇਆ ਹੈ, ਜਿਹਦੇ ਮਨ ਵਿੱਚ ਪਰਮਾਤਮਾ ਦਾ ਪਿਆਰ ਜਾਗਿਆ, ਉਹਨੇ ਆਪਣਾ ਤਨ ਮਨ ਅਤੇ ਧਨ ਗੁਰੂ ਦੇ ਚਰਨਾਂ 'ਚ ਅਰਪਣ ਕਰ ਦਿੱਤਾ। ਉਹ 10ਵੇਂ ਪਾਤਸ਼ਾਹ ਨੇ ਦਸਵੰਧ ਤੋਂ ਕੰਮ ਚਾਲੂ ਕਰਾਇਆ। ਸੋ ਜੋ ਨਾਮ ਜਪਣਾ ਹੈ, 2.5 ਘੰਟੇ ਦਾ ਦਸਵੰਧ ਸਵਾਸਾਂ ਦਾ ਬਣਦਾ ਹੈ। 2 ਤਰ੍ਹਾਂ ਦਾ ਧਨ ਹੈ। ਇੱਕ ਸਾਹ ਰੂਪੀ ਧਨ ਸਾਨੂੰ ਪਰਮਾਤਮਾ ਨੇ ਬਖਸ਼ਿਆ। ਸਾਹ ਮੁੱਲ ਪੈਸੇ ਦੇ ਕੇ ਨਹੀਂ ਖਰੀਦੇ ਜਾ ਸਕਦੇ। ਰੱਬ ਨੇ ਜਿੰਨੇ ਸਾਹ ਕਿਸੇ ਸਰੀਰ 'ਚ ਪਾਏ ਉਨੇ ਰਹਿੰਦੇ, ਨਾ ਘੱਟਦੇ ਨਾ ਵੱਧਦੇ। ਸੋ ਉਹ ਸਵਾਸ ਰੂਪੀ ਧਨ ਦਾ ਦਸਵੰਧ ਜਿਹੜਾ 2.5 ਘੰਟੇ ਬਣਦਾ ਹੈ। ਨਿਤਨੇਮ ਤੋਂ ਇਲਾਵਾ 2.5 ਘੰਟੇ 10ਵੇਂ ਪਾਤਸ਼ਾਹ ਨੇ 50 ਅੰਗ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਦੇ 52 ਵਚਨਾਂ 'ਚ ਕਿਹਾ ਸੁਣਨੇ ਜਾਂ ਕਰਨੇ। ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲਿਆਂ ਨੇ ਛੂਟ ਦਿੱਤੀ, ਕਹਿੰਦੇ 2.5 ਘੰਟੇ ਵਿੱਚ ਜਾਂ ਤਾਂ 10 ਸੁਖਮਣੀ ਸਾਹਿਬ, 10 ਜਪਜੀ ਸਾਹਿਬ ਦੇ ਪਾਠ ਜਾਂ 2 ਸੁਖਮਣੀ ਸਾਹਿਬ ਕਰ ਲੈਣੇ, ਜਾਂ 6 ਮਾੜਾ ਮੂਲ ਮੰਤਰ ਦੀਆਂ ਜਾਂ 80 ਮਾੜਾ ਗੁਰੂ ਮੰਤਰ ਦੀਆਂ ਕਰ ਲੈਣੀਆਂ। ਸੋ ਇਸ ਤਰ੍ਹਾਂ ਦਸਵੰਧ ਬਣ ਜਾਂਦਾ ਹੈ। ਦਸਵੰਧ ਤੋਂ ਥੱਲੇ ਗੱਲ ਨਹੀਂ ਕੀਤੀ 10ਵੇਂ ਪਾਤਸ਼ਾਹ ਨੇ। ਉਹ ਮਿਨੀਮਮ ਰਿਕੁਆਇਰਮੈਂਟ ਆ, ਧਰਮ ਦੀ ਪੌੜੀ ਆ। ਸੋ ਮਹਾਰਾਜ ਨੇ ਦੂਜੇ ਪਾਸੇ ਪੈਸੇ ਦਾ ਗੱਲ ਕੀਤੀ ਆ।
ਜੋ ਸਰੀਰ ਦੁਆਰਾ ਮਿਹਨਤ ਕਰਕੇ ਘਾਲ ਕਿਛ ਕਰੇ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਜੋ ਕਮਾਈ ਕਰਨੀ ਆ ਉਹਦਾ 10ਵਾਂ ਹਿੱਸਾ ਦੇਣਾ। ਸੋ ਜਿਹੜੇ 10ਵੇਂ ਹਿੱਸੇ ਤੋਂ ਥੱਲੇ ਗੱਲ ਨਹੀਂ ਹੁੰਦੀ। 10ਵੇਂ ਤੋਂ ਬਾਅਦ ਫਿਰ ਪਿਆਰ ਵੱਧਦਾ ਪਰਮਾਤਮਾ ਦੇ ਨਾਲ। ਸੋ ਇਸ ਤਰ੍ਹਾਂ ਕਈ ਜਨਮ ਲੱਗਦੇ ਆ। ਮਹਾਰਾਜ ਕਹਿੰਦੇ ਜਿਹੜਾ ਅੰਮ੍ਰਿਤ ਛਕ ਲੈਂਦਾ ਗੁਰੂ ਵਾਲਾ ਬਣ ਜਾਂਦਾ, ਉਹਨੂੰ 10,000 ਵਾਰ ਪੁਨਰ ਜਨਮ ਸਿੱਖਾਂ ਦੇ ਘਰ ਦੇ ਕੇ ਅਸੀਂ ਉੱਥੋਂ ਭਗਤੀ ਕਰਾਵਾਂਗੇ। ਸੋ ਦਸਵੰਧ 10%, ਫਿਰ 20%। ਜਿਵੇਂ ਇੱਕ ਨਿਤਨੇਮ 2.5 ਘੰਟੇ ਦਾ ਦਸਵੰਧ ਆ, ਉਸ ਤੋਂ ਬਾਅਦ ਫਿਰ ਜਦ ਪਿਆਰ ਮਹਾਰਾਜ ਵਧਾਉਂਦੇ ਆ ਅਤੇ ਉਹ ਕਈ ਜਨਮ ਲੱਗਦੇ, ਫਿਰ 5 ਘੰਟੇ, ਫਿਰ 10 ਘੰਟੇ, ਜਿਹੜੇ 24 ਘੰਟੇ ਜਪਦੇ। ਮਹਾਰਾਜ ਕਹਿੰਦੇ ਤਿਸ ਜਨ ਕੇ ਪੂਜਾ ਸਦ ਪੈਰਾ। ਜਿਹੜਾ 24 ਘੰਟੇ ਜਪੇ, 24 ਘੰਟੇ ਪਰਮਾਤਮਾ ਦਾ ਨਾਮ ਲਏ, ਉਹ ਸੰਤ ਦੀ ਅਵਸਥਾ, ਸਾਧੂ ਦੀ ਅਵਸਥਾ 'ਚ ਸਿੱਖ ਪ੍ਰਵੇਸ਼ ਕਰ ਜਾਂਦਾ ਹੈ। ਸੋ ਪਹਿਲਾਂ ਸਿੱਖਿਆ, ਫਿਰ ਗੁਰ ਸਿੱਖਿਆ, ਫਿਰ ਸਾਧੂ ਸੰਤ ਬ੍ਰਹਮ ਗਿਆਨੀ ਦੀ ਅਵਸਥਾ ਤੱਕ ਸਿੱਖ ਜਾਂਦਾ ਆ, ਤਾਂ ਆਪ ਪਰਮੇਸ਼ਰ ਰੂਪ ਹੋ ਜਾਂਦਾ ਹੈ। ਅਤੇ ਮਹਾਰਾਜ ਕਹਿੰਦੇ ਉਹਦੇ ਤਾਂ 4 ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲਾਗੇ। ਉਹਨਾਂ ਸਾਧੂਆਂ ਦੀ ਸੇਵਾ ਵਿੱਚ ਕਰਕੇ 4 ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ। ਤਿਸ ਜਨ ਕੇ ਪੂਜਾ ਸਦ ਪੈਰਾ। ਸੁਖਮਨੀ ਸਾਹਿਬ ਦਾ ਉਚਾਰਨ ਹੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਧੂਆਂ ਦੀ ਮਹਿਮਾ ਕਰਕੇ ਕੀਤਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਦਾ ਜੋ ਉਚਾਰਨ ਹੈ, ਉਹਦੇ ਜੋ ਮਹਾਤਮ ਹੈ 17ਵੀਂ ਪੌੜੀ ਵਿੱਚ ਵੀ ਦੱਸਿਆ। ਅਤੇ ਆਖਰੀ ਜੋ ਸੁਖਮਨੀ ਸਾਹਿਬ ਦੀ ਸਮਾਪਤੀ ਹੈ, ਉਹਦੇ ਵਿੱਚ ਮਹਾਰਾਜ ਨੇ ਸੁਖਮਨੀ ਸਾਹਿਬ ਦੀ ਆਖਰੀ ਪੌੜੀ, ਜਿਸ ਮਨ ਵਸੈ ਸੁਣੈ ਲਾਇ ਪ੍ਰੀਤ ਤਿਸ ਜਨ ਆਵੈ ਹਰਿ ਪ੍ਰਸੀਦ। ਜਨਮ ਮਰਨ ਤਾਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ। ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ ਏਕ ਨਾ ਮਨ ਮਾਹਿ ਸਮਾਨੀ। ਦੁਖ ਰੋਗ ਬਿਨਸੇ ਭੈ ਭਰਮ ਸਾਧ ਨਾਮ ਨਿਰਮਲ ਤਾਕੇ ਕਰਮ ਸਭ ਤੇ ਉਚ ਤਾਕੀ ਸੋਭਾ ਬਣੀ। ਨਾਨਕ ਇਹ ਗੁਣ ਨਾਮ ਸੁਖਮਨੀ। ਸੋ ਮਹਾਰਾਜ ਨੇ ਸੁਖਮਨੀ ਸਾਹਿਬ ਦਾ ਜੋ ਮਹਾਤਮ ਦੱਸਿਆ, ਉਹ ਇੱਕ ਸਾਧੂਆਂ ਦੀ ਮਹਿਮਾ, ਜਿਹੜੇ ਗੁਣ ਆ ਸਾਧੂਆਂ ਦੇ ਅੰਦਰ, ਦਇਆ, ਸੰਤੋਖ, ਜਤ, ਸਤ, 4 ਗੁਣ, ਵਿਣ ਗੁਣ ਕੀਤੇ ਭਗਤ ਨਾ ਹੋਈ, ਸੋ ਉਹਨਾਂ ਨੂੰ ਭਗਤ ਕਿਹਾ। ਸੋ ਇਸ ਕਰਕੇ ਸ਼ੁਭ ਗੁਣਾਂ ਦਾ ਜੋ ਫਲ ਉਹ ਸਾਧੂਆਂ ਦੇ ਅੰਦਰ ਪਾਇਆ ਆ, ਇਹ ਮਹਾਰਾਜ ਕਹਿੰਦੇ। ਅਤੇ ਜਿਹੜੇ ਪ੍ਰੇਮ ਵਿੱਚ ਆ ਜਾਂਦੇ ਉਹ ਭਗਤੀ ਕਰਦੇ ਆ। ਨਾਮ ਰੂਪੀ ਦਵਾ ਖਾਣ ਨਾਲ ਸਰੀਰ ਦਾ ਮੋਹ ਛੁੱਟ ਜਾਂਦਾ ਆ, ਫਿਰ ਮਾਇਆ ਦਾ ਮੋਹ ਛੁੱਟਦਾ ਆ, ਉਹ ਦਾਨੀ ਹੋ ਜਾਂਦੇ ਆ। ਸਰੀਰ ਦਾ ਮੋਹ ਛੁੱਟਦਾ ਆ, ਉਹ ਸ਼ਹੀਦ ਹੋ ਜਾਂਦੇ ਆ। ਸੋ ਕਰਨਾ ਸਭ ਕੁਛ ਨਾਮ ਨਹੀਂ ਆ। ਸੋ ਭਾਈ, ਇਹ ਜੋ ਗੁਰੂ ਨਾਨਕ ਸਾਹਿਬ ਦੀ ਪੜ੍ਹਾਈ ਆ, ਉਹ ਨਾਮ ਤੋਂ ਚਾਲੂ ਹੁੰਦੀ। ਮਹਾਰਾਜ ਨਾਮ ਜਪਾਉਣ ਵਾਸਤੇ ਹੀ ਸੰਸਾਰ 'ਚ ਆਏ ਆ, ਨਾਮ ਨਾਲ ਹੀ ਜੋੜਿਆ ਉਹਨਾਂ ਨੇ ਪਰਮਾਤਮਾ ਦੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਆ ਫਿਰ ਆਨੰਦ ਦੀ ਪ੍ਰਾਪਤੀ ਹੁੰਦੀ ਪਿਆਰਿਆਂ ਨੂੰ, ਜਿਹੜੇ ਪ੍ਰੇਮ ਵਿੱਚ ਗੁਰਮਤਿ ਨਾਲ ਜੁੜ ਜਾਂਦੇ, ਗੁਰੂ ਨਾਲ ਜੁੜ ਜਾਂਦੇ, ਪਰਮਾਤਮਾ ਨਾਲ ਜੁੜ ਜਾਂਦੇ। ਸੋ ਦੂਜਾ ਅਰਥ ਇਹਦਾ ਇਹ ਵੀ ਕੀਤਾ ਕਿ ਸ਼ੁਭ ਗੁਣਾਂ ਦਾ ਫਲ ਜੋ ਗਿਆਨ ਹੈ, ਇਹ ਸ਼ੁਭ ਗੁਣ ਜਿਹੜੇ ਆ ਦਇਆ, ਸੰਤੋਖ, ਜਤ, ਸਤ ਰੱਖਣ ਦੇ ਨਾਲ ਫਿਰ ਕੀ ਹੁੰਦਾ ਆ, ਮਹਾਰਾਜ ਬ੍ਰਹਮ ਗਿਆਨ ਦਿੰਦੇ, ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਫਿਰ ਹਿਰਦੇ ਵਿੱਚ ਗਿਆਨ ਟਿਕ ਜਾਂਦਾ ਆ। ਉਸ ਗਿਆਨ ਰੂਪ ਫੱਗਣ ਦੇ ਮਹੀਨੇ ਵਿੱਚ, ਕਿਉਂਕਿ ਇਹ ਆਖਰੀ ਮਹੀਨਾ ਆ, 12 ਮਹੀਨਿਆਂ ਦਾ ਨਿਚੋੜ। ਇੱਥੋਂ ਫਿਰ ਫੱਗਣ ਤੋਂ ਬਾਅਦ 'ਚ ਮਹਾਰਾਜ ਜੋਤੀ ਜੋਤ ਸਮਾ ਗਏ, ਸੱਚਖੰਡ ਚਲੇ ਗਏ। ਸੋ ਇਸ ਤਰ੍ਹਾਂ ਇੱਕ ਆਤਮਾ 12 ਮਹੀਨਿਆਂ ਦੇ ਗਿਆਨ ਨੂੰ ਪ੍ਰਾਪਤ ਕਰਦੀ ਹੈ। ਆਖਰੀ ਫੱਗਣ ਵਿੱਚ ਫਲ ਪ੍ਰਾਪਤ ਹੁੰਦੇ ਆ, ਗਿਆਨ ਰੂਪੀ ਫਲ ਮਿਲਿਆ, ਅਤੇ ਫਿਰ ਉਹ ਪਰਮਾਤਮਾ ਦੇ ਨਾਮ ਨਾਲ ਜੁੜ ਗਈ ਅਤੇ ਪਰਮਾਤਮਾ 'ਚ ਸਮਾ ਗਈ। ਜਿਸ ਨੂੰ ਪ੍ਰਭੂ ਦਾ ਪ੍ਰੇਮ ਚੰਗਾ ਲੱਗਾ ਹੈ, ਉਸ ਦੇ ਮਨ ਵਿੱਚ ਰਹਿਸੀ ਆਨੰਦ ਦੀ ਪ੍ਰਾਪਤੀ ਹੋਈ ਹੈ। ਅਥਵਾ ਜਿਸ ਵੇਲੇ ਦੈਵੀ ਸੰਪਦਾ ਰੂਪ ਸ਼ੁਭ ਗੁਣਾਂ ਦਾ ਫਲ ਪ੍ਰਾਪਤ ਹੋਇਆ ਅਤੇ ਪ੍ਰਭੂ ਦਾ ਪ੍ਰੇਮ ਚੰਗਾ ਲੱਗਾ, ਸੋ ਜਿਹਦੇ ਵਿੱਚ ਸ਼ੁਭ ਗੁਣ ਆ ਜਾਣ, ਵਿਣ ਗੁਣ ਕੀਤੇ ਭਗਤ ਨਾ ਹੋਈ, ਜਤ, ਸਤ, ਦਇਆ, ਸੰਤੋਖ, ਅਤੇ ਉਹਨੂੰ ਫਿਰ ਪਰਮਾਤਮਾ ਦਾ ਨਾਮ ਚੰਗਾ ਲੱਗਦਾ ਹੈ, ਉਹਦੇ ਵਿੱਚ ਹੀ ਪਰਮਾਤਮਾ ਦਾ ਨਾਮ ਟਿਕਦਾ ਹੈ। ਅਤੇ ਇਸ ਵੇਲੇ ਮਨ ਮੰਨਣ ਕਰਕੇ ਰਹਿਸੀ ਆਨੰਦ ਦੀ ਪ੍ਰਾਪਤੀ ਹੋਈ। ਸੁਣਿਆ ਮੰਨਿਆ ਮਨ ਕੀਤਾ ਭਾਉ। ਪਹਿਲਾਂ ਪਰਮਾਤਮਾ ਦੇ ਜਸ ਨੂੰ ਸੁਣਨਾ, ਬਾਣੀ ਦੁਆਰਾ ਗੁਰੂ ਦੇ ਵਚਨਾਂ ਨੂੰ ਸੁਣਨਾ, ਫਿਰ ਮਨ ਵਿੱਚ ਮੰਨਣਾ ਕਿ ਇਹੋ ਜਿਹਾ ਗੁਰੂ ਸਾਚ ਕਹੋ ਸੁਣ ਲਿਓ ਸਭੈ ਜਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਾ। ਮਹਾਰਾਜ ਇੱਥੇ ਪ੍ਰਮਾਣ ਦਿੰਦੇ ਕਿ ਮੈਂ ਸੱਚ ਕਹਿ ਰਿਹਾ, ਕਿਉਂਕਿ ਜਿਨ੍ਹਾਂ ਨੇ ਆਪਣਾ ਸਰਬੰਸ ਵਾਰ ਦਿੱਤਾ ਪੂਰੇ ਸੰਸਾਰ ਦੇ ਵੜਦੇ ਇਤਿਹਾਸ ਵਿੱਚੋਂ, ਜੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਂ ਕੱਢ ਦਿਓ, ਸੂਰਜ ਅਤੇ ਚੰਦਰਮਾ ਸਮਝ ਲਓ, ਕੱਢ ਦਿਓ ਅਤੇ ਹਨੇਰਾ ਹੀ ਹਨੇਰਾ ਬਚੂਗਾ। ਸੋ ਇਸ ਕਰਕੇ ਕੋਈ ਇਤਿਹਾਸ ਹੀ ਨਹੀਂ ਬਣਦਾ, ਸਾਰਾ ਇਤਿਹਾਸ ਹੀ ਗੁਰੂ ਨਾਨਕ ਸਾਹਿਬ ਨੇ ਬਣਾਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਬੰਸ ਵਾਰ ਕੇ। ਸੋ ਇਸ ਕਰਕੇ ਆਓ ਜੁੜੀਏ ਗੁਰਮਤਿ ਦੇ ਨਾਲ ਅਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਸਾਨੂੰ ਗੁਰਸਿੱਖੀ ਵਾਲਾ ਜੀਵਨ, ਪਰਮਾਤਮਾ ਦਾ ਨਾਮ ਬਖਸ਼ੋ।
ਸੋ ਆਪਣੀ ਪਿਆਰੀ ਪਿਆਰੀ ਸਿੱਖੀ ਬਖਸ਼ੋ, ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ੋ। ਅਤੇ ਹੁਣ ਪ੍ਰਸ਼ਨ ਕੀਤਾ ਹੈ ਸੰਗਤ ਵੱਲੋਂ, ਉਹ ਆਨੰਦ ਥੋੜ੍ਹਾ ਸਮਾਂ ਰਹਿਣ ਵਾਲਾ ਹੋਵੇਗਾ। ਇਹ ਜਿਹੜਾ ਆਨੰਦ ਮਿਲਦਾ ਹੈ ਮਹਾਰਾਜ, ਇਹ ਥੋੜ੍ਹੇ ਸਮੇਂ ਲਈ ਮਿਲਦਾ ਹੈ। ਸ਼ੁਭ ਗੁਣ ਧਾਰਨ ਕਰ ਜਦ ਕਰ ਲਈ ਦੇ ਦਇਆ ਸੰਤੋਖ ਜਤ ਸਤ ਫਿਰ ਭਗਤੀ ਮਿਲਦੀ। ਉਹਦੇ ਵਿੱਚ ਜਿਹੜਾ ਆਨੰਦ ਪ੍ਰਾਪਤ ਹੁੰਦਾ ਥੋੜ੍ਹੇ ਸਮੇਂ ਵਾਲਾ ਹੋਊਗਾ ਜਾਂ ਜ਼ਿਆਦਾ ਸਮੇਂ ਵਾਲਾ। ਤਾਂ ਮਹਾਰਾਜ ਫਿਰ ਇਹਦਾ ਉੱਤਰ ਦਿੰਦੇ ਆ, ਅਨਦਿਨ ਰਹਿਸ ਭਇਆ ਆਪ ਗਵਾਇਆ। ਉਹ ਰਹਿਸ ਆਨੰਦ ਅਨਦਿਨ ਰਾਤ ਦਿਨ ਇੱਕ ਰਸ ਪ੍ਰਾਪਤ ਹੋਇਆ ਹੈ। ਪ੍ਰਸ਼ਨ, ਉਹ ਆਨੰਦ ਕਿਸ ਤਰ੍ਹਾਂ ਪ੍ਰਾਪਤ ਹੋਇਆ ਹੈ? ਉਹ ਸਦਾ ਆਨੰਦ ਹੈ। ਸਦਾ ਆਨੰਦ ਰਹੇ ਦਿਲਾਤੀ ਗੁਣਵੰਤਿਆਂ ਪਾਛਾਰ। ਉਹ ਫਿਰ ਐਸਾ ਆਨੰਦ ਪ੍ਰਾਪਤ ਹੁੰਦਾ ਹੈ ਕਿ ਸਦਾ ਹੀ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਸੋ ਜਿਵੇਂ ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇੱਕ ਸਿੱਖ ਨੇ ਪੁੱਛਿਆ ਕਿ ਮਹਾਰਾਜ ਜਿਤਨਾ ਚਿਰ ਸਤਸੰਗ ਕਰੀ ਦੀ ਉਨਾ ਚਿਰ ਹੀ ਰਸ ਆਉਂਦਾ, ਫਿਰ ਬਾਹਰ ਜਾਂਦੇ ਤਾਂ ਜਿਹੜੀ ਆਤਮਾ ਆ, ਜੋ ਸਾਡਾ ਮਨ ਆ, ਉਹ ਟੱਪਣ ਲੱਗ ਪੈਂਦਾ, ਕਦੇ ਭੂਤ ਵਿੱਚ ਕਦੇ ਭਵਿੱਖ ਵਿੱਚ ਟਪੂਸੀਆਂ ਲਾਉਂਦਾ, ਰਸ ਫਿਰ ਟੁੱਟ ਜਾਂਦਾ। ਜੋ ਸੰਗਤ ਵਿੱਚ ਕਥਾ ਚੱਲਦੀ ਇਹਦੇ ਵਿੱਚ ਪੂਰਾ ਮਨ ਵੱਝ ਜਾਂਦਾ ਆ, ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦਾ। ਕੁਛ ਐਸਾ ਕਰੋ ਜਿਸ ਦੇ ਨਾਲ ਮੈਂ ਇੱਕੋ ਜਿਹਾ ਰਸ ਬਣਿਆ ਰਹੇ, ਕਦੇ ਟੁੱਟੇ ਹੀ ਨਾ ਰੱਬ ਨਾਲੋਂ ਮਨ ਅੱਠੇ ਪੈਰ। ਮਹਾਰਾਜ ਕਹਿੰਦੇ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਸਾ ਹੈ। ਉਹ ਕਹਿੰਦਾ ਮਹਾਰਾਜ ਅਸੀਂ ਇੰਨੇ ਪੜ੍ਹੇ ਲਿਖੇ ਨਹੀਂ ਹਾਂ, ਸਾਨੂੰ ਬਾਣੀ ਦਾ ਇੰਨਾ ਗਿਆਨ ਨਹੀਂ, ਪਰ ਸਿੱਧੀ ਭਾਸ਼ਾ 'ਚ ਬੋਲੋ ਕੀ ਕਰਨਾ ਪਊ। ਮਹਾਰਾਜ ਕਹਿੰਦੇ ਘਰ ਛੱਡ ਕੇ ਸਾਡੇ ਕੋਲ ਆ ਕੇ ਰਹਿ ਲਾ ਕੁਛ ਸਮਾਂ। ਘਰ ਗਿਆ, ਘਰਦਿਆਂ ਦੀ ਆਗਿਆ ਲਈ, ਮਹਾਰਾਜ ਕੋ ਆ ਗਿਆ। ਮਹਾਰਾਜ ਕਹਿੰਦੇ ਕੀ ਸੇਵਾ ਕਰੂੰਗਾ? ਕਹਿੰਦਾ ਦਾਲ ਸਬਜ਼ੀ ਬਣਾ ਲੈਂਦਾ ਆ, ਲੰਗਰ ਦੀ ਸੇਵਾ ਕਰ ਲਓ। ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਆ, ਲੰਗਰ ਤਿਆਰ ਕਰੀ ਜਾਂਦਾ, ਅੱਠ ਪੈਰ ਗੁਰੂ ਗੋਬਿੰਦ ਸਿੰਘ ਮਹਾਰਾਜ ਚਰਨਾਂ ਦਾ ਧਿਆਨ ਰੱਖਦਾ। ਸੋ ਮਹਾਰਾਜ ਵੀ ਕਿਹੜੇ, ਜਿਹਦਾ ਮਹਾਰਾਜ 'ਚ ਧਿਆਨ ਅੱਠ ਪੈਰ ਰੱਖੇ, ਮਹਾਰਾਜ ਵੀ ਉਹਦੇ 'ਚ ਧਿਆਨ ਰੱਖਦੇ। ਜਿਵੇਂ ਕ੍ਰਿਸ਼ਨ ਮਹਾਰਾਜ ਨੂੰ ਅਰਜਨ ਨੂੰ ਮਾਣ ਹੋ ਗਿਆ ਸੀ, ਮੇਰੇ ਵਰਗਾ ਇਹਨਾਂ ਦਾ ਸੇਵਕ ਕੋਈ ਨਹੀਂ। ਤਾਂ ਕ੍ਰਿਸ਼ਨ ਮਹਾਰਾਜ ਨੇ ਅੱਖਾਂ ਮੀਟੀਆਂ। ਅਰਜਨ ਕਹਿੰਦਾ ਅਸੀਂ ਤਾਂ ਅੱਖਾਂ ਤੁਹਾਡੇ ਲਈ ਮੀਟਦੇ ਹਾਂ, ਤੁਹਾਡੇ 'ਚ ਧਿਆਨ ਰੱਖਦੇ, ਤੁਸੀਂ ਅੱਖਾਂ ਕਿਹਦੇ ਲਈ ਮੀਟਦੇ? ਕ੍ਰਿਸ਼ਨ ਮਹਾਰਾਜ ਕਹਿੰਦੇ ਸਾਡਾ ਇੱਕ ਭਗਤ ਆ, ਉਹਨੇ 15 ਦਿਨ ਤੋਂ ਪਾਣੀ ਨਹੀਂ ਪੀਤਾ। ਕਹਿੰਦਾ ਅੱਛਾ, ਮੇਰੇ ਤੋਂ ਵੀ ਬੜਾ ਕੋਈ ਭਗਤ ਹੈ? ਹਾਂ ਮਹਾਰਾਜ ਕਹਿੰਦੇ ਅੱਠੇ ਪੈਰ ਸਾਡੇ ਚਰਨਾਂ 'ਚ ਸੁਰਤ ਰੱਖਦਾ, ਮੈਨੂੰ ਉਹਦੇ ਦਰਸ਼ਨ ਕਰਾਓ। ਦਰਸ਼ਨ ਕਰਾਉਣ ਗਏ ਅਤੇ ਬੱਬਰ ਸ਼ੇਰ ਬੈਠਾ ਸੀ ਅਤੇ ਕੋਟ ਝਰਨਾ ਵਹਿੰਦਾ ਸੀ, 15 ਦਿਨ ਤੋਂ ਥਿਆਇਆ ਬੈਠਾ ਸੀ। ਕਹਿੰਦਾ ਜਿਸ ਜੀਭ ਨਾਲ ਇੱਕ ਮਿੰਟ ਵੀ ਜੇ ਨਾਮ ਜਪਣਾ ਛੱਡੂੰਗਾ ਤਾਂ ਮੈਂ ਪਾਣੀ ਨਹੀਂ ਪੀ ਸਕਦਾ। ਪਾਣੀ ਪੀਣ ਵੇਲੇ ਮੇਰਾ ਸਵਾਸ ਟੁੱਟ ਜਾਂਦੇ, ਸਵਾਸ ਰੁਕ ਜਾਂਦੇ। ਤੂੰ ਇਹਦੇ ਕੰਨਾਂ 'ਚ ਜਾ ਕੇ ਪਰਮਾਤਮਾ ਦਾ ਨਾਮ ਜਪੇ, ਉੱਠ ਕੇ ਪਾਣੀ ਪੀ ਲਊਗਾ। ਅਰਜਨ ਨੇ ਉਹਦੇ ਕੰਨਾਂ 'ਚ ਪਰਮਾਤਮਾ ਦਾ ਨਾਮ ਜਪਣਾ ਚਾਲੂ ਕੀਤਾ ਤਾਂ ਉਹ ਉੱਠ ਕੇ ਸ਼ੇਰ ਗਿਆ, ਪਾਣੀ ਪੀ ਕੇ ਆ ਕੇ ਫਿਰ ਆਸਣ 'ਤੇ ਬੈਠ ਗਿਆ। ਸੋ ਅਰਜਨ ਨੇ ਵੀ ਉਹਨੂੰ ਨਮਸਕਾਰ ਕੀਤੀ, ਧੰਨ ਮਹਾਰਾਜ। ਕਹਿੰਦੇ ਇਹ ਸਾਡੇ 'ਚ ਧਿਆਨ ਰੱਖਦਾ ਸੀ, ਇਹਦੇ 'ਚ ਧਿਆਨ ਰੱਖਦੇ। ਰੱਬ ਕੋਈ ਵਿਹਲਾ ਥੋੜ੍ਹੀ ਵੀ ਸਾਰੀ ਦੁਨੀਆ 'ਚ ਧਿਆਨ ਰੱਖਦਾ ਫਿਰੇ। ਰੱਬ ਨਾਲ ਜਿੰਨਾ ਕੋਈ ਪਿਆਰ ਕਰੂ, ਰੱਬ ਵੀ ਓਨਾ ਹੀ ਪਿਆਰ ਕਰੂਗਾ। ਜਿਹੜੇ ਰੱਬ 'ਚ ਅੱਠ ਪੈਰ ਧਿਆਨ ਜੋੜਦੇ ਆ, ਪਰਮਾਤਮਾ ਵੀ ਉਹਨਾਂ 'ਚ ਧਿਆਨ ਆਪਣੀ ਰੱਖਦਾ ਹੈ। ਜਿਹੜੇ ਮਸਤ ਹੋ ਜਾਂਦੇ ਰੱਬ ਦੇ ਧਿਆਨ ਵਿੱਚ, ਆਪਣੇ ਸਰੀਰ ਨੂੰ ਭੁੱਲ ਜਾਂਦੇ, ਖਾਣਾ ਪੀਣਾ ਸੌਣਾ ਭੁੱਲ ਜਾਂਦੇ ਆ। ਜਿਵੇਂ ਕਿਸੇ ਮਾਤਾ ਪਿਤਾ ਦਾ ਪੁੱਤਰ ਮਸਤ ਪੈਦਾ ਹੋਵੇ ਤਾਂ ਜਿਹੜੇ ਤਾਂ ਆਪਣੀ ਹੋਸ਼ ਸੰਭਾਲ ਲੈਂਦੇ, ਉਹਨਾਂ ਦਾ ਉਹ ਧਿਆਨ ਨਹੀਂ ਦਿੰਦੇ, ਫਿਰ ਉਹ ਤਕੜੇ ਹੋ ਜਾਂਦੇ ਆ। ਜਿਹੜਾ ਮਸਤ ਹੁੰਦਾ ਵਿਚਾਰਾ, ਉਹਨੂੰ ਆਪਣਾ ਨਹੀਂ ਸਰੀਰ ਦਾ ਪਤਾ ਹੁੰਦਾ, ਤਾਂ ਉਹਨੂੰ ਖਾਸ ਖਿਆਲ ਰੱਖਦੇ ਮਾਂ ਪਿਓ। ਇਸ ਤਰ੍ਹਾਂ ਹੀ ਪਰਮਾਤਮਾ ਆਪਣੇ ਪਿਆਰੇ ਭਗਤਾਂ ਦਾ ਖਾਸ ਖਿਆਲ ਰੱਖਦਾ ਹੈ। ਸੋ ਸਦਾ ਆਨੰਦ ਇੱਕ ਰਸ ਪ੍ਰਾਪਤ ਲੈਣ ਵਾਸਤੇ ਭਾਈ ਗੰਡਾ ਸਿੰਘ ਜੀ ਮਹਾਰਾਜ ਜੀ ਕੋਲ ਜਦੋਂ ਗਿਆ ਅਤੇ ਮਹਾਰਾਜ ਵੀ ਉਹਦਾ ਹੀ ਨਾਮ ਜਪਦੇ, ਕਿਉਂਕਿ ਅੱਠੇ ਪੈਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਜਪਦਾ ਅਤੇ ਉਹਨਾਂ ਦੇ ਚਰਨਾਂ 'ਚ ਧਿਆਨ ਰੱਖਦਾ ਆ। ਅਤੇ ਈਰਖਾ ਵਾਲੇ ਸਿੱਖ ਉਦੋਂ ਵੀ ਸੀ, ਅੱਜ ਵੀ ਆ। ਉਹ ਈਰਖਾ ਕਰਨ ਲੱਗ ਪਏ, ਜੀ ਇਹ ਕੱਲ੍ਹ ਆਇਆ, ਇਹਦਾ ਹੀ ਨਾਮ ਮਹਾਰਾਜ ਜਪੀ ਜਾਂਦੇ ਆ। ਉਹ ਕਹਿੰਦੇ ਇਹਨੂੰ ਦੜਾਈਏ ਕਿਸ ਤਰ੍ਹਾਂ? ਫਿਰ ਉਹਨਾਂ ਨੇ ਕਿਹਾ ਇਹ ਵਿਚਾਰਾ ਭੋਲਾ ਹੁੰਦਾ, ਭੋਲੇ ਭਾਵੇਂ ਲੈ ਰਗੜਾਇਆ। ਭੋਲਿਆਂ ਨੂੰ ਰੱਬ ਮਿਲਦਾ, ਚਲਾਕੀ ਨਾਲ ਨਹੀਂ ਮਿਲਦਾ। ਇਹ ਮਨ ਚੰਚਲ ਚਤਰਾਈ ਕਿਰਨ ਨਾ ਪਾਏ। ਚਲਾਕੀਆਂ ਨਾਲ ਮਾਇਆ ਤਾਂ ਇਕੱਠੀ ਹੋ ਸਕਦੀ ਹੈ, ਝੂਠ ਬੋਲ ਬੋਲ ਕੇ, ਪਾਪ ਕਮਾ ਕੇ। ਮਹਾਰਾਜ ਕਹਿੰਦੇ ਮੇਰੇ ਪਾਪਾਂ ਬਾਝੋਂ ਮਾਇਆ ਇਕੱਠੀ ਨਹੀਂ ਹੁੰਦੀ, ਪਰ ਚਲਾਕੀਆਂ ਨਾਲ ਰੱਬ ਕਦੇ ਨਹੀਂ ਮਿਲਦਾ। ਚਲਾਕੀਆਂ ਨਾਲ ਨਹੀਂ, ਭੋਲੇ ਭਾਅ ਮਿਲਦਾ ਹੈ। ਭੋਲੇ ਰੱਬ ਦੇ ਪਿਆਰੇ ਹੁੰਦੇ ਹੀ ਭੋਲੇ। ਸੋ ਸਾਧ ਸੰਗਤ ਜੀ, ਉਹ ਭੋਲਾ ਸੀ, ਉਹਨੂੰ ਕਹਿੰਦੇ ਸਾਨੂੰ ਕਥਾ ਸੁਣਾ ਦੇ। ਕਥਾ ਸੁਣਾਉਣ ਲੱਗ ਪਿਆ। ਇੱਕ ਸ਼ਰਾਰਤੀ ਸੀ, ਉਹਨੇ ਜਾ ਕੇ ਸਬਜ਼ੀ ਦਾਲ 'ਚ ਜ਼ਿਆਦਾ ਸਾਰੀ ਮਿਰਚ ਸਿੱਟਤੀ, ਇੱਕ ਨੇ ਲੂਣ ਸਿੱਟਤਾ। ਉਹ ਉਦੋਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਤੱਖ ਬੈਠੇ ਸੀ, ਸਮਝਦੇ ਸੀ ਖਨੀ ਗੁਰੂ ਸਾਹਿਬ ਨੂੰ ਕੁਛ ਪਤਾ ਨਹੀਂ। ਅੱਜ ਵੀ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਬੈਠੇ ਆ, ਪਰ ਲੋਕ ਇਸ ਤਰ੍ਹਾਂ ਮੱਥਾ ਟੇਕ ਕੇ ਝੂਠ ਵੀ ਬੋਲ ਲੈਂਦੇ ਹਜ਼ੂਰੀ 'ਚ। ਉਹ ਸਮਝਦੇ ਵੀ ਖਨੀ ਗੁਰੂ ਸਾਹਿਬ ਨੂੰ ਪਤਾ ਨਹੀਂ ਕੁਝ ਵੀ। ਅੱਜ ਵੀ ਲੋਕਾਂ ਰਾਮ ਖਿਲਾਉਣਾ ਜਾਣਾ, ਅਤੇ ਉਦੋਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਖਿਲਾਉਣਾ ਹੀ ਸਮਝਦੇ ਸੀ। ਅੱਜ ਵੀ ਗੁਰੂ ਗ੍ਰੰਥ ਸਾਹਿਬ ਨੂੰ ਬੜੇ ਲੋਕ ਖਿਲਾਉਣਾ ਹੀ ਸਮਝਦੇ ਆ।
ਸਾਧ ਸੰਗਤ ਜੀ, ਰੱਬ ਕਦੇ ਖਿਲਾਉਣਾ ਨਹੀਂ ਹੁੰਦਾ। ਰੱਬ ਤੋਂ ਕਦੇ ਕੁਝ ਲੁਕਿਆ ਨਹੀਂ ਹੁੰਦਾ। ਉਹ ਸਭ ਕੁਝ ਜਾਣਦਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸੋ ਜਦੋਂ ਸ਼ਿਕਾਇਤ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਪਹੁੰਚੀ ਕਿ ਆਪ ਜੀ ਦੇ ਸਿੱਖ ਨੇ ਜ਼ਿਆਦਾ ਮਿਰਚਾਂ ਪਾਤੀਆਂ, ਲੂਣ ਪਾਤੀਆਂ, ਮਹਾਰਾਜ ਕਹਿੰਦੇ ਦੇਖ ਕੇ ਆਡਿਟ ਕੀਤਾ। ਉਹਦੇ ਵਿੱਚ ਇਹ ਸਮਰੱਥਾ ਸੀ। ਉਹ ਕਹਿੰਦਾ ਉਹਨੇ ਸਾਰਿਆਂ ਦੇ ਅਵਗੁਣ ਲੁਕੋ ਲਏ। ਕਹਿੰਦਾ ਹੋ ਸਕਦਾ ਮਹਾਰਾਜ ਮੇਰੇ ਤੋਂ ਜ਼ਿਆਦਾ ਲੂਣ ਅਤੇ ਮਿਰਚਾਂ ਪੈ ਗਈਆਂ, ਜਦ ਕਿ ਪਾਈਆਂ ਤਾਂ ਸ਼ਰਾਰਤੀਆਂ ਸੀ। ਉਹ ਕਹਿ ਸਕਦਾ ਸੀ ਇਹ ਸ਼ਰਾਰਤੀ ਲੋਕਾਂ ਨੇ ਪਾਈ ਹੈ ਮੈਨੂੰ ਭਜਾਉਣ ਵਾਸਤੇ, ਪਰ ਉਹਨੇ ਆਪਣੀ ਸਫਾਈ ਨਹੀਂ ਦਿੱਤੀ। ਮਹਾਰਾਜ ਵੀ ਜਾਣ ਸੀਗੇ। ਸੋ ਕਹਿੰਦੇ ਤੂੰ ਕੋਈ ਹੋਰ ਸੇਵਾ ਕਰ ਲਾ। ਕਹਿੰਦਾ ਠੀਕ ਹੈ ਮਹਾਰਾਜ, ਮੈਂ ਦਾਲ ਸਬਜ਼ੀ ਨਹੀਂ ਬਣਾਉਂਦਾ, ਮੈਂ ਝਾੜੂ ਪੋਚੇ ਲਾ ਲਿਆ ਕਰੋ। ਝਾੜੂ ਪੋਚੇ ਲਾਉਣ ਲੱਗ ਪਿਆ। ਉਹ ਬੜੇ ਚਲਾਕ ਸੀ। ਕਹਿੰਦੇ ਸੇਵਾ ਹੀ ਬਦਲੀ ਤਾਂ ਫਿਰ ਨਹੀਂ ਕਰ ਗਿਆ। 15 ਦਿਨ ਹੀ ਫਿਰ ਮੀਟਿੰਗ ਕੀਤੀ। ਫਿਰ ਕਹਿਣ ਲੱਗੇ ਇਸ ਤਰ੍ਹਾਂ ਕਰਦੇ ਹਾਂ, ਇਹ ਲੰਗਰ ਛਕਣ ਤਾਂ ਸਾਡੇ ਕੋਲ ਹੀ ਆਊ। ਲਾਂਗਰੀ ਨੂੰ ਕਹਿੰਦੇ ਕਹਿ ਦੇਈਂ ਕਿ ਅੱਜ ਪ੍ਰਸ਼ਾਦੇ ਮੁੱਕ ਗਏ, ਦਾਲ ਮੁੱਕ ਗਈ, ਸੁੱਕੇ ਪ੍ਰਸ਼ਾਦੇ ਬਚੇ। ਹੁਣ ਵੀ ਗੁਰਦੁਆਰਿਆਂ 'ਚ ਲੰਗਰ ਬਚ ਜਾਂਦਾ, ਕਿਸੇ ਗਰੀਬ ਦੇ ਮੂੰਹ 'ਚ ਨਹੀਂ ਪਾਉਂਦੇ ਅਤੇ ਉਹ ਸਕਾ ਵੇਚਦੇ ਆ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਉਹਨੂੰ ਸੁੱਕੇ 2 ਰੋਟੀਆਂ ਜਿਹੜੀਆਂ ਛੱਤ 'ਤੇ ਸਕਾਈਆਂ ਸੀ ਉਹ ਦੇਤੀਆਂ। ਉਹਨੂੰ ਦਾਲ ਸਬਜ਼ੀ ਦੇਣੋਂ ਹਟ ਗਏ। ਉਹਨੂੰ ਪਤਾ ਸਾਰਾ ਸੀ, ਪਰ ਉਹ ਰੌਲਾ ਨਹੀਂ ਪਾਇਆ। ਕਹਿੰਦਾ ਜੋ ਦੇਹ ਸੋ ਖਾਈ। ਉਹ ਸੁੱਕੇ ਪ੍ਰਸ਼ਾਦਿਆਂ ਨੂੰ ਕੁੱਟ ਕੇ ਵਿੱਚ ਪਾਣੀ ਪਾ ਕੇ ਸਰਦਾਈ ਬਣਾ ਕੇ ਪੀਣ ਲੱਗ ਪਿਆ। ਸਰੀਰ ਨੂੰ ਵਿਟਾਮਿਨ ਨਾ ਮਿਲਣ ਕਰਕੇ ਸਰੀਰ ਕਮਜ਼ੋਰ ਹੋਣਾ ਚਾਲੂ ਹੋ ਗਿਆ। ਇੱਕ ਦਿਨ ਉਹਨੂੰ ਚੱਕਰ ਆਏ ਅਤੇ ਪੋਚਾ ਝਾੜੂ ਲਾਉਂਦੇ ਡਿੱਗ ਪਿਆ। ਕੂਹਣੀਆਂ ਛਿੱਲ ਹੋ ਗਈਆਂ, ਗੋਡੇ ਛਿੱਲ ਗਏ, ਪੱਟੀਆਂ ਬੰਨ੍ਹਤੀਆਂ, ਉਹ ਮੰਜੇ 'ਤੇ ਪੈ ਗਿਆ। ਮਹਾਰਾਜ ਕਹਿੰਦੇ ਅੱਜ ਸਾਡਾ ਸਿੱਖ ਨਹੀਂ ਸਾਨੂੰ ਦੀਦਾ, ਭਾਈ ਗੰਡਾ ਸਿੰਘ ਜੀ ਨੂੰ ਲਿਆ ਕੇ ਆਓ। ਉਹਨੂੰ 2 ਜਾਣੇ ਨੇ ਬਾਹਾਂ ਤੋਂ ਚੁੱਕਿਆ, ਜੋੜਾਂ ਨੇ ਲੱਤਾਂ 'ਤੇ ਚੁੱਕਿਆ ਅਤੇ ਚੁੱਕੀ ਆਉਣ ਡਏ ਸੀ। ਮਹਾਰਾਜ ਨੇ ਪੱਟਾਂ 'ਤੇ ਵਿਛਾ ਕੇ ਜਿੱਦਾਂ ਖਾਸ ਪਿਆਰ ਕਰਨ ਲੱਗ ਪਏ। ਮਹਾਰਾਜ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਮਹਾਰਾਜ ਨੇ ਸਿਰ 'ਤੇ ਹੱਥ ਫੇਰਿਆ। ਕਹਿੰਦੇ ਸੁੰਦਰ ਚੋੜਾ ਲਿਆਓ, ਸੁੰਦਰ ਦਸਤਾਰ ਸਜਾਓ। ਅੱਜ ਇਹ ਮੇਰਾ ਰੂਪ ਹੋ ਗਿਆ, ਜਿੱਥੇ ਜਾਊ ਸਿੱਖੀ ਪੈਦਾ ਹੋਊਗੀ। ਕਿਉਂਕਿ ਇਹਨੇ ਆਪਣਾ ਆਪ ਮਾਰਿਆ, ਇਹਨੂੰ ਸਭ ਕੁਝ ਪਤਾ ਸੀ, ਪਰ ਇਹਨੇ ਕਦੇ ਨਹੀਂ ਕਿਸੇ ਨੂੰ ਮਾੜਾ ਕਿਹਾ। ਸਾਰੇ ਲੋਕ ਇੱਥੋਂ ਈਰਖਾ ਕਰਦੇ ਸੀ। ਸੋ ਅੱਜ ਤੈਨੂੰ ਉਹ ਰਸ ਪ੍ਰਾਪਤ ਅਸੀਂ ਹੋ ਗਿਆ। ਜਦ ਮਹਾਰਾਜ ਨੇ ਸਿਰ 'ਤੇ ਹੱਥ ਫੇਰਿਆ ਵੀ ਹੁਣ ਕਦੇ ਰਸ ਟੁੱਟੂਗਾ ਨਹੀਂ। ਸਦਾ ਆਨੰਦ ਰਹਿ ਦਿਨ ਰਾਤੀ, ਗੁਣਵੰਤਿਆ ਪਾਛਾਰ। ਸਾਧ ਸੰਗਤ ਜੀ, ਆਪ ਗਵਾਇਆ ਜਿਸ ਵੇਲੇ ਆਪ ਹੰਕਾਰ ਗਵਾਇਆ, ਹਉਮੈ ਗਵਾਈ ਆਪਣੇ ਵਿੱਚੋਂ। ਕਿਸੇ ਨੂੰ ਸ਼ਕਲ ਦਾ ਹੰਕਾਰ, ਕਿਸੇ ਨੂੰ ਵਿੱਦਿਆ ਦਾ ਹੰਕਾਰ, ਕਿਸੇ ਨੂੰ ਨੌਕਰੀਆਂ ਅਹੁਦਿਆਂ ਦਾ ਹੰਕਾਰ, ਕਿਸੇ ਨੂੰ ਮਾਇਆ ਦਾ ਹੰਕਾਰ, ਕਿਸੇ ਨੂੰ ਭਗਤੀ ਦਾ ਹੰਕਾਰ, ਕਿਸੇ ਨੂੰ ਸੇਵਾ ਦਾ ਹੰਕਾਰ, ਕਿਸੇ ਨੂੰ ਸਿਮਰਨ ਦਾ ਹੰਕਾਰ। ਜਦ ਸਾਰੇ ਹੰਕਾਰ ਚਲੇ ਗਏ ਅਤੇ ਫਿਰ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਜਦੋਂ ਕਹਿ ਦੇਣਾ ਕਿ ਮਹਾਰਾਜ ਦੀ ਕਿਰਪਾ ਹੀ ਕਿਰਪਾ ਹੈ, ਮੈਂ ਤਾਂ ਕੁਛ ਨਹੀਂ ਹਾਂ, ਨਾ ਸਰੀਰ ਕਰਕੇ ਮੈਂ ਨਾ ਹੀ ਕਿਛੋ, ਨਾ ਹੀ ਕਿਛਾਏ ਨਾ ਮੋਰਾ ਅਵਸਰ ਲੱਜਾ ਰਾਖ ਲਿਓ ਸਦਨਾ ਜੰਤੁਰਾ। ਸਦਨਾ ਕਸਾਈ ਸੀ। 7 ਵਾਰ ਇਹਨੇ ਬੱਕਰੇ ਵੱਢੇ ਅਤੇ ਬੱਕਰੇ ਨੇ ਵੀ 7 ਵਾਰ ਇਹਨੂੰ ਵੱਢਿਆ। ਮਹਾਰਾਜ ਕਹਿੰਦੇ ਜਿਹੜੇ ਕੁਕੜੀ ਖਾਂਦੇ, ਜਿਹੜੇ ਮੁਰਗੇ ਖਾਂਦੇ, ਬੱਕਰੇ ਖਾਂਦੇ, ਉਹਨਾਂ ਨੂੰ ਫਿਰ ਉਹ ਬੱਕਰੇ ਮੁਰਗਿਆਂ ਨੂੰ ਰੱਬ ਬੰਦਾ ਬਣਾ ਕੇ ਉਹ ਵੀ ਫਿਰ ਉਹਨਾਂ ਨੂੰ ਬੱਕਰੇ ਬਣਾ ਦਿੰਦਾ ਅਤੇ ਉਹ ਫਿਰ ਉਹਨਾਂ ਨੂੰ ਖਾਂਦੇ। ਅਸੀਂ ਵਿੱਚੋਂ ਕੀ ਲੈਣਾ, ਖਾਣ ਵਾਲੇ ਖਾਈ ਜਾਂਦੇ। ਉਹ ਮੁਰਗੇ ਬੱਕਰੇ ਬਣੀ ਜਾਂਦੇ, ਮੁਰਗੇ ਬੱਕਰੇ ਬੰਦੇ ਬਣੀ ਜਾਂਦੇ, ਇੱਕ ਦੂਜੇ ਨੂੰ ਵੱਢੀ ਜਾਂਦੇ। ਇਹ ਸਿਲਸਿਲਾ ਆ। ਸਦਨੇ ਕਸਾਈ ਦੇ ਮੂਹਰੇ ਬੱਕਰਾ ਬੋਲ ਪਿਆ, ਕਹਿੰਦਾ 7 ਵਾਰ ਤੂੰ ਮੈਨੂੰ ਵੱਢਿਆ, 7 ਵਾਰ ਮੈਂ ਤੇਰੇ ਜਨਮ 'ਚ ਗਿਆ, ਬੰਦਾ ਬਣ ਕੇ ਮੈਂ ਤੈਨੂੰ ਵੱਢਿਆ, ਹੁਣ ਤੇਰਾ ਮੇਰਾ ਹਿਸਾਬ ਬਣਦਿਆ। ਅਤੇ ਫਿਰ ਉਹਨੇ ਗੜਾਸਾ ਸਿੱਟਤਾ ਅਤੇ ਇੱਕੋ ਹੀ ਸ਼ਬਦ ਬਾਣੀ ਅੰਦਰ ਆਉਂਦਾ, ਮੈਂ ਨਾ ਹੀ ਕਿਛਾ, ਨਾ ਹੀ ਕਿਛਾਏ ਨਾ ਮੋਰਾ ਅਵਸਰ ਲੱਜਾ ਰਾਖ ਲਿਓ ਸਦਨਾ ਜੰਤੁਰਾ। ਸਾਧ ਸੰਗਤ ਜੀ, ਫਿਰ ਉਸ ਵਿੱਚ ਉਹਨੂੰ ਗਿਆਨ ਹੋ ਗਿਆ, ਰੱਬ ਦੇ ਦਰਸ਼ਨ ਹੋ ਗਏ। ਸੋ ਇਸ ਤਰ੍ਹਾਂ ਹੰਕਾਰ ਜਿਨ੍ਹਾਂ ਨੇ ਗਵਾਤਾ, ਦੂਰ ਕੀਤਾ, ਤਾਂ ਰਾਤ ਦਿਨੇ ਉਹਨਾਂ ਨੂੰ ਇੱਕ ਆਨੰਦ ਪ੍ਰਾਪਤ ਹੋਇਆ। ਸੋ ਆਓ ਅਗਲੀ ਪੰਕਤੀ ਦੇ ਅਰਥ ਕਰੀਏ। ਮਨ ਮੋਹ ਚੁਕਾਇਆ ਜਾ ਤਿਸ ਭਾਇਆ, ਕਰ ਕਿਰਪਾ ਘਰ ਆਓ। ਜਾਂ ਮਨ ਵਿੱਚੋਂ ਮੋਹ ਨੂੰ ਚੁਕਾਇਆ, ਦੂਰ ਕੀਤਾ, ਤਾਂ ਤਿਸ ਪਰਮਾਤਮਾ ਨੂੰ ਭਾ ਗਿਆ। ਅਤੇ ਇਸ ਤਰ੍ਹਾਂ ਬੇਨਤੀ ਕੀਤੀ। ਇਹ ਮੋਹ ਰੂਪੀ ਚਿੱਕੜ ਆ। ਕਦੇ ਪੈਸਿਆਂ ਨਾਲ ਪਿਆਰ, ਕਦੇ ਦੁਨੀਆ ਪਦਾਰਥਾਂ ਨਾਲ ਪਿਆਰ, ਕਦੇ ਧੀ ਪੁੱਤ ਨਾਲ ਪਿਆਰ। ਇਹ ਜਿਹੜੇ ਮੋਹ ਪੰਖ ਜੋ ਮੋਹ ਪੱਗ ਨਹੀਂ ਚਾਲੈ ਹਮ ਦੇਖਾ ਤਾਂ ਡੂਬੀ ਵਾਲੇ, ਇਹ ਮਾਇਆ ਦੇ ਮੋਹ ਵਿੱਚ ਜਿਹੜਾ ਜੀਵ ਫਸਿਆ ਹੈ, ਇਹਨੂੰ ਜਦੋਂ ਦੂਰ ਕੀਤਾ ਤਾਂ ਇਸ ਪਰਮਾਤਮਾ ਨੂੰ ਭਾ ਗਿਆ, ਫਿਰ ਚੰਗਾ ਲੱਗਣ ਲੱਗਾ। ਇਸ ਤਰ੍ਹਾਂ ਬੇਨਤੀ ਕੀਤੀ ਹੈ ਪ੍ਰਭੂ, ਉਹ ਬ੍ਰਹਮ ਅਵਸਥਾ ਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਲੇਪ। ਚਿੱਕੜ 'ਚ ਰਹਿੰਦਾ ਹੋਇਆ ਕਮਲ ਦਾ ਫੁੱਲ ਵੱਖਰਾ ਹੀ ਹੁੰਦਾ ਹੈ। ਸੋ ਇਸ ਤਰ੍ਹਾਂ ਮਹਾਰਾਜ ਮੋਹ ਰੂਪੀ ਚੁੱਕੜ ਜਿਨ੍ਹਾਂ ਨੇ ਪਰੇ ਕਰਤਾ ਪਰਮਾਤਮਾ ਦੇ ਪਿਆਰਿਆਂ ਨੇ, ਉਹ ਸਾਧ ਹੋ ਗਏ, ਬ੍ਰਹਮ ਗਿਆਨੀ ਹੋ ਗਏ। ਇਹ ਪ੍ਰਭੂ ਕਿਰਪਾ ਕਰਕੇ ਆਪ ਮੇਰੇ ਅੰਤঃਕਰਨ ਰੂਪ ਘਰ ਵਿੱਚ ਆ ਕੇ
ਪ੍ਰਾਪਤ ਹੋ, ਮੇਰੇ ਦਿਲ ਵਿੱਚ ਵਸੋ, ਮੇਰੇ ਦਿਲ ਵਿੱਚ ਤੁਹਾਡਾ ਨਾਮ ਵਸ ਜਾਏ, ਸੋ ਮੇਰੇ 'ਤੇ ਕਿਰਪਾ ਕਰੋ। ਪਰਮਾਤਮਾ ਨੇ ਆਕਾਸ਼ ਬਾਣੀ ਦੁਆਰਾ ਕਿਹਾ, ਮੇਰੀ ਪ੍ਰਸੰਨਤਾ ਵਾਸਤੇ ਤੂੰ ਕੋਈ ਸਾਧਨ ਵੀ ਕੀਤਾ ਹੈ ਜਾਂ ਨਹੀਂ? ਮੈਂ ਪ੍ਰਸੰਨ ਹੋਵਾਂ ਤਾਂ ਹੀ ਮੈਂ ਤੇਰੇ 'ਤੇ ਕਿਰਪਾ ਕਰੂੰਗਾ। ਜਿਹੜਾ ਬੱਚਾ ਮਾਤਾ ਪਿਤਾ ਦੀ ਆਗਿਆ ਹੁਕਮ 'ਚ ਚੱਲੇ, ਉਹਦੇ ਹਰ ਵਚਨ ਨੂੰ ਮੰਨੇ, ਅਤੇ ਮਾਤਾ ਪਿਤਾ ਵੀ ਉਹ ਤੋਂ ਹੀ ਖੁਸ਼ ਹੁੰਦੇ ਆ। ਸੋ ਇਸ ਤਰ੍ਹਾਂ ਪਰਮਾਤਮਾ ਆਪਣੇ ਭਗਤਾਂ ਤੋਂ ਤਾਂ ਹੀ ਖੁਸ਼ ਹੁੰਦਾ ਜਿਹੜੇ ਭਗਤ ਉਹਦੇ ਵਚਨ ਨੂੰ ਮੰਨਦੇ ਆ, ਜਿਹੜੇ ਭਗਤ ਸੇਵਾ ਅਤੇ ਸਿਮਰਨ ਕਰਕੇ ਉਹਨੂੰ ਖੁਸ਼ ਕਰਦੇ ਆ, ਫਿਰ ਉਹਨਾਂ 'ਤੇ ਉਹ ਕਿਰਪਾ ਕਰਦਾ ਹੈ। ਸਾਰਿਆਂ 'ਤੇ ਨਹੀਂ ਕਰਦਾ ਭਾਈ, ਪਹਿਲਾਂ ਕਰਮ ਸੁਧਾਰਨੇ ਪੈਂਦੇ ਆ, ਸੰਗਤ ਵਿੱਚ ਆਉਣਾ ਪੈਂਦਾ। ਸਿੱਖੀ ਦੇ 2 ਥੰਮ ਆ, ਸੇਵਾ ਅਤੇ ਸਿਮਰਨ, ਉਹ ਕਰਨਾ ਪੈਂਦਾ। ਸੋ ਇਸ ਤਰ੍ਹਾਂ ਇਹ ਗੱਲ ਸੁਣ ਕੇ ਜਗਿਆਸੂ ਰੂਪ ਸਖੀ ਨੇ ਕਿਹਾ, ਬਹੁਤੇ ਵੇਸ ਕਰੀ ਫਿਰ ਬੱਝ ਹੋ, ਮਹਿਲੀ ਲਹਾ ਨਾ ਥਾਓ। ਇਹ ਪਤੀ ਪਰਮਾਤਮਾ, ਤੇਰੀ ਕਿਰਪਾ ਤੋਂ ਬਿਨਾਂ ਮੈਂ ਵੇਸ ਸਾਧਨ ਤਾਂ ਬਹੁਤ ਕੀਤੇ ਹਨ, ਪਰ ਹੰਕਤਾ ਦੇ ਸਹਿਤ ਕੀਤੇ ਹਨ, ਹੰਕਾਰ ਦੇ ਸਹਿਤ ਮੈਂ ਸਾਰੇ ਸਾਧਨ ਕੀਤੇ ਹਨ। ਕਿਉਂਕਿ ਮੈਂ ਸੇਵਾ ਵੀ ਕਰਦਾ ਸੀ ਹੰਕਾਰ ਵਿੱਚ, ਸਿਮਰਨ ਵੀ ਕਰਦਾ ਸੀ ਹੰਕਾਰ ਵਿੱਚ, ਇਸ ਕਰਕੇ ਮੈਂ ਮਹਿਲੀ ਜਗਿਆਸੂ ਨੇ ਮਹਿਲੀ ਸਰੂਪ ਵਿੱਚ ਥਾਂ ਨਹੀਂ ਲਿੱਤੀ। ਇਸ ਕਰਕੇ ਮਹਾਰਾਜ ਮੈਂ ਤੁਹਾਡੇ ਦਿਲ 'ਚ ਕੋਈ ਥਾਂ ਨਹੀਂ ਬਣਾ ਸਕਿਆ। ਮੈਂ ਤਾਂ ਸਤਸੰਗ ਵਿੱਚ ਵੀ ਜਾਂਦਾ ਸੀ, ਗੁਰਦੁਆਰੇ ਵੀ ਜਾਂਦਾ ਸੀ, ਹੰਕਾਰ ਨਾਲ ਜਾਂਦਾ ਸੀ। ਆਹ ਲੋਕ ਜਾਂਦੇ ਨਹੀਂ ਜੀ, ਮੈਂ ਹੀ ਜਾਂਦਾ ਹਾਂ। ਅਤੇ ਸਿਮਰਨ ਵੀ ਕਰਨਾ, ਕਹਿਣਾ ਮੈਂ ਕਰਦਾ, ਹੋਰ ਤਾਂ ਕਰਦੇ ਨਹੀਂ। ਸੇਵਾ ਕਰਨੀ, ਉੱਥੇ ਹੰਕਾਰ ਦਿਖਾਉਣਾ, ਮੇਰੇ ਵਰਗਾ ਸੇਵਾ ਕਰਨ ਵਾਲਾ ਕੋਈ ਨਹੀਂ। ਸੋ ਮਹਾਰਾਜ ਇਸ ਕਰਕੇ ਮੈਂ ਤਾਂ ਆਪਗੁਣਾਂ ਦਾ ਭਰਿਆ ਹਾਂ। ਅਬ ਆਪਗੁਣ ਭਰੇ ਇੱਕ ਗੁਣ ਨਾਹੀਂ, ਅੰਮ੍ਰਿਤ ਛਾੜ ਵੇਖਿਆ ਬਿਖ ਕਾਹੀ। ਸੋ ਜਗਿਆਸੂ ਨੇ ਇਹ ਵਚਨ ਕਹੇ, ਮਹਾਰਾਜ ਦਾ ਵਚਨ ਆ, ਹਾਰ ਡੋਰ ਰਸ ਪਾਠ ਪਟੰਬਰ ਫਿਰ ਲੋੜੀ ਸੀ ਗਾਰੀ। ਜਿਸ ਵੇਲੇ ਮੈਂ ਫਿਰ ਪਤੀ ਪਰਮਾਤਮਾ ਨੂੰ ਲੋੜੀ ਚਾਹਿਆ, ਅਥਵਾ ਪਤੀ ਪਰਮਾਤਮਾ ਨੇ ਮੈਨੂੰ ਚਾਹਿਆ, ਤਾਂ ਹਰ ਹਰ ਦੇ ਉਚਾਰਨ ਰੂਪ ਹਾਰ ਡੋਰ ਬਿਰਤੀ ਲਗਾਉਣੀ, ਪਰਮਾਤਮਾ ਦੇ ਨਾਮ ਨੂੰ ਜਪਣ ਵਾਲੀ ਮਾੜਾ ਮੈਨੂੰ ਬਖਸ਼ੀ। ਰਸ ਪਾਠ ਪ੍ਰੇਮ ਰੂਪੀ ਬਸਤਰ ਅਤੇ ਗਿਆਨ ਰੂਪੀ ਪਟੰਬਰ ਰੇਸ਼ਮੀ ਬਸਤਰ ਇਤਿਆਦਿਕ ਸਿੰਗਾਰਾਂ ਨਾਲ ਮੈਨੂੰ ਪਰਮਾਤਮਾ ਨੇ ਸਿੰਗਾਰਨਾ ਕਰਤਾ। ਪਰਮਾਤਮਾ ਨੇ ਮੈਨੂੰ ਚਾਹਿਆ, ਜਿੱਥੇ ਜਿਨ ਕੋ ਨਦਰ ਕਰਮ ਤਿਨ ਕਾਰ, ਜਿੱਥੇ ਮਿਹਰ ਭਰੀ ਨਿਗਾਹ ਗੁਰੂ ਨਾਨਕ ਸਾਹਿਬ ਪਰਮਾਤਮਾ ਸਿੱਟਦਾ, ਉਹਨੂੰ ਹੀ ਸੇਵਾ ਸਿਮਰਨ ਬਖਸ਼ਦਾ, ਉਹਦੇ ਅਵਗੁਣ ਕੱਢ ਦਿੰਦਾ। ਸੋ ਅਵਗੁਣ ਨਿਕਲਣ ਦਾ ਇੱਕ ਰਸਤਾ ਹੈ ਕਿ ਸੰਗਤ ਕਰਿਆ ਕਰੀਏ, ਮਨ ਨੂੰ ਨਮਰ ਕਰਕੇ ਕਿ ਇਹ ਸਰੀਰ ਨਹੀਂ ਮੇਰਾ, ਆਤਮਾ ਨਹੀਂ ਮੇਰੀ, ਸਭ ਕੁਛ ਪਰਮਾਤਮਾ ਦਾ ਹੈ। ਸੰਗਤ ਵਿੱਚ ਜਾਈਏ, ਹੰਕਾਰ ਛੱਡ ਕੇ ਸੰਗਤ ਕਰੀਏ, ਸੇਵਾ ਸਿਮਰਨ ਨਾਲ ਜੁੜੀਏ, ਕਿਉਂਕਿ ਸੰਗਤ ਵਿੱਚ ਜਾਵਾਂਗੇ ਤਾਂ ਸਭ ਕੁਛ ਪ੍ਰਾਪਤੀ ਹੁੰਦੀ ਹੈ, ਸੇਵਾ ਵੀ ਸਿਮਰਨ ਵੀ। ਸੋ ਇਸ ਕਰਕੇ ਸਾਧੂਆਂ ਦੀ ਸੰਗਤ ਵਿੱਚੋਂ ਚੰਗੇ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਢੂੰਡ ਸੰਤ ਸੱਜਣ ਪੱਕਿਆਂ ਕਚੜਿਆਂ ਸੋ ਤੋੜ, ਬਾਣੀ ਵੀ ਕਹਿਣ ਡੇ। ਜਿਹੜੇ ਪਰਮਾਤਮਾ ਦੇ ਪਿਆਰਿਆਂ ਨੇ ਆਪਣੇ ਆਪ ਗੁਣ ਕੱਢ ਦਿੱਤੇ, ਕਾਮ ਕ੍ਰੋਧ ਹੰਕਾਰ ਕੱਢ ਦਿੱਤੇ, ਦਇਆ ਜਤ ਸਤ ਚੰਗੇ ਗੁਣਾਂ ਦੇ ਧਾਰਨੀ ਬਣ ਗਏ। ਜਿਹੜੇ ਮਹਾਰਾਜ ਕਹਿੰਦੇ ਉਹ ਪੂਰਨ ਸੰਤ ਹੁੰਦੇ ਆ, ਜਿਹੜੇ 8 ਪੈਰ 'ਤੇ ਆਉਂਦੇ ਅਤੇ ਉਹਨਾਂ ਦਾ ਲੜ ਫੜ ਲਾ। ਕਿਉਂਕਿ ਮਹਾਰਾਜ ਬਾਣੀ 'ਚ ਕਹਿੰਦੇ ਆ, ਘੋੜ ਬਿਨ ਨਾਹੀ ਅਸਵਾਰ, ਸਾਧੂ ਬਿਨ ਨਾਹੀ ਦਰਬਾਰ, ਮਾਤ ਪਿਤਾ ਬਿਨ ਬਾਲ ਨਾ ਹੋਈ। ਜਿਵੇਂ ਮਾਤਾ ਪਿਤਾ ਤੋਂ ਬਿਨਾਂ ਬੱਚਾ ਨਹੀਂ ਹੁੰਦਾ, ਘੋੜੇ ਤੋਂ ਬਿਨਾਂ ਸਵਾਰੀ ਨਹੀਂ ਹੁੰਦੀ, ਅਤੇ ਸਾਧੂ ਤੋਂ ਬਿਨਾਂ, ਸੰਤਾਂ ਤੋਂ ਬਿਨਾਂ ਪਰਮਾਤਮਾ ਦੇ ਦਰ ਤੱਕ ਨਹੀਂ ਪਹੁੰਚਿਆ ਜਾਂਦਾ ਹੈ, ਗੁਰਬਾਣੀ ਦਾ ਫਰਮਾਨ ਹੈ। ਇਸ ਕਰਕੇ ਪੂਰਨ ਸਿੱਖ, ਪੂਰਨ ਸਾਧੂ ਸੰਤ ਜੇ ਕੋਈ ਮਿਲੇ ਗੁਰਸਿੱਖੜਾ ਤਿਸ ਲਿਵ ਲਿਵ ਲਾਗੈ ਪਾਏ ਜੀਓ, ਭਾਈ ਗੁਰਦਾਸ ਜੀ ਕਹਿੰਦੇ ਆਪਣੀਆਂ ਵਾਰਾਂ 'ਚ। ਸੋ ਪੂਰਨ ਗੁਰਸਿੱਖਾਂ ਨੂੰ ਸਾਧੂ ਸੰਤ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਸੋ ਉਹਨਾਂ ਦੇ ਚਰਨਾਂ 'ਚ ਨਾਲ ਜੁੜਨਾ ਚਾਹੀਦਾ, ਉਹਨਾਂ ਦੀ ਸੰਗਤ ਕਰਨੀ ਚਾਹੀਦੀ। ਉਹ ਵਿਚੋਲੇ ਹੈ ਰੱਬ ਨੂੰ ਮਿਲਣ ਵਿੱਚ, ਸੰਤ ਸਾਹੀ ਰਾਮ ਕੇ ਕਰ ਕਿਰਪਾ ਦੀਆਂ ਮਿਲਾਏ। ਸੁਣ ਰਹੀ ਸਖੀ ਇਹ ਹਮਰੀ ਘਾਲ, ਪ੍ਰਭ ਆਪ ਸਿਗਾਰ ਸਵਾਰਨਹਾਰ। ਜਦੋਂ ਅਸੀਂ ਕੋਈ ਘਾਲ ਮਿਹਨਤ ਕਰਾਂਗੇ, ਸੰਗਤ 'ਚ ਜਾਵਾਂਗੇ, ਸੇਵਾ ਸਿਮਰਨ ਕਰਾਂਗੇ, ਅਤੇ ਪਰਮਾਤਮਾ ਵੀ ਦਇਆ ਕਰੇਗਾ। ਇਸ ਤਰ੍ਹਾਂ ਭਾਈ ਗੰਡਾ ਸਿੰਘ 'ਤੇ ਕਿਰਪਾ ਹੋਈ ਸੀ, ਸਾਡੇ 'ਤੇ ਵੀ ਕਿਰਪਾ ਹੋਏਗੀ, ਤਾਂ ਨਾਮ ਦਾ ਰਸ ਚੜ੍ਹੂਗਾ। ਨਾਨਕ ਮੇਲ ਲਈ ਗੁਰ ਆਪਣੇ, ਘਰ ਵਰ ਪਾਇਆ ਨਾਰੀ। ਗੁਰੂ ਜੀ ਕਥਨ ਕਰਦੇ ਹਨ। ਸੋ ਸਾਲ ਦਾ ਅੰਤ ਹੈ, ਆਖਰੀ ਮਹੀਨਾ। ਮਹਾਰਾਜ ਆਤਮਾ ਨੂੰ ਪਰਮਾਤਮਾ 'ਚ ਵਿਲੈ ਕਰਨ ਦਾ ਸਾਧਨ ਫਲਗੁਣ ਵਿੱਚ ਦੱਸਦਾ ਹੈ। ਫਲਗੁਣ ਮਹੀਨਾ 12 ਮਹੀਨਿਆਂ ਦੀ ਮਿਹਨਤ ਕਰਕੇ ਫਿਰ ਆਖਰੀ ਪਰਮਾਤਮਾ ਨੇ ਫਲ ਦਿੱਤਾ ਅਤੇ ਇਸ ਜੀਵ ਨੂੰ ਆਪਣੇ ਵਿੱਚ ਮਿਲਾ ਲਿਆ। ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਵੀ ਸੰਸਾਰ ਨੂੰ ਗਿਆਨ ਦੇ ਕੇ ਸੱਚਖੰਡ ਨੂੰ ਤੁਰ ਪਏ। ਸੋ ਗੁਰੂ ਜੀ ਕਥਨ ਕਰਦੇ ਹਨ, ਜਿਸ ਵੇਲੇ ਆਪਣੇ ਪੂਰਿਆਂ ਗੁਰਾਂ ਨੇ ਮੈਂ ਨਾਰੀ ਨੂੰ ਆਪਣੇ ਨਾਲ ਮੇਲ ਲਿਆ, ਤਾਂ ਮੈਂ ਨਾਰੀ ਨੇ ਆਪਣੇ ਅੰਤਹਿਕਰਨ ਰੂਪ ਘਰ ਦੇ ਵਿੱਚ ਹੀ ਵਰ ਪਤੀ ਪਰਮਾਤਮਾ ਨੂੰ
ਪਾ ਲਿਆ। ਜਦੋਂ ਪਰਮਾਤਮਾ ਨੇ ਮੈਂ ਆਤਮਾ ਰੂਪ ਇਸਤਰੀ, ਆਤਮਾ ਚਾਹੇ ਬੰਦੇ ਦੀ ਚਾਹੇ ਬੀਬੀ ਦੀ, ਆਤਮਾ ਇਸਤਰੀ ਆ ਪਰਮਾਤਮਾ ਦੀ, ਤੇ ਜਦੋਂ ਮੈਂ ਇਸਤਰੀ ਰੂਪ ਆਤਮਾ ਨੂੰ ਅੰਤःਕਰਨ ਰੂਪ ਘਰ ਦੇ ਵਿੱਚ ਵਰ ਪਤੀ ਪਰਮਾਤਮਾ ਨੂੰ ਪਾ ਲਿਆ, ਪਰਮਾਤਮਾ ਮੇਰੇ ਦਿਲ 'ਚ ਆ ਕੇ ਵਸ ਗਏ। ਮੈਂ ਸਵਾਸ ਸਵਾਸ ਸਿਮਰਨ ਕਰਨ ਲੱਗ ਪਿਆ। ਮੇਰੇ ਹਿਰਦੇ ਵਿੱਚੋਂ ਨਾਮ ਅਜਪ ਅਜਪ ਬਣ ਗਿਆ। ਪਹਿਲਾਂ ਜੀਭ ਦੁਆਰਾ ਜਪਿਆ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰਨਾਉ, ਨੇਤਰੀ ਸਤੁਰ ਵੇਖਣਾ, ਸ਼ਰਵਣੀ ਸੁਣਨਾ ਗੁਰਨਾਉ। ਕੰਨਾਂ ਨਾਲ ਹਲਕੀ ਆਵਾਜ਼ 'ਚ ਆਪਣੇ ਮੂੰਹ ਦੀ ਆਵਾਜ਼ ਨੂੰ ਸੁਣਿਆ। ਫਿਰ ਅੰਦਰਲੀ ਜੀਭ ਵੀ ਬੋਲੀ, ਅੰਦਰੋਂ ਅੱਖਾਂ ਨਾਲ ਪਰਮਾਤਮਾ ਦੇ ਇਹਨਾਂ ਅੱਖਰਾਂ ਦੇ ਦਰਸ਼ਨ, ਗੁਰਬਾਣੀ ਤੋਂ ਲੈ ਕੇ ਜਿਵੇਂ ਪਰਮਾਤਮਾ ਦੇ ਦਰਸ਼ਨ ਤਿੰਨ ਤਰ੍ਹਾਂ ਤੋਂ, ਸ਼ਬਦ ਦਰਸ਼ਨ, ਚਿੱਤਰ ਦਰਸ਼ਨ ਅਤੇ ਪ੍ਰਤੱਖ ਦਰਸ਼ਨ। ਜਿਵੇਂ ਕਿਸੇ ਬੀਬੀ ਦਾ ਪਤੀ ਫੌਜ 'ਚ ਚਲ ਜਾਂਦਾ ਸੀ, ਚਿੱਠੀ ਉਡੀਕਦੀ ਸੀ। ਉਹਨਾਂ ਸਮਿਆਂ 'ਚ ਚਿੱਠੀਆਂ ਆਉਂਦੀਆਂ ਸੀ, ਅੱਜ ਕੱਲ੍ਹ ਮੈਸੇਜ ਆ। ਸੋ ਉਹ ਚਿੱਠੀਆਂ ਪੜ੍ਹ ਕੇ ਉਹ ਸੋਹਣੇ ਸੋਹਣੇ ਅੱਖਰ ਦੇਖਦੀ ਸੀ, ਉਹਨੂੰ ਛਾਤੀ ਨਾਲ ਲਾਉਂਦੀ ਸੀ ਅਤੇ ਵਿਆਹ ਦੀ ਐਲਬਮ ਲਿਆ ਕੇ ਫਿਰ ਫੋਟੋ ਦੇਖਦੀ ਸੀ। ਇੰਨੇ ਸੋਹਣੇ ਅੱਖਰ ਲਿਖਣ ਵਾਲੇ ਮੇਰੇ ਪਤੀ ਕਿੱਦਾਂ ਦੇ ਆ, ਉਹਨਾਂ ਦੀ ਯਾਦ ਤਾਜ਼ੀ ਕਰਾਂ। ਫਿਰ ਐਲਬਮ ਦੇਖਦੀ ਸੀ, ਫਿਰ ਕਹਿੰਦੀ ਅਰਦਾਸ ਕਰਦੀ ਸੀ ਕਿ ਛੁੱਟੀ ਕਦੋਂ ਮਿਲੂਗੀ, ਪ੍ਰਤੱਖ ਕਦ ਆ ਕੇ ਮੇਰੇ ਕੋਲ ਬੈਠਣਗੇ। ਇਸ ਤਰ੍ਹਾਂ ਤਿੰਨ ਤਰ੍ਹਾਂ ਦੇ ਦਰਸ਼ਨ ਆ। ਇਹ ਗੁਰਬਾਣੀ ਨਾਲ ਅਸੀਂ ਸ਼ਬਦ ਦਰਸ਼ਨ ਕਰਦੇ ਹਾਂ। ਫਿਰ ਮਨ 'ਚ ਜਿਗਿਆਸਾ ਉੱਠਦੀ, ਇੰਨੀ ਸੋਹਣੀ ਬਾਣੀ ਲਿਖਣ ਵਾਲੇ ਗੁਰੂ ਸਾਹਿਬ ਦਾ ਮੂੰਹ ਕਿੱਦਾਂ ਦਾ ਹੋਊਗਾ, ਫੋਟੋ ਦੇਖਣ ਨੂੰ ਦਿਲ ਕਰਦਾ। ਅਤੇ ਫਿਰ ਜਦੋਂ ਫੋਟੋ ਦੇਖਦੇ ਹਾਂ ਫਿਰ ਕਹਿੰਦੇ ਸਾਨੂੰ ਪ੍ਰਤੱਖ ਗੁਰੂ ਸਾਹਿਬ ਕਿਉਂ ਨਹੀਂ ਦਰਸ਼ਨ, ਜਨ ਕੋ ਪ੍ਰਦਸ ਪਿਆਸਾ ਨਾਨਕ ਤਾਕੈ ਬਲ ਜਾਸਾ। ਪ੍ਰਤੱਖ ਦਰਸ਼ਨਾਂ ਦੀ ਤਾਂਘ ਲੈ ਕੇ ਸਾਰੀ ਜ਼ਿੰਦਗੀ ਅਸੀਂ ਭਗਤੀ ਕਰਦੇ। ਕਦੋਂ ਸਾਨੂੰ ਪ੍ਰਤੱਖ ਗੁਰੂ ਸਾਹਿਬ ਆ ਕੇ ਮੂਹਰੇ ਖੜ੍ਹੇ ਹੋ ਕੇ ਦਰਸ਼ਨ ਦੇਣਗੇ। ਜਿਵੇਂ ਬਾਬਾ ਨਾਨਕ ਸਿੰਘ ਨਾਨਕਸਰ ਵਾਲਿਆਂ ਨੇ 7 ਦਿਨ ਪ੍ਰਸ਼ਾਦਾ ਤਿਆਰ ਕਰਨਾ, ਸੁਚਮਨਾ ਦੋ ਮਿੱਤਰ ਸੀਗੇ, ਦੋਨਾਂ ਦਾ ਇਸ਼ਟ ਇੱਕ ਸੀ, ਧਰਮ ਇੱਕ ਸੀ, ਥੋੜ੍ਹਾ ਖਾਣਾ, ਥੋੜ੍ਹਾ ਬੋਲਣਾ, ਥੋੜ੍ਹਾ ਸੌਣਾ, ਇੱਦਾਂ ਦੇ ਉਹਨਾਂ ਦੇ ਸੁਭਾਅ ਸੀਗੇ ਤਾਂ ਰਲ ਗਏ। ਦੋਨਾਂ ਨੇ 7 ਦਿਨ ਸੁੱਚੇ ਭਾਂਡੇ ਕਰਕੇ ਰੋਜ਼ ਲੰਗਰ ਤਿਆਰ ਕਰਨਾ, ਕਹਿਣਾ ਗੁਰੂ ਨਾਨਕ ਸਾਹਿਬ ਛਕਣਗੇ ਤਾਂ ਅਸੀਂ ਛਕਾਂਗੇ, ਸਾਡੇ ਵਾਂਗੂ ਨਹੀਂ ਕਿਰਪਾਨ ਭੇਟਾ ਕੀਤੀ ਅਤੇ ਆਪ ਖਾ ਲਈਦਾ ਹੈ। ਸੰਤ ਗੁਰਬਚਨ ਸਿੰਘ ਖਾਲਸਾ ਜੀ ਲਖਨਊ ਗਏ, ਸੰਗਤ ਨੂੰ ਕਹਿੰਦੇ ਮੇਰਾ 10ਵੇਂ ਪਾਤਸ਼ਾਹ ਵੀ ਛਕਦਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਛਕਦੇ। ਉਹਨਾਂ ਨੇ ਸਰਬਲੋਹ ਦੇ ਭਾਂਡੇ ਲਏ, 3 ਵਾਰ ਰੇਤੇ ਮਿੱਟੀ ਸਵਾਹ ਨਾ ਮਾਂਜੇ, ਤਰਾਜੂ ਨਾਲ ਤੋਲੀ ਦੇਗ ਬਣਾ ਕੇ। ਫਿਰ ਕਹਿੰਦੇ ਕਿਰਪਾਨ ਭੇਟਾ ਜਦ ਕੀਤੀ ਤਾਂ ਉਹਦਾ ਭਾਰ ਘਟ ਗਿਆ ਸੀ। ਫਿਰ ਮਹਾਰਾਜ ਉਹਨਾਂ ਨੇ ਕਿਹਾ ਵੀ ਗੁਰੂ ਸਾਹਿਬ ਛਕਦੇ ਆ ਪਰ ਪੂਰੀ ਮਰਿਆਦਾ ਨਾਲ ਜਪਜੀ ਸਾਹਿਬ ਦਾ ਪਾਠ ਕਰਕੇ ਚਾਣੀ ਬਣਾ ਕੇ ਫਿਰ ਆਟਾ ਭੁੰਨਣਾ, ਸਲੋਕ ਅਤੇ ਪਾਠ ਆ ਜਾਵੇ ਤਾਂ ਫਿਰ ਵਿੱਚ ਦੇਗ ਚਾਣੀ ਪਾ ਦੇਣੀ। ਸੋ ਇਸ ਤਰ੍ਹਾਂ ਜਪਜੀ ਸਾਹਿਬ ਪੜ੍ਹ ਕੇ ਦੇਗ ਬਣਾ ਕੇ ਮਹਾਰਾਜ ਦੀ ਹਜ਼ੂਰੀ 'ਚ ਲਿਆਉਣਾ ਅਤੇ ਫਿਰ ਗੁਰੂ ਸਾਹਿਬ ਵੀ ਛਕਦੇ ਆ। ਇਹ ਨਹੀਂ ਅੱਜ ਕੱਲ੍ਹ ਹਲਵਾਈਆਂ ਨੂੰ ਕਹਿੰਦੇ ਲੈ ਤੇ ਤਿਆਰ ਕਰ ਲਾ, ਰੋਡੇ ਮੋਨੇ ਬਣਾਉਣ ਦੇ ਦੇਗਾ, ਉਹ ਨਹੀਂ ਮਹਾਰਾਜ ਪ੍ਰਵਾਨ ਕਰਦੇ, ਅੰਮ੍ਰਿਤਧਾਰੀ ਦੀ ਦੇਗ ਪ੍ਰਵਾਨ ਕਰਦੇ। ਸੋ ਨਗੋਰੇ ਦੇ ਹੱਥ ਦੀ ਦੇਗ ਵੀ ਨਹੀਂ ਮਹਾਰਾਜ ਪ੍ਰਵਾਨ ਕਰਦੇ। ਜਿਹਦਾ ਕੋਈ ਗੁਰੂ ਨਹੀਂ, ਜਿਹਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਉਹ ਨਿਗੋਰਾ ਹੈ। ਜਿਵੇਂ ਗੁਰੂ ਅਮਰਦਾਸ ਜੀ ਤੁਰੇ ਜਾਂਦੇ ਸੀ ਅਤੇ ਰਾਹ 'ਚ ਉਹ ਗੰਗਾ ਇਸ਼ਨਾਨ 'ਤੇ ਤੀਰਥ ਜਾਣਾ, ਰਸਤੇ 'ਚ ਇੱਕ ਪੰਡਤ ਦੀ ਮਿੱਤਰਤਾ ਹੋ ਗਈ। ਉਹ ਆ ਕੇ ਮਹਾਰਾਜ ਨੇ ਕਮਰਾ ਆਪਣੇ ਘਰ ਦੇ ਉੱਤੇ ਬਣਾਇਆ ਸੀ ਸਤਸੰਗ ਕਰਨ ਵਾਸਤੇ, ਰਾਤ ਉਹਨਾਂ ਕੋਲ ਰਿਹਾ। ਗੁਰੂ ਅਮਰਦਾਸ ਜੀ ਨੇ ਉਹਦੀ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ਸੇਵਾ ਕੀਤੀ। ਜਾਣ ਲੱਗੇ ਪੁੱਛਦਾ ਤੁਹਾਡਾ ਕੋਈ ਗੁਰੂ, ਕਹਿੰਦੇ ਮੈਂ ਤਾਂ ਇੰਨੀ ਉਮਰ ਦਾ ਹੋ ਗਿਆ ਤਾਂ ਕੋਈ ਗੁਰੂ ਹੀ ਹੈ ਨਹੀਂ। ਉਹਨੇ ਆਪਣੀ ਬੋਦੀ ਪੱਟੀ, ਮੱਥੇ 'ਤੇ ਹੱਥ ਮਾਰਿਆ, ਕਹਿੰਦਾ ਮੇਰਾ ਤਾਂ ਖੁਦ ਧਰਮ ਨਸ਼ਟ ਹੋ ਗਿਆ ਤੇਰੇ ਹੱਥ ਦਾ ਖਾ ਕੇ। ਸੋ ਭਾਈ ਨਗੋਰੇ ਕਹਾ ਨਾ ਬੁਰਾ ਕੋਈ, ਸਾਨੂੰ ਵੀ ਪੁੱਛ ਲੈਂਦੇ ਤੂੰ ਬਿਨਾਂ ਅੰਮ੍ਰਿਤ ਛਕੇ ਵਾਲਿਆਂ ਦੇ ਹੱਥੋਂ ਕਿਉਂ ਨਹੀਂ ਖਾਂਦਾ, ਕਿਉਂਕਿ ਇਹ ਸਾਖੀ ਪ੍ਰਮਾਣ ਆ। ਸੋ ਇਸ ਕਰਕੇ ਗੁਰੂ ਵਾਲੇ ਦੇ ਹੱਥ ਦਾ ਹੀ ਮਹਾਰਾਜ ਪ੍ਰਵਾਨ ਕਰਦੇ ਆ। ਅਰਦਾਸ ਵੀ ਪੂਰੀ ਕਰਾਉਣੀ, ਕਿਸੇ ਅੰਮ੍ਰਿਤਧਾਰੀ ਦੇ ਹੱਥੋਂ ਪ੍ਰਸ਼ਾਦਾ ਤਿਆਰ ਕਰਕੇ ਲੰਗਰ ਜਾਂ ਦੇਗ ਤਿਆਰ ਕਰਕੇ ਮਹਾਰਾਜ ਨੂੰ ਭੋਗ ਲਾਉਣਾ ਚਾਹੀਦਾ। ਸੋ ਫਿਰ ਮਹਾਰਾਜ ਪ੍ਰਸੰਨ ਹੁੰਦੇ ਆ। ਬੇਦਸ ਹੁਣ ਇਹ ਸੀ ਭਾਈ, ਇਸ ਤਰ੍ਹਾਂ ਗੁਰੂ ਸਾਹਿਬ ਨੇ ਆਪਣੇ ਸੇਵਕ 'ਤੇ ਕਿਰਪਾ ਕਰਕੇ ਆਪਣੇ ਸੇਵਕ ਨੂੰ ਸਵਾਰ ਦਿੱਤਾ, ਉਹਦੇ ਅਵਗੁਣ ਕੱਢ ਕੇ ਗੁਣ ਉਹਦੇ ਵਿੱਚ ਭਰ ਦਿੱਤੇ, ਸੇਵਾ ਸਿਮਰਨ ਭਗਤੀ ਭਰਤੀ, ਕਾਮ ਕਦੋਂ ਹੰਕਾਰ ਕੱਢ ਦਿੱਤੇ। ਸੋ ਉਹ ਪਰਮਾਤਮਾ ਵਿੱਚ ਵਿਲੈ ਹੋ ਗਿਆ, ਬ੍ਰਹਮ ਗਿਆਨੀ ਹੋ ਗਿਆ। ਉਹਦਾ ਅਵਸਥਾ ਐਸੀ ਬਣ ਗਈ ਜਿਵੇਂ ਗੜਵਾ ਪਾਣੀ 'ਚ ਭਰੀ ਦਾ, ਨਦੀ 'ਚ ਭਰੀ ਦਾ, ਉਹਦੇ ਅੰਦਰ ਵੀ ਪਾਣੀ ਬਾਹਰ ਵੀ ਪਾਣੀ, ਔਰ ਇੱਕ ਦਿਨ ਸਰੀਰ ਤਿਆਗਣ ਤੋਂ ਬਾਅਦ 'ਚੋਂ ਪਾਣੀ ਵਿੱਚ ਹੀ ਸਮਾ ਜਾਂਦਾ, ਸਮੁੰਦਰ ਰੂਪ ਹੋ ਜਾਂਦਾ। ਸੋ ਇਸ ਤਰ੍ਹਾਂ ਦੀ ਅਵਸਥਾ ਆਤਮਾ ਦੀ ਪਰਮਾਤਮਾ ਨਾਲ ਇੱਕ ਮੇਲ ਹੋ ਗਿਆ, ਫੱਗਣ ਦੇ ਮਹੀਨੇ 'ਚ ਫਲ ਪ੍ਰਾਪਤ ਹੋਇਆ। ਸੋ ਆਓ ਫਿਰ ਆਖਰੀ ਸ਼ਲੋਕ ਮਹਾਰਾਜ ਨੇ ਉਚਾਰਨ ਕਰਕੇ 12 ਮਹਾਂ ਦੀ ਸਮਾਪਤੀ ਕੀਤੀ ਹੈ। ਉਸ ਸ਼ਲੋਕ ਦੇ ਅਰਥ, ਆਖਰੀ ਪੌੜੀ ਦੇ ਵੀ ਅਰਥ ਪੜ੍ਹ ਦਿੰਦੇ। ਬੇਦਸ ਮਾਹ ਰੁੱਤੀ ਥਿੱਤੀ ਵਾਰ ਭਲੇ, ਘੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ। ਜਿਸ ਵੇਲੇ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਸਹਿਜ ਸੁੱਤੇ ਸਿੱਧ
ਅਥਵਾ ਸਹਿਜ ਗਿਆਨ ਦੁਆਰਾ ਪ੍ਰਭੂ ਪਰਮਾਤਮਾ ਆ ਕੇ ਮਿਲੇ ਤਾਂ ਬੇ ਦਾ ਅਰਥ ਹੈ 2 ਅਤੇ 10 ਦਾ ਅਰਥ ਹੈ 12 ਮਾਹ ਮਹੀਨੇ, ਬਸੰਤ, ਗ੍ਰੀਖਮ ਗਰਮੀ ਅਤੇ ਪਾਵਸ ਹੇਮੰਤ ਅਤੇ ਸਰਦ ਠੰਡ ਆਦਿਕ 6 ਰੁੱਤਾਂ ਆ। ਏਕਮ ਦੂਜ ਤੀਜ ਆਦਿਕ 15 ਥਿੱਤਾਂ ਆ। ਸੋਮ ਮੰਗਲ ਬੁੱਧ ਆਦਿਕ 7 ਵਾਰ ਆ। ਸੋ ਇੱਕ ਘੜੀ ਮੂਰਤ 2 ਘੜੀਆਂ ਨੂੰ ਕਹਿੰਦੇ ਅਤੇ ਪਲ ਇਤਿਆਦਿਕ ਸਾਰੇ ਸਮੇਂ ਭਲੇ ਚੰਗੇ ਹੋ ਗਏ। ਸਭ ਕੁਛ ਠੀਕ ਹੋ ਗਿਆ। ਪਰਮਾਤਮਾ ਦੀ ਕਿਰਪਾ ਜਦ ਹੋ ਗਈ। ਪ੍ਰਭ ਮਿਲੇ ਪਿਆਰੇ ਕਾਰਜ ਸਾਰੇ, ਕਰਤਾ ਸਭ ਵਿਦ ਜਾਣੈ। ਜਿਸ ਵੇਲੇ ਪਿਆਰੇ ਪ੍ਰਭੂ ਪਰਮਾਤਮਾ ਮਿਲੇ ਤਾਂ ਉਸਨੇ ਸਾਡੇ ਸਾਰੇ ਕਾਰਜ ਸਵਾਰ ਦਿੱਤੇ। ਇਸ ਵਿੱਚ ਕੋਈ ਅਚਰਜ ਨਹੀਂ ਹੈ, ਕਿਉਂਕਿ ਉਹ ਕਰਤਾ ਪੁਰਖ ਪਰਮਾਤਮਾ ਸਭ ਵਿਧੀਆਂ ਨੂੰ ਆਪ ਹੀ ਜਾਣਦਾ ਹੈ। ਸਾਰੀਆਂ ਜੁਗਤੀਆਂ ਵਿਧੀਆਂ ਪਰਮਾਤਮਾ ਆਪੇ ਬਣਾ ਦਿੰਦਾ ਹੈ ਕਿਰਪਾ ਕਰਕੇ। ਸੋ ਬਿਨਾਂ ਕਿਰਪਾ ਤੋਂ ਕੁਛ ਵੀ ਨਹੀਂ ਹੁੰਦਾ। ਸੋ ਕਿਰਪਾ ਤਾਂ ਹੀ ਹੁੰਦੀ ਜਦੋਂ ਸੰਗਤ ਚਾਹਾਂਗੇ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕ ਕਦਮ ਗੁਰੂ ਵੱਲ ਵਧਾਊਂਗਾ ਤਾਂ ਕਰੋੜਾਂ ਕਦਮ ਗੁਰੂ ਤੇਰੇ ਵੱਲ ਵਧਾਊਗਾ। ਸੋ ਕੁਛ ਤਾਂ ਉੱਦਮ ਕਰਨਾ ਹੀ ਪੈਂਦਾ। ਮਹਾਰਾਜ ਹੀ ਉੱਦਮ ਕਰਾਉਣ ਵਾਲੇ ਆ। ਸਤਸੰਗ ਵੱਲ ਜੋੜਦੇ ਆ, ਕਿਸੇ ਨੂੰ ਮਨਮੁਖ ਬਣਾ ਦਿੱਤਾ, ਕਿਸੇ ਨੂੰ ਗੁਰਮੁਖ ਬਣਾ ਦਿੱਤਾ, ਕਿਸੇ ਨੂੰ ਸਤਸੰਗ ਵੱਲ ਨੂੰ ਤੋਰਦੇ। ਜਿਹਦੀ ਪੂਰਬਲੇ ਭਾਗ ਜਾਗਦੇ। ਸਾਧ ਸੰਗਤ ਜੀ ਕਰਮ ਬਣਾਉਣੇ ਮਤਲਬ ਸੰਗਤ ਵਿੱਚ ਆਉਣਾ। ਸੰਗਤ ਵਿੱਚ ਆਉਣਾ ਹੀ ਕਰਮ ਬਣਦੇ ਆ। ਕਿਸੇ ਸਮੇਂ ਗਾਂਕਾ ਨੇ ਵੀ ਸੰਗਤ ਕੀਤੀ ਸੀ, ਉਹਦਾ ਫਲ ਰੱਬ ਨੇ ਦੇਣਾ ਸੀ ਅਤੇ ਮਹਾਂਪੁਰਖ ਉਹਦੇ ਘਰ ਦੇ ਮੂਹਰੇ ਆਏ ਤਾਂ ਮੀਂਹ ਭਰਾ ਦਿੱਤਾ ਰੱਬ ਨੇ। ਕੁੰਡਾ ਖੜਕਾਇਆ, ਅੰਦਰ ਆਏ, ਕਹਿੰਦੀ ਛਕੋ, ਕਹਿੰਦੇ ਤੇਰੀ ਕਿਰਤ ਠੀਕ ਨਹੀਂ, ਅਸੀਂ ਤੈਨੂੰ ਜਾਣ ਲੱਗੇ ਤੋਤਾ ਦੇ ਜਾਂਦੇ। ਤੋਤੇ ਨੇ ਸਵੇਰੇ 4 ਵਜੇ ਉੱਠ ਕੇ ਕਹਿਣਾ ਹੁੰਦਾ ਅੰਮ੍ਰਿਤ ਵੇਲੇ, ਪ੍ਰਭਾਤੀ ਵੇਲੇ, ਕਿ ਉੱਠ ਜਪ ਰਾਮ ਨਾਮ। ਪਰ ਗਾਂਕਾ ਨੇ ਕਦੇ ਰਾਮ ਨਾਮ ਜਪਿਆ ਹੀ ਨਹੀਂ ਸੀ। ਸੌਂਦੀ ਵੀ ਲੇਟ ਸੀ, ਪਾਪਾਂ 'ਚ ਰਹਿੰਦੀ ਸੀ, ਰਾਤ ਭਰ ਪਾਪ ਕਮਾਉਂਦੀ ਸੀ। ਪਰ ਸਾਧੂਆਂ ਦਾ ਦਿੱਤਾ ਤੋਤਾ ਰੋਜ਼ ਬੋਲਦਾ। ਜਿਵੇਂ ਅਲਾਰਮ ਰੋਜ਼ ਵੱਜੇ ਤਾਂ ਬੰਦੇ ਨੂੰ ਪਤਾ ਲੱਗ ਜਾਂਦਾ, ਖੁਦ ਹੀ ਨੀਂਦ ਖੁੱਲ੍ਹ ਜਾਂਦੀ। ਤੋ ਇਸ ਤਰ੍ਹਾਂ ਤੋਤਾ ਤਾਂ ਰੋਜ਼ ਬੋਲਦਾ ਸੀ। ਇੱਕ ਦਿਨ ਤੋਤਾ ਨਹੀਂ ਬੋਲਿਆ, ਦਿਨ ਚੜ੍ਹ ਗਿਆ। ਗਾਂਕਾ ਅੱਖਾਂ ਮਲਦੀ ਉੱਠੀ, ਜਾ ਕੇ ਉਹਦੇ ਪਿੰਜਰੇ ਛੱਤ ਪਾਇਆ ਅਤੇ ਇੱਕ ਸੱਪ ਬੈਠਾ ਸੀ ਤੋਤੇ ਨੂੰ ਖਾ ਕੇ। ਉਹ ਸੱਪ ਨੇ ਉਹਦੇ ਹੱਥ 'ਤੇ ਡਸਤਾ। ਕਹਿੰਦੀ ਅੱਜ ਇਹ ਬੋਲੀ ਕਿ ਉੱਠ ਬੋਲ ਰਾਮ ਰਾਮ। ਜਦੋਂ ਰਾਮ ਰਾਮ ਮੂੰਹ 'ਤੇ ਕਿਹਾ, ਅੰਤਕਾਲ ਪਰਮੇਸ਼ਰ ਸਿਮਰੈ ਐਸੀ ਚਿੰਤਾ ਮੈਂ ਜਿਮਰੈ, ਵਧਤ ਲੋਚਨ ਤੇਰਾ ਮੁਖਤਾ ਪੀਤੰਬਰ ਵਾਕੈ ਵੇਦ। ਮਨ ਵੇਲੇ ਬੱਚਿਆਂ 'ਚ ਧਿਆਨ ਜਾਵੇ ਸੂਰ ਦੀ ਜੂਨ, ਮਨ ਵੇਲੇ ਰੁਪਏ ਪੈਸੇ ਬੈਂਕ ਬੈਲੈਂਸ 'ਚ ਧਿਆਨ ਜਾਵੇ ਤਾਂ ਸੱਪ ਦੀ ਜੂਨ, ਮਨ ਵੇਲੇ ਕੋਠੀਆਂ 'ਚ ਧਿਆਨ ਜਾਵੇ ਤਾਂ ਭੂਤ ਦੀ ਜੂਨ, ਮਨ ਵੇਲੇ ਇਸਤਰੀ ਕਾਮੀ ਪੁਰਸ਼ ਕਾਮਨੀ ਪਿਆਰੀ ਇਸਤਰੀ ਦੀ ਪੁਰਸ਼ ਵਿੱਚ, ਪੁਰਸ਼ ਦੀ ਇਸਤਰੀ ਵਿੱਚ ਵਿਸ਼ਾ ਵਾਸ਼ਨਾ ਕਰਕੇ ਜਾਵੇ ਤਾਂ ਮਹਾਰਾਜ ਕਹਿੰਦੇ ਵੇਸ਼ਿਆ ਜੂਨ। ਪਰ ਅੰਤਕਾਲ ਜਿਹਦੀ ਰੱਬ ਵਿੱਚ ਸੁਰਤ ਚਲੀ ਗਈ ਉਹ ਮੁਕਤ ਹੋ ਜਾਂਦਾ। ਪਰ ਸਾਧ ਸੰਗਤ ਜੀ ਬਿਨਾਂ ਕਿਰਪਾ ਤੋਂ ਕੁਛ ਨਹੀਂ ਹੁੰਦਾ। ਜਿਵੇਂ ਬਾਬਾ ਜਵਾਲਾ ਸਿੰਘ ਦੀ ਹਰਖੌੜ ਮਹਾਂਪੁਰਖਾਂ ਦੀ ਸਾਖੀ ਹੈ। ਇੱਕ ਸਾਧੂ ਸੀ, ਉਹਨੇ ਟਾਈਮ ਵੀ ਦੱਸਤਾ। ਸਵਾਸ ਰੂਪੀ ਗੱਠ ਧੁਨੀ ਦੇ ਪਿੱਛੇ ਹੁੰਦੀ, ਉਹ ਖੁੱਲ੍ਹ ਜਾਂਦੀ 6 ਮਹੀਨੇ ਪਹਿਲਾਂ। ਮਹਾਂਪੁਰਖ ਜਿਹੜੇ ਨਾਮ ਅਭਿਆਸੀ ਉਹਨਾਂ ਨੂੰ ਪਤਾ ਲੱਗ ਜਾਂਦਾ, ਪਹਿਲਾਂ ਹੀ ਦੱਸ ਦਿੰਦੇ। ਜਿਵੇਂ ਸਾਡੇ ਪਿਤਾ ਜੀ ਨੇ 5 ਦਿਨ ਪਹਿਲਾਂ ਹੀ ਦੱਸਤਾ ਕਿ ਮੈਂ ਹੁਣ ਚਲੇ ਜਾਣਾ। ਸੋ ਇਸ ਤਰ੍ਹਾਂ ਜਿਹੜੇ ਸੱਚੇ ਸਾਧੂ ਆ, ਜਿਨ੍ਹਾਂ ਦੀ ਪੂਰਬਲੀ ਭਗਤੀ ਆ, ਉਹ ਦੱਸ ਦਿੰਦੇ। ਸੋ ਸਾਧੂ ਨੇ ਦੱਸਤਾ ਕਿ ਮੈਂ ਫਲਾਨੀ ਤਰੀਕ ਨੂੰ ਇੰਨੇ ਵਜੇ ਮੈਂ ਮਰ ਕੇ ਅਤੇ ਚਲੇ ਜਾਣਾ ਦੁਨੀਆ ਤੋਂ। ਅਤੇ ਫਿਰ ਕੀ ਹੋਊਗਾ? ਕਹਿੰਦਾ ਫਿਰ ਢੋਲ ਛੈਣਕੀਆਂ ਢੋਲਕ ਵੱਜਣਗੇ, ਤੁਹਾਨੂੰ ਸੁਣਨਗੇ। ਉਸ ਟਾਈਮ ਮੁਤਾਬਕ ਉਹ ਸਰੀਰ ਛੱਡ ਗਿਆ, ਪਰ ਢੋਲਕੀਆਂ ਛੈਣੇ ਨਹੀਂ ਸੁਣੇ ਕਿਸੇ ਨੂੰ। ਉਹ ਸਾਰੇ ਉੱਠ ਕੇ ਬਾਬਾ ਜਵਾਲਾ ਸਿੰਘ ਹਰਖੌੜ ਵਾਲੇ ਮਹਾਂਪੁਰਖਾਂ ਕੋਲ ਗਏ। ਮਹਾਂਪੁਰਖ ਘੋੜੇ 'ਤੇ ਚੜ੍ਹੇ ਅਤੇ ਉਹ ਸਾਧੂ ਕੋਲ ਆ ਗਏ। ਉਹਨਾਂ ਨੇ ਦੇਖਿਆ ਸਾਧੂ ਦੇ ਸਰੀਰ ਨੂੰ। ਫਿਰ ਨਾੜੀ ਇੱਕ ਦਰਖਤ ਸੀ, ਉੱਤੇ ਇੱਕ ਕੁਤੜਾ ਸੀ। ਉਹ ਕੁਤੜਾ ਕਿਸੇ ਫਲ 'ਤੇ ਚੜ੍ਹਿਆ ਸੀ। ਮਹਾਂਪੁਰਖਾਂ ਨੇ ਉਸ ਕੁਤੜੇ ਨੂੰ ਹੱਥ 'ਤੇ ਚੁੱਕਿਆ, ਚੁੱਕ ਕੇ ਮੂਲ ਮੰਤਰ ਅਤੇ ਵਾਹਿਗੁਰੂ ਦਾ ਉਚਾਰਨ ਕਰਕੇ ਉਹਨੂੰ ਫੇਹ ਸਿੱਟਿਆ ਤਾਂ ਉਹਦੀ ਰੂਹ ਨਿਕਲੀ ਅਤੇ ਢੋਲਕੀਆਂ ਛੈਣੇ ਵੱਜਣ ਲੱਗੇ। ਸੰਗਤ ਹੈਰਾਨ ਹੋ ਗਈ। ਕੁਤੜੇ ਵੱਲ ਦੇਖਿਆ, ਫਲ ਵੱਲ ਦੇਖਿਆ ਅਤੇ ਉਸ ਸਾਧੂ ਦੇ ਸਰੀਰ ਵੱਲ ਦੇਖਿਆ ਅਤੇ ਮਹਾਂਪੁਰਖਾਂ ਵੱਲ ਦੇਖਿਆ ਅਤੇ ਪੁੱਛਿਆ ਕਿ ਮਹਾਂਪੁਰਖੋ ਇਹ ਕੀ ਕੌਤਕ ਹੋਇਆ? ਮਹਾਂਪੁਰਖ ਕਹਿਣ ਲੱਗੇ ਸਾਡੀ ਗੁਰੂ ਪਰਮਾਤਮਾ ਨੇ ਡਿਊਟੀ ਲਾਈ ਕਿ ਜਾ। ਉਹ ਸਾਧੂ ਨੇ ਇੰਨੀ ਤਪੱਸਿਆ ਕੀਤੀ, ਉਹਨੂੰ ਟਾਈਮ ਦਾ ਵੀ ਪਤਾ ਲੱਗ ਗਿਆ ਸੀ, ਪਰ ਆਖਰੀ ਸਮੇਂ ਉਹਦੀ ਸੁਰਤ ਇਸ ਮਿੱਠੇ ਫਲ 'ਚ ਚੱਲ ਗਈ ਮਨ ਵੇਲੇ। ਇਸ ਕਰਕੇ ਉਹ ਮਿੱਠੇ ਫਲ 'ਚ ਕੁਤੜਾ ਬਣ ਕੇ ਰੱਬ ਨੇ ਉਹਨੂੰ ਪਾ ਦਿੱਤਾ। ਪਰ ਇਹਨੇ ਪੂਰਬਲੀ ਕਮਾਈ ਚੰਗੀ ਕੀਤੀ ਸੀ, ਸਾਰੀ ਜੀਵਨ ਇਹਨੇ ਚੰਗੀ ਸਤਸੰਗ ਕੀਤੀ ਸੀ, ਨਾਮ ਵੀ ਜਪਿਆ ਸੀ।
ਇਸ ਕਰਕੇ ਪੂਰਨ ਮਹਾਂਪੁਰਖ ਬਾਬਾ ਜਵਾਲਾ ਸਿੰਘ ਦੀ ਸੇਵਾ ਲਈ ਪ੍ਰਮਾਤਮਾ ਨੇ ਗੁਰਮੰਤਰ ਉਚਾਰਨ ਕਰਕੇ ਉਹਨੂੰ ਸੱਚਖੰਡ ਨੂੰ ਤੋਰਿਆ ਅਤੇ ਹੁਣ ਉਹ ਢੋਲਕੀਆਂ ਛੈਣੇ ਵੱਜੇ ਜਦੋਂ ਕੁਤੜੇ 'ਚ ਰੂਹ ਨਿਕਲੀ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਕੁਛ ਵੀ ਪ੍ਰਾਪਤ ਨਹੀਂ ਹੁੰਦਾ। ਸੋ ਉਹਦੇ ਚਰਨਾਂ 'ਚ ਸਦਾ ਬੇਨਤੀ ਕਰੀਏ, ਗਰੀਬ ਨਾਥ ਜੀ ਮੇਰੇ 'ਤੇ ਕਿਰਪਾ ਕਰੋ, ਕਿਰਪਾ ਕਰੋ ਦੀਨ ਕੇ ਦਾਤੇ ਮੋਹੇ ਗੁਣ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮੈਂ ਤਾਂ ਅਵਗੁਣਾਂ ਦਾ ਭਰਿਆ ਖਜ਼ਾਨਾ ਹਾਂ, ਉਹ ਪਾਪੀ ਗੁਨਾਹਗਾਰ ਹਾਂ, ਤੁਸੀਂ ਬਖਸ਼ਣ ਯੋਗ ਹੋ। ਬਖਸ਼ ਲੈ ਗੁਰੂ ਨਾਨਕ, ਬਖਸ਼ ਲੈ। ਧੰਨ ਬਾਬਾ ਨਾਨਕ ਸਿੰਘ ਜੀ ਨਾਨਕਸਰ ਵਾਲੇ ਕਹਿੰਦੇ, ਐ ਨਾਨਕ ਨਿਰੰਕਾਰ ਤੂੰ ਹੀ ਨਿਰੰਕਾਰ ਆ, ਤੂੰ ਮੈਨੂੰ ਬਖਸ਼ ਲੈ। ਬਖਸ਼ਣ ਹਾਰਾ ਬਖਸ਼ਣਾ, ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਕਰ। ਤੇਰੀ ਕਿਰਪਾ ਤੋਂ ਬਿਨਾਂ ਮੈਂ ਨਹੀਂ ਨਾਮ ਜਪ ਸਕਦਾ, ਤੇਰੀ ਕਿਰਪਾ ਤੋਂ ਬਿਨਾਂ ਮੈਂ ਮੁਕਤ ਵੀ ਨਹੀਂ ਹੋ ਸਕਦਾ। ਸੋ ਜਿਨ ਸੀਗਾਰੀ ਤਿਸਹਿ ਪਿਆਰੀ, ਮੇਲ ਭਇਆ ਰੰਗ ਮਾਣੈ, ਜਿਸ ਪਤੀ ਪਰਮਾਤਮਾ ਨੇ ਸਾਧਨਾ ਰੂਪ ਸਿੰਗਾਰਾਂ ਨਾਲ ਸਿੰਗਾਰਿਆ ਹੈ, ਇਹ ਜਗਿਆਸੂ ਰੂਪੀ ਇਸਤਰੀ ਉਸੇ ਪਤੀ ਪਰਮਾਤਮਾ ਨੂੰ ਪਿਆਰੀ ਲੱਗੀ ਹੈ, ਜਾਂ ਪਿਆਰੀ ਲੱਗੀ ਤਾਂ ਹੀ ਪਤੀ ਪਰਮਾਤਮਾ ਨਾਲ ਮੇਲ ਹੋ ਗਿਆ ਹੈ। ਜਦੋਂ ਇਹਦੇ 'ਚ ਗੁਣ ਆ ਗਏ, ਦਇਆ, ਸੰਤੋਖ, ਜਤ, ਸਤ, ਤਾਂ ਫਿਰ ਇਹਦੇ ਅੰਦਰ ਚੰਗੇ ਗੁਣ ਆਉਣ ਕਰਕੇ ਪਰਮਾਤਮਾ ਨੂੰ ਚੰਗੀ ਲੱਗਣ ਲੱਗ ਪੈਂਦੀ ਹੈ। ਜਾਂ ਮੇਲ ਮਿਲਾਪ ਹੋਇਆ ਤਾਂ ਉਸੇ ਦੇ ਅਭੇਦਤਾ ਦੇ ਰੰਗ ਆਨੰਦ ਨੂੰ ਮਾਣੈ ਭੋਗਣਾ ਕੀਤਾ ਹੈ ਇਸਨੇ। ਸੋ ਘਰ ਸੇਜ ਸੁਖਾਵੀ ਜਾ ਪਿਰ ਰਾਵੀ, ਗੁਰਮੁਖ ਮਸਤਕ ਭਾਗੋ, ਜਿਸ ਗੁਰਮੁਖ ਸਖੀ ਨੇ ਦੇ ਮੱਥੇ ਦੇ ਚੰਗੇ ਭਾਗ ਹਨ, ਜਿਸ ਗੁਰਮੁਖ ਪਿਆਰੇ ਦੇ, ਉਸਨੇ ਪਤੀ ਪਰਮਾਤਮਾ ਦੇ ਆਨੰਦ ਨੂੰ ਰਾਵਿਆ ਹੈ। ਪਰਮਾਤਮਾ ਦਾ ਨਾਮ ਉਹਨੂੰ ਪ੍ਰਾਪਤ ਹੋਇਆ ਅਤੇ ਪਰਮਾਤਮਾ ਪ੍ਰਾਪਤ ਹੋ ਗਿਆ, ਉਹਨੂੰ ਆਨੰਦ ਹੀ ਆਨੰਦ ਆ, ਜੀਂਦੇ ਮੁਕਤੀ ਉਹਦੀ ਹੋ ਗਈ ਆ, ਕਾਮ ਕ੍ਰੋਧ ਹੰਕਾਰ ਤੋਂ ਬਚ ਗਈ ਆ। ਸੋ ਪਤੀ ਦੇ ਆਨੰਦ ਨੂੰ ਰਾਵਿਆ, ਪਰਮਾਤਮਾ ਦੇ ਆਨੰਦ ਨੂੰ ਰਾਵਿਆ। ਇਸ ਦੇ ਸਰੀਰ ਘਰ ਵਿੱਚ ਸ਼ਰਧਾ ਵਿਸ਼ਿਸ਼ਟ ਅੰਤঃਕਰਨ ਰੂਪ ਸੇਜਾ ਸੁਹਾਵੀ ਸ਼ੋਭਨੀਕ ਹੋ ਗਈ ਹੈ। ਉਹਦੇ ਮਨ ਦੇ ਅੰਦਰ ਸਦਾ ਖੇੜਾ ਆ, ਆਨੰਦ ਆ। ਨਾਨਕ ਅਹਨਿਸ ਰਾਵੈ ਪ੍ਰੀਤਮ, ਹਰ ਵਰ ਥਿਰ ਸੁਹਾਗੋ। ਗੁਰੂ ਜੀ ਕਥਨ ਕਰਦੇ ਹਨ, ਜਿਹੜੀ ਜਿਗਿਆਸੂ ਰੂਪ ਇਸਤਰੀ ਸਾਧਨਾ ਦੁਆਰੇ ਅਹਨਿਸ ਦਿਨ ਰਾਤ ਆਪਣੇ ਪ੍ਰੀਤਮ ਪਰਮਾਤਮਾ ਨੂੰ ਰਾਮਦੀ ਹੈ, ਉਹਦੇ ਗੁਣ ਗਾਉਂਦੀ ਹੈ, ਉਸਨੂੰ ਹਰੀ ਰੂਪ ਵਰ ਪਤੀ ਦਾ ਸੁਹਾਗੋ ਆਨੰਦ ਹਮੇਸ਼ਾ ਵਾਸਤੇ ਥਿਰ ਸਥਿਤ ਹੋਇਆ। ਉਹ ਪਰਮਾਤਮਾ ਨਾਲ ਇੱਕ ਰੂਪ ਹੋ ਗਈ ਆ, ਬ੍ਰਹਮ ਅਵਸਥਾ ਵਿੱਚ ਚਲੇ ਗਈ। ਉਹ ਸਿੱਖ ਫਿਰ ਗੁਰਸਿੱਖ ਬਣ ਗਿਆ, ਫਿਰ ਸਾਧੂ ਬਣਿਆ, ਸੰਤ ਬਣਿਆ, ਫਿਰ ਪਰਮਾਤਮਾ ਵਿੱਚ ਬ੍ਰਹਮ ਗਿਆਨੀ ਬਣ ਕੇ ਲੀਨ ਹੋ ਗਿਆ। ਉਹ ਗੁਰਮੁਖ ਪਿਆਰਾ ਹੈ, ਉਹਦੇ 'ਤੇ ਕਿਰਪਾ ਹੈ। ਸੋ ਢੂੰਡ ਸੰਤ ਸੱਜਣ ਪੱਕਿਆਂ, ਜਿਹੜਿਆਂ ਦੀ ਪਰਮਾਤਮਾ ਨਾਲ ਪੱਕੀ ਡੋਰ ਲੱਗੀ ਆ, ਚਾਹੇ ਉਹ ਧਾਰਨਾ ਦਾ ਕੀਰਤਨ ਕਰਕੇ, ਚਾਹੇ ਰਾਗਾਂ ਵਿੱਚ ਕੀਰਤਨ ਕਰਕੇ, ਚਾਹੇ 52 ਕਵੀ 10ਵੇਂ ਪਾਤਸ਼ਾਹ ਦੇ ਹਜ਼ੂਰੀ ਜਾਂ ਕਵੀਸ਼ਰੀ ਦੁਆਰਾ, ਚਾਹੇ ਢਾਡੀਆਂ ਦੁਆਰਾ, ਇਹ ਸਾਧਨ ਸੀ ਸਿੱਖੀ ਦੇ ਪ੍ਰਚਾਰ ਦੇ। ਸੋ ਸਾਧ ਸੰਗਤ ਜੀ, ਉਹ ਇਹ ਗੁਰੂ ਦੇ ਨਾਲ ਪਿਆਰ ਪੱਕਾ ਕਰਦੇ ਸੀ। ਇਹ ਕੱਚੀ ਬਾਣੀ ਨਹੀਂ, ਇਹ ਪੱਕੇ ਆ ਸਾਰੇ। ਇਹ ਲੋਕਾਂ ਨੂੰ ਭੁਲੇਖਾ ਆ। ਇੱਕ ਪੱਤਰਕਾਰ ਪਿੱਛੇ ਜਿਹਾ ਕਰਦਾ ਸੀ, ਬਾਬਾ ਗੁਲਾਬ ਸਿੰਘ ਨੂੰ ਪੁੱਛਦਾ ਸੀ ਜੀ ਇਹ ਤਾਂ ਕੱਚੀ ਬਾਣੀ ਆ, ਉਹਨਾਂ ਨੂੰ ਵੀ ਸਹੀ ਜਵਾਬ ਨਹੀਂ ਆਇਆ। ਸੋ ਉਹ ਵੀ ਕਹਿਣ ਲੱਗ ਪਏ ਕਿ ਇਹ ਕੱਚੀ ਬਾਣੀ ਨਹੀਂ ਆ, ਵੈਸੇ ਇਹ ਤਾਂ ਮਹਾਂਪੁਰਖਾਂ ਨੇ ਇਹ ਕੀਰਤਨ ਠੀਕ ਹੈ ਸੰਤ ਅਤਰ ਸਿੰਘ ਦੀ ਦੇਣ, ਉਹਨਾਂ ਨੂੰ ਗਿਆਨ ਸੀ, ਪਰ ਇਹਨਾਂ ਨੂੰ ਮੈਂ ਦਾਸ ਸਮਝਾਉਂਦਾ, ਗੁਰੂ ਸਾਹਿਬ ਦੀ ਕਿਰਪਾ ਹੋਈ ਆ ਕਿ ਭਾਈ ਚਾਹੇ ਉਹਨੂੰ ਕਥਾ ਦੁਆਰਾ ਪੱਕਾ ਕਰ ਦਿਓ ਕਿਸੇ ਦੇ ਪਿਆਰ ਨੂੰ ਰੱਬ ਦੇ ਨਾਲ, ਚਾਹੇ ਧਾਰਨਾ ਦੇ ਕੀਰਤਨ ਦੁਆਰਾ ਪੱਕਾ ਕਰ ਦਿਓ, ਚਾਹੇ ਧਾਰਨਾ ਦਾ ਕੀਰਤਨ ਵੀ ਇੱਕ ਵਿਸ਼ਰੀ 'ਚ ਆ, ਉਹ ਕਵਿਤਾ ਹੀ ਜੋੜੀ ਹੁੰਦੀ ਹੈ। ਸੋ ਚਾਹੇ 52 ਕਵੀ 10ਵੇਂ ਪਾਤਸ਼ਾਹ ਦੇ ਹਜ਼ੂਰੀ 'ਚ ਰਹਿੰਦੇ ਸੀ। ਮਹਾਰਾਜ ਖੁਦ ਇੱਕ ਕਵੀ ਆ, ਔਰ ਗੁਰੂ ਨਾਨਕ ਸਾਹਿਬ ਖੁਦ ਇੱਕ ਬਹੁਤ ਵਿਸ਼ਾਲ ਕਵੀ ਸੀ। ਉਹ ਖੁਦ ਇੱਕ ਚੰਗੇ ਗਾਇਕ ਆ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਰੱਬ ਦੇ ਪਿਆਰ ਦੀ ਬਾਣੀ ਗਾਉਣ ਨੂੰ ਉਹ ਕਹਿਣ ਡਏ। ਔਰ ਰਾਗ, ਸਿੰਗਾਰ ਰਸ, ਸਾਰੇ ਰਸ ਬਾਣੀ ਅੰਦਰ ਭਰੇ ਆ, ਸਾਰੇ ਰਾਗ ਬਾਣੀ ਅੰਦਰ ਮੌਜੂਦ ਹੈ। ਸੋ ਇਹ ਸਿੰਗਾਰ ਸੰਗੀਤ ਪਰਮਾਤਮਾ ਨਾਲ ਜੁੜਨ ਵਾਸਤੇ ਬਣਾਇਆ ਸੀ। ਲੋਕਾਂ ਨੇ ਉਹਨੂੰ ਵਿਸ਼ੇ ਵਾਸ਼ਨਾ ਲਈ ਉਪਯੋਗ ਕਰਨ ਲੱਗ ਪਏ। ਸੰਗੀਤ ਨੂੰ ਗਲਤ ਵਾਸਤੇ ਲਿਆ ਕੇ ਸਮਾਜ ਅੰਦਰ ਸ਼ਰਾਬਾਂ 'ਤੇ, ਡਾਕੂਆਂ 'ਤੇ, ਕਤਲਾਂ 'ਤੇ ਇਹੋ ਜਿਹੇ ਕਾਤਲ ਬਣਾਉਣ ਲੱਗ ਪਏ, ਇਹੋ ਜਿਹੇ ਗੰਦੇ ਗੀਤ ਗਾ ਗਾ ਕੇ। ਉਹ ਕੱਚੀ ਬਾਣੀ ਹੈ ਜਿਹੜੀ ਰੱਬ ਤੋਂ ਤੋੜਦੀ ਆ। ਤੋ ਇਹ ਸੱਚੀ ਬਾਣੀ ਹੈ ਜਿਹੜੀ ਰੱਬ ਨਾਲ ਜੋੜਦੀ ਹੈ। ਬਾਣੀ ਜੀਭ ਨੂੰ ਕਹਿੰਦੇ ਆ, ਜੀਭ ਦੇ ਵਿੱਚੋਂ ਨਿਕਲੇ ਉਚਾਰਨ ਨੂੰ ਕਹਿੰਦੇ। ਸੋ ਸਾਧ ਸੰਗਤ ਜੀ, ਚਾਹੇ ਬਾਣੀ ਪੜ੍ਹ ਕੇ, ਚਾਹੇ ਕਥਾ ਕਰਕੇ, ਚਾਹੇ ਕੀਰਤਨ ਕਰਕੇ, ਚਾਹੇ ਕਵੀਸ਼ਰੀ ਕਰਕੇ, ਚਾਹੇ ਢੋਲਕੀਆਂ ਛੈਣਿਆਂ ਨਾਲ ਕੀਰਤਨ ਕਰਕੇ, ਜਿਹੜੇ ਰੱਬ ਦੇ ਪਿਆਰ ਨਾਲ ਪੱਕਾ ਕਰਨਾ, ਉਹ ਪੱਕੀ ਬਾਣੀ ਹੀ ਆ, ਉਹ ਕਦੇ ਕੱਚੀ ਬਾਣੀ ਨਹੀਂ ਹੋ ਸਕਦੀ। ਸੋ ਕੱਚੇ ਉਹ ਆ ਜਿਹੜੇ ਗੰਦੇ ਗਾਣੇ ਗਾਉਂਦੇ ਆ, ਅਸ਼ਲੀਲ ਗਾਣੇ ਗਾਉਂਦੇ, ਸ਼ਰਾਬਾਂ ਪੀਣ ਨੂੰ, ਨਸ਼ੇ ਕਰਨ ਨੂੰ ਉਤੇਜਨਾ ਦਿੰਦੇ ਆ, ਇਹੋ ਜਿਹੇ ਗੀਤਕਾਰ, ਅਤੇ ਜਿਹੜੇ ਇਹੋ ਜਿਹੀਆਂ ਕਵਿਤਾ ਲਿਖਦੇ ਗਾਉਂਦੇ ਆ, ਜਿਹੜੇ ਇਹੋ ਜਿਹੀਆਂ ਫਿਲਮਾਂ ਸਟੋਰੀਆਂ ਬਣਾਉਂਦੇ ਆ, ਜਿਹੜੇ ਰੱਬ ਤੋਂ ਤੋੜਦੇ ਆ ਅਤੇ ਬੰਦੇ ਨੂੰ ਕਾਮੀ ਅਤੇ ਵਿਸ਼ਈ ਅਤੇ ਨਸ਼ਈ ਬਣਾ ਦਿੰਦੇ ਆ, ਉਹ ਕੱਚੇ ਆ। ਉਹ ਕੱਚੀਆਂ ਫਿਲਮਾਂ, ਉਹ ਕੱਚੇ ਗਾਣੇ, ਉਹ ਕੱਚੀਆਂ ਸਟੋਰੀਆਂ। ਸੱਚੀ ਸਟੋਰੀ ਉਹ ਰੱਬ ਦੀ ਆ ਜਿਹਨੇ ਦੁਨੀਆ ਬਣਾਈ ਆ।
ਉਹ ਗੁਰਬਾਣੀ ਆ, ਇਤਿਹਾਸ ਆ, ਕਥਾ ਆ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਨ੍ਹਾਂ 'ਤੇ ਕਿਰਪਾ ਕੀਤੀ ਉਹਨਾਂ ਨੂੰ ਸੱਚੀ ਬਾਣੀ ਨਾਲ ਜੋੜ ਕੇ ਸੱਚੇ ਸਾਧੂਆਂ ਦਾ ਮੇਲ ਕਰਾਤਾ। ਸਾਧੂ ਪੱਕੇ ਹੁੰਦੇ ਆ, ਫਿਰ ਉਹ ਜਿਹੜੇ ਉਹਨਾਂ ਨਾਲ ਜੁੜਦੇ ਉਹ ਵੀ ਰੱਬ ਤੱਕ ਪਹੁੰਚੇ ਹੁੰਦੇ ਅਤੇ ਰੱਬ ਤੱਕ ਪਹੁੰਚਣ ਦਾ ਰਸਤਾ ਦੱਸ ਦਿੰਦੇ। ਉਹ ਆਪ ਮੁਕਤ ਕਰੇ ਸੰਸਾਰ। ਖੁਦ ਉਹਨਾਂ ਨੇ ਆਪਣੇ ਕਾਮ ਕ੍ਰੋਧ ਹੰਕਾਰ ਮਾਰੇ ਹੁੰਦੇ ਆ ਅਤੇ ਦੂਜੇ 'ਤੇ ਵੀ ਮਾਰ ਦਿੰਦੇ ਆ। ਸੋ ਗੁਰੂ ਨਾਨਕ ਸਾਹਿਬ ਨੇ ਬਾਣੀ 'ਚ ਲਿਖਿਆ, ਕੋਈ ਗਾਵੇ ਰਾਗੀ ਨਾਦੀ ਬੇਦੀ ਵਪਾਤ ਕਰ ਨਹੀਂ, ਹਰ ਹਰ ਪੀਜੈ ਰਾਮ ਰਾਜੇ। ਚੰਗੇ ਰਾਗ ਵੀ ਸਿੱਖ ਲਓ, ਚੰਗੀ ਕਥਾ ਵੀ ਸਿੱਖ ਲਓ ਟਕਸਾਲਾਂ 'ਚ ਜਾ ਕੇ, ਪਰ ਜਦ ਤੱਕ ਆਪਣੇ 5 ਦੁਸ਼ਮਣ ਨਹੀਂ ਮਾਰਦਾ, ਆਪ ਮੁਕਤ ਨਹੀਂ ਹੁੰਦਾ, ਦੂਜੇ ਨੂੰ ਮੁਕਤ ਨਹੀਂ ਕਰਾ ਸਕਦਾ। ਆਪ ਸਾਧੂ ਨਹੀਂ ਬਣਦਾ, ਦੂਜੇ ਨੂੰ ਸਾਧੂ ਨਹੀਂ ਬਣਾ ਸਕਦਾ। ਸੋ ਇਸ ਕਰਕੇ ਢੂੰਡ ਸੰਤ ਸੱਜਣ ਪੱਕਿਆਂ ਕੱਚੜਿਆਂ ਸੋ ਤੋੜ ਬਾਣੀ ਦਾ ਫਰਮਾਨ ਆ। ਆਓ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰੀਏ। ਔਰ ਮਹਾਰਾਜ ਸੱਚੇ ਪਾਤਸ਼ਾਹ ਨੇ 12 ਮਹੀਨਿਆਂ ਦੀ ਸਮਾਪਤੀ ਕਰਕੇ ਇਸ ਸਾਲ ਦੀ ਸਮਾਪਤੀ ਆ। ਫਿਰ ਅਗਲੇ ਮਹੀਨੇ ਤੋਂ, ਚੇਤ ਦੇ ਮਹੀਨੇ ਤੋਂ ਸਾਲ ਦੀ ਪ੍ਰਾਰੰਭਤਾ ਆ। ਸੋ ਚੇਤ ਦੇ ਮਹੀਨੇ ਤੋਂ ਪ੍ਰਾਰੰਭ ਕੀਤਾ ਸੀ। ਇਸ ਸਾਲ ਤੋਂ ਗੁਰੂ ਨਾਨਕ ਸਾਹਿਬ ਨੇ ਇੱਕ ਆਤਮਾ ਨੂੰ ਗਿਆਨ ਦਿੱਤਾ ਸੀ ਔਰ ਮਹਾਰਾਜ ਨੇ 12 ਮਹੀਨਿਆਂ 'ਚ ਇਸ ਜੀਵਨ ਨੂੰ 12 ਮਹੀਨਿਆਂ ਦਾ ਗਿਆਨ ਦੇ ਕੇ ਫਿਰ ਆਖਰੀ ਮਹੀਨੇ 'ਚ ਫਲ ਦੇ ਦਿੱਤਾ ਵੀ ਹੁਣ ਰੱਬ ਨਾਲ ਮਿਲ ਗਿਆ। ਅਤੇ ਗੁਰੂ ਨਾਨਕ ਸਾਹਿਬ ਵੀ ਫਿਰ ਸੱਚਖੰਡ ਨੂੰ ਸਮਾ ਗਏ। ਸੂਰਜ ਕਿਰਨ ਮੇਲ ਜਰ ਕਾ ਜਲ ਹੁਆ ਰਾਮ। ਸੋ ਮਹਾਰਾਜ ਵੀ ਸੱਚਖੰਡ ਚਲੇ ਗਏ। ਸੋ ਉਹ ਤਾਂ ਰੱਬ ਸੀ। 10ਵੇਂ ਪਾਤਸ਼ਾਹ ਬਾਜ ਘੋੜੇ ਸਮੇਤ ਗਏ ਔਰ ਉਹ ਕਦੇ ਵੀ ਇੱਥੇ ਆ ਸਕਦੇ, ਕਦੇ ਵੀ ਜਾ ਸਕਦੇ। ਉਹਨਾਂ ਨੂੰ ਕੋਈ ਇਹ ਬੰਧਨ ਨਹੀਂ ਹੁੰਦਾ ਕਿ ਸਰੀਰ ਛੱਡ ਕੇ ਜਾਣਾ ਜਾਂ ਲੈ ਕੇ ਜਾਣਾ। ਸੋ 3 ਗੁਰੂ ਸਾਹਿਬ ਤਾਂ ਸਰੀਰ ਲੈ ਕੇ ਹੀ ਗਏ ਆ, ਗੁਰੂ ਅਰਜਨ ਦੇਵ ਜੀ ਵੀ, ਗੁਰੂ ਨਾਨਕ ਸਾਹਿਬ ਵੀ, 10ਵੇਂ ਪਾਤਸ਼ਾਹ ਵੀ। ਸੋ ਇਹ ਜਿਹੜੇ 48 ਸਿੰਘ ਵਧੇਹ ਮੁਕਤ ਹੋ ਗਏ ਸੀ 46 ਵਿੱਚੋਂ, ਇਹ ਕਥਾ ਸੁਣ ਕੇ 8 ਸਾਲ ਦੀ, ਉਹ ਸਣੇ ਸਰੀਰੇ ਚਲੇ ਗਏ ਸੀ ਸੱਚਖੰਡ। ਇਹ ਵੀ ਲਿਖਿਆ। ਸੋ ਰੱਬ ਦੀ ਸ਼ਕਤੀ 'ਤੇ ਕਦੇ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ। ਜਿਹੜੇ ਕਿੰਤੂ ਪ੍ਰੰਤੂ ਕਰਦੇ ਉਹ ਨਾਸਤਿਕ ਲੋਕ, ਉਹ ਇਹੋ ਜਿਹੀਆਂ ਤਾਕਤਾਂ ਨੇ ਪੈਦਾ ਕੀਤੇ ਆ ਜਿਹੜੇ ਪੰਥ ਵਿੱਚ 2 ਫਾੜ ਕਰਦੇ ਆ, ਗਾਤਰੇ ਪਾ ਕੇ, ਦਾੜੀ ਕੈਸ ਰੱਖ ਕੇ। ਉਹ ਆਪ ਟਕਸਾਲ 'ਚ ਜਾਂਦੇ ਨਹੀਂ, ਵਿੱਦਿਆ ਪੜ੍ਹਦੇ ਨਹੀਂ। ਉਹ 10ਵੇਂ ਪਾਤਸ਼ਾਹ ਨੂੰ ਚੈਲੰਜ ਕਰਦੇ ਆ ਬਾਣੀ ਦੇ ਗਲਤ ਅਰਥ ਕਰਕੇ। ਉਹਨਾਂ ਤੋਂ ਬਚੋ। ਅਰਦਾਸ ਕਰੀਏ ਗਰੀਬਨਾਥ ਸਾਡਾ ਵੀ ਇਹ ਸਾਰਾ ਸਾਲ ਸਫਲ ਹੋਵੇ। ਸਾਡੇ 'ਤੇ ਕਿਰਪਾ ਕਰੋ, ਸਾਨੂੰ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ, ਨਾਮ ਦੀ ਦਾਤ, ਸਿੱਖੀ ਦੀ ਦਾਤ, ਸੇਵਾ ਸਿਮਰਨ ਦੀ ਦਾਤ, ਸਾਧੂਆਂ ਸੰਤਾਂ ਨਾਲ ਮੇਲ ਮਿਲਾਪ, ਸਤਸੰਗ ਕਰਨ ਦੀ ਦਾਤ ਬਖਸ਼ੋ। ਉਹਨਾਂ ਦੀ ਸੇਵਾ ਬਖਸ਼ੋ। ਤੇਰੇ ਪਿਆਰੇ ਜਿਨ੍ਹਾਂ ਦਾ ਜਾ ਕਾ ਕਹੈ ਦਰਗਹਿ ਚੱਲੇ। ਸੋ ਇੰਨੀਆਂ ਦਾਤਾਂ ਰੱਬ ਦੇ ਚਰਨਾਂ 'ਚ ਅਰਦਾਸ ਕਰਕੇ ਮੰਗੀਏ। ਆਓ ਆਖਰੀ ਪੰਕਤੀ ਇਸ ਸਾਲ ਦੀ 'ਤੇ ਪੜ੍ਹ ਕੇ ਸਮਾਪਤੀ ਕਰੀਏ ਅਤੇ ਫਿਰ ਅਸੀਂ ਮਾਝ ਰਾਗ ਦੀ ਕਥਾ ਪ੍ਰਾਰੰਭ ਕਰਾਂਗੇ। ਕਰ ਸੇਚ ਸੁਹਾਵੀ ਜਾ ਪਿਰ ਰਾਵੀ, ਗੁਰਮੁਖ ਮਸਤਕ ਭਾਗੋ, ਨਾਨਕ ਅਹਨਿਸ ਰਾਵੈ ਪ੍ਰੀਤਮ, ਹਰ ਵਰ ਥਿਰ ਸੁਹਾਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 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 ਫਲ ਗੁਣ ਆਨੰਦ ਉਪਾਰਜਨ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਏ। ਸੇਜ ਸੁਹਾਵੀ ਸਰਬ ਸੁਖ ਹੁਣ, ਦੁਖਾ ਨਾਹੀ ਜਾਏ। ਇਛ ਪੁਨੀ ਵਡ ਭਾਗਣੀ, ਵਰ ਪਾਇਆ ਹਰ ਰਾਏ। ਮਿਲ ਸਹੀਆ ਮੰਗਲ ਗਾਵਹੀ, ਗੀਤ ਗੋਵਿੰਦ ਅਲਾਏ। ਹਰ ਜੇਹਾ ਅਵਰ ਨ ਦਿਸਈ, ਕੋਈ ਦੂਜਾ ਲਵੈ ਨ ਲਾਏ। ਹਲਤ ਪਲਤ ਸਵਾਰਿਉਨ, ਨਿਹਚਲ ਦਿੱਤੀਅਨ ਜਾਏ। ਸੰਸਾਰ ਸਾਗਰ ਤੇ ਰਖਿਅਨ, ਬਹੁ ਨ ਜਨਮੈ ਧਾਏ। ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਣੀ ਪਾਏ। ਫਲ ਗੁਣ ਨਿਤ ਸਲਾਹੀਐ, ਜਿਸਨੋ ਤਿਲ ਨ ਤਮਾਏ। ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਣੀ ਪਾਏ। ਫਲ ਗੁਣ ਨਿਤ ਸਲਾਹੀਐ, ਜਿਸਨੋ ਤਿਲ ਨ ਤਮਾਏ। ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ। ਹਰ ਗੁਰ ਪੂਰਾ ਆਰਾਧਿਆ, ਦਰਗਹਿ ਸਚ ਖਰੇ। ਸਰਬ ਸੁਖਾ ਨਿਧ ਚਰਨ, ਹਰ ਭਉਜਲ ਬਿਖਮ ਤਰੇ। ਪ੍ਰੇਮ ਭਗਤ ਤਿਨ ਪਾਈਆ, ਵਿਖਿਆ ਨਾਹਿ ਜਰੇ। ਕੂੜ ਗਏ ਦੁਬਿਧਾ ਨੱਸੀ, ਪੂਰਨ ਸਚ ਭਰੇ। ਪਾਰ ਬ੍ਰਹਮ ਪ੍ਰਭ ਸੇਵਦੇ, ਮਨ ਅੰਦਰ ਏਕ ਧਰੇ। ਮਾਹ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰਹੁ ਹਰੇ। ਮਾਹ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰਹੁ ਹਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਪਿਆਰੀ, ਗੁਰੂ ਕੀ ਸਾਜੀ ਨਿਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ। ਫੱਗਣ ਦਾ ਮਹੀਨਾ ਦੀ ਸੰਗਰਾਂਦ ਦਾ ਦਿਹਾੜਾ। ਹੁਣ ਇਸ ਫੱਗਣ ਦੇ ਮਹੀਨੇ ਵਿੱਚ
ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਮਾਝ ਰਾਗ ਵਿੱਚ, ਜੋ ਕਿ ਤੁਖਾਰੀ ਰਾਗ ਵਿੱਚ ਉਚਾਰਨ ਕੀਤੀ ਹੋਈ ਮੂਲ ਜੋ 12 ਮਹਾਂ ਹੈ ਗੁਰੂ ਨਾਨਕ ਸਾਹਿਬ ਦੀ ਰਚਨਾ, ਉਹਦਾ ਟੀਕਾ ਰੂਪ ਮਾਝ ਰਾਗ ਮੰਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਥੜਾ ਸਾਹਿਬ 'ਤੇ ਬੈਠ ਕੇ ਗੁਰੂ ਅਰਜਨ ਦੇਵ ਜੀ ਨੂੰ ਸੰਗਤ ਨੇ ਬੇਨਤੀ ਕੀਤੀ, ਮਹਾਰਾਜ 12 ਮਹਾਂ ਦਾ ਮਹੀਨੇ ਸਫਲ ਕਰਨ ਵਾਸਤੇ ਕੋਈ ਬਾਣੀ ਉਚਾਰਨ ਕਰੋ। ਮਹਾਰਾਜ ਜੀ ਨੇ ਕਿਹਾ, ਸਾਡੇ ਬੜੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਉਚਾਰਨ ਕਰ ਚੁੱਕੇ ਆ, ਉਹ ਪੜ੍ਹ ਲਿਆ ਕਰੋ। ਸੋ ਕਹਿਣ ਲੱਗੇ, ਸੰਗਤਾਂ ਕਹਿੰਦੀਆਂ ਮਹਾਰਾਜ ਉਹ ਕਠਨ ਹੈ, ਥੋੜ੍ਹਾ ਬ੍ਰਿਜ ਬੋਲੀ 'ਚ ਆ, ਸਮਝ ਘੱਟ ਪੈਂਦੀ ਆ। ਮਹਾਰਾਜ ਕਹਿੰਦੇ ਉਹ ਮੂਲ ਰੂਪ ਜੜ ਰੂਪ ਰਹਿਣਗੇ, ਅਸੀਂ ਉਹਦਾ ਟੀਕਾ ਰੂਪ ਜਿਹਨੂੰ ਪੜ੍ਹਨ ਨਾਲ ਸਿੱਧਾ ਹੀ ਸਮਝ ਆ ਜਾਏ ਮਾਝ ਰਾਗ ਉਚਾਰਨ ਕਰਾਂਗੇ। ਸੋ ਮਾਝ ਰਾਗ ਦੀ ਆਮ ਮਹੀਨਾ ਗੁਰਦੁਆਰਿਆਂ 'ਚ ਪੜ੍ਹਿਆ ਜਾਂਦਾ, ਤੁਖਾਰੀ ਰਾਗ ਲੋਕ ਨਹੀਂ ਪੜ੍ਹਦੇ। ਸੋ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਰੋਜ਼ ਤੁਖਾਰੀ ਵੀ ਅਤੇ ਮਾਝ ਰਾਗ ਦੀ ਦੋਏ 12 ਮਹਾਂ ਦਾ ਪਾਠ ਸੁਣਿਆ ਕਰਦੇ ਸੀ। ਬੜਾ ਮਹੱਤਮ ਆ ਸਾਧ ਸੰਗਤ ਜੀ। ਸੋ ਘੱਟੋ ਘੱਟ ਮਹੀਨੇ ਵਾਲੇ ਦਿਨ ਤਾਂ ਪੜ੍ਹਨਾ ਚਾਹੀਦਾ। ਟਕਸਾਲੀ ਸਿੰਘ ਤਾਂ ਰੋਜ਼ ਹੀ ਪੜ੍ਹਦੇ ਆ, ਜਿਵੇਂ ਰਾਗਮਾਲਾ ਵੀ ਰੋਜ਼ ਪੜ੍ਹਦੇ ਆ, ਅਤੇ ਉਹ ਜੇ 84 ਸ਼ਬਦ ਆ 84 ਕੱਟਦੀ ਆ। ਅਤੇ ਲਾਵਾਂ ਦਾ ਪਾਠ ਭੂਤ ਪ੍ਰੇਤ ਦੀ ਜੂਨ ਤੋਂ ਬਚਾਉਂਦਾ, ਲਾਵਾਂ ਦਾ ਪਾਠ ਵੀ ਟਕਸਾਲੀ ਸਿੰਘ ਰੋਜ਼ ਹੀ ਕਰਦੇ ਕਈ। ਸੋ ਸਾਧ ਸੰਗਤ ਜੀ, ਗੁਰੂ ਸਾਹਿਬ ਕਿਰਪਾ ਕਰਨ। ਆਓ ਇਸ ਸਾਲ ਦੀ ਸਮਾਪਤੀ, ਆਖਰੀ ਮਹੀਨਾ ਸਾਲ ਦਾ, ਸੋ ਇਸ ਦੀ ਕਥਾ ਨਾਲ ਜੁੜੀਏ। ਗੁਰੂ ਅਰਜਨ ਦੇਵ ਜੀ ਇਸ ਮਹੀਨੇ ਵਿੱਚ ਜਗਿਆਸੂ ਨੂੰ ਸਮਝਾਉਂਦੇ ਹਨ ਕਿ ਜਿਨ੍ਹਾਂ ਗੁਰਮੁਖ ਇਸਤਰੀਆਂ ਨੇ ਸਤਸੰਗ ਵਿੱਚ ਜਾ ਕੇ ਮਹਾਤਮਾ ਨਾਲ ਮਿਲ ਕੇ ਸਾਧੂਆਂ ਇੱਕ ਸੰਗਤ ਕਰਨੀ, ਦੂਜਾ ਸਾਧੂਆਂ ਦੀ ਸੰਗਤ ਕਰਨੀ। ਮਹਾਨ ਆਤਮਾ ਜਿਹੜੀ ਹੁੰਦੀ ਆ ਉਹ ਸਾਧੂ ਹੁੰਦੇ ਆ, ਸੰਤ ਹੁੰਦੇ ਆ, ਬ੍ਰਹਮ ਗਿਆਨੀ ਹੁੰਦੇ ਆ, ਜਿਨ੍ਹਾਂ ਨੇ ਆਪਣੇ 5 ਦੁਸ਼ਮਣ ਮਾਰ ਲਏ, ਕਾਮ, ਕ੍ਰੋਧ, ਲੋਭ, ਹੰਕਾਰ, ਈਰਖਾ, ਨਿੰਦਾ, ਇਹਨਾਂ ਚੀਜ਼ਾਂ ਨੂੰ ਮਾਰ ਲਿਆ। ਜਿਨ੍ਹਾਂ ਵਿੱਚ ਚੰਗੇ ਗੁਣ, ਦਇਆ, ਸੰਤੋਖ, ਜਤ ਸਤ ਪੈਦਾ ਹੋ ਜਾਂਦੇ, ਉਹਨਾਂ ਨੂੰ ਮਹਾਤਮਾ ਕਹਿ ਦਿੰਦੇ। ਅਸੀਂ ਆਮ ਜਿਵੇਂ ਆਤਮਾ ਆ ਅਤੇ ਉਹ ਮਹਾਂ ਆਤਮਾ ਹੋ ਜਾਂਦੇ ਆ। ਸੋ ਐਸੇ ਸਾਧੂਆਂ ਸੰਤਾਂ ਨੂੰ ਮਹਾਤਮਾ ਹੀ ਕਹਿਣਾ ਚਾਹੀਦਾ ਹੈ, ਕਿਉਂਕਿ ਮਹਾਂਪੁਰਖ ਬਾਣੀ ਅੰਦਰ ਰੱਬ ਨੂੰ ਕਿਹਾ ਹੈ। ਇਹ ਬਾਣੀ ਮਹਾਂਪੁਰਖ ਕੀ, ਇਸ ਤਰ੍ਹਾਂ ਬਾਣੀ ਚਾਹੁੰਦਾ। ਸੋ ਅਸੀਂ ਬਾਬਾ ਵੀ ਇੱਕ ਦੂਜੇ ਨੂੰ ਕਹਿ ਦਿੰਦੇ, ਜਦ ਕਿ ਬਾਬਾ ਸ਼ਬਦ ਵੀ ਰੱਬ ਨੂੰ ਮੁਖੱਲਤ ਕਰਕੇ ਬਾਣੀ ਅੰਦਰ ਕਿਹਾ। ਬਾਬਾ ਅਬ ਨਾ ਬਸੋ ਇਸ ਗਾਓ, ਉੱਥੇ ਬਾਬਾ ਰੱਬ ਨੂੰ ਕਿਹਾ। ਇਹ ਪਰਮਾਤਮਾ, ਹੁਣ ਮੇਰਾ ਇਸ ਸਰੀਰ 'ਚ ਬਸਣ ਨੂੰ ਦਿਲ ਨਹੀਂ ਕਰਦਾ, ਹੁਣ ਤਾਂ ਮੈਨੂੰ ਆਪਣੇ ਚਰਨਾਂ 'ਚ ਹੀ ਲੈ ਜਾ। ਸੋ ਇਸ ਤਰ੍ਹਾਂ ਬਾਣੀ ਅੰਦਰ ਬਹੁਤ ਸ਼ਬਦ ਮੁਖੱਲਤ ਕੀਤੇ ਆ, ਪਰ ਅਸੀਂ ਇੱਕ ਜੋ ਮਹਾਂਪੁਰਖ ਆ, ਜਿਹੜੇ ਨਾਮ ਕਮਾਈ ਵਾਲੇ ਚੰਗੇ ਆਤਮਾ ਆ, ਉਹ ਮਹਾਨ ਆਤਮਾ ਹੋ ਜਾਂਦੀ, ਜਿਹੜੀ ਪਹਿਲਾਂ ਮਨ ਨੂੰ ਸਾਧ ਲੈਂਦੀ ਆ ਕਾਮ, ਕ੍ਰੋਧ, ਹੰਕਾਰ, ਈਰਖਾ, ਨਿੰਦਿਆ ਤੋਂ, ਅਤੇ ਜਿਹੜੀ ਆਪਣੇ ਮਨ ਨੂੰ ਸਾਧ ਲੈਂਦੀ ਅੱਠੇ ਪੈਰ ਬਾਣੀ ਪੜ੍ਹਨ ਵਾਸਤੇ, ਸੋ ਉਹਨੂੰ ਮਹਾਂ ਆਤਮਾ ਕਹਿ ਦਿੰਦੇ ਆ। ਉਹ ਮਹਾਂ ਆਤਮਾ ਹੋ ਜਾਂਦੀ ਤਾਂ ਉਹਨੂੰ ਮਹਾਤਮਾ ਕਹਿ ਦਿੰਦੇ। ਸੋ ਮਹਾਤਮਾ ਨਾਲ ਮਿਲ ਕੇ, ਸਾਧੂਆਂ ਸੰਤਾਂ ਬ੍ਰਹਮ ਗਿਆਨੀਆਂ ਨਾਲ ਮਿਲ ਕੇ ਵਾਹਿਗੁਰੂ ਦੇ ਮੰਗਲ ਆਦਿਕ ਗੀਤ ਗਾਏ ਹਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਸੰਵਾਰਿਆ ਹੈ। ਸਾਧੂਆਂ ਤੋਂ ਸੰਤਾਂ ਤੋਂ ਨਫ਼ਰਤ ਨਹੀਂ ਕੀਤੀ। ਇਹ ਨਹੀਂ ਕਿਹਾ ਕਿ ਸੰਤ ਬਾਬੇ ਭਜਾਓ ਅਤੇ ਪੰਥ ਬਚਾਓ। ਇਹ ਨਾਸਤਿਕ ਲੋਕ ਕਹਿੰਦੇ ਆ, ਉਹ ਭਜਾ ਵੀ ਨਹੀਂ ਹੋਣੇ। ਬਾਣੀ 'ਚ ਲਿਖਤਾ ਜੋ ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਡੋਲਣਾ ਕਬਹੂ ਡੋਲੇ। ਬਾਣੀ 'ਚ ਬਾਬਾ ਵੀ ਲਿਖਿਆ, ਸੰਤ ਵੀ ਲਿਖਿਆ, ਇਹਨੂੰ ਕੋਈ ਮਾਈ ਦਾ ਲਾਲ ਭਜਾ ਨਹੀਂ ਸਕਦਾ। ਹਾਂ, ਮਿਸ਼ਨਰੀ, ਕਾਲਜ, ਪ੍ਰੋਫੈਸਰ ਜ਼ਰੂਰ ਭਜਾਏ ਆ, ਇਹ ਸ਼ਬਦ ਬਾਣੀ 'ਚ ਕਿਤੇ ਲਿਖਿਆ ਹੀ ਨਹੀਂ ਆ। ਇਹ ਤਾਂ ਸੰਸਾਰ ਦੀ ਪੜ੍ਹਾਈ ਲਈ ਲਿਖੇ ਆ। ਸੋ ਉਹ ਜ਼ਰੂਰ ਭਜਾਏ ਆ, ਉਹਨਾਂ ਨੂੰ ਗੁਰੂ ਸਾਹਿਬ ਨੇ ਭਜਾਤਾ, ਅਸੀਂ ਕੀ ਭਜਾਉਣਾ। ਸੋ ਸੰਤ, ਬ੍ਰਹਮ ਗਿਆਨੀ, ਸਾਧੂ, ਇਹ ਅੱਖਰ ਬਾਣੀ 'ਚ ਲਿਖੇ ਆ, ਇਹ ਕਦੇ ਭਜਾਏ ਨਹੀਂ ਜਾ ਸਕਦੇ। ਬਾਬਾ ਅੱਖਰ ਵੀ ਲਿਖਿਆ ਹੈ। ਸੋ ਇਸ ਕਰਕੇ ਸਾਧ ਸੰਗਤ ਜੀ, ਇਹਨਾਂ ਤੋਂ ਸਾਵਧਾਨ ਹੋਏ। ਇਹੋ ਜਿਹੇ ਲੋਕਾਂ ਤੋਂ ਸੰਸਾਰ ਦੀ ਵਿੱਦਿਆ ਅਤੇ ਬ੍ਰਹਮ ਵਿੱਦਿਆ ਦਾ ਕਿਤੇ ਆਪਸ ਤਾਲਮੇਲ ਨਹੀਂ ਆ। ਸੰਸਾਰ ਦੀ ਡਿਗਰੀਆਂ ਸੰਸਾਰ ਨੂੰ ਸਮਝਣ ਵਾਸਤੇ ਆ, ਬ੍ਰਹਮ ਵਿੱਦਿਆ ਲਈ ਇਹ ਯੂਨੀਵਰਸਿਟੀ ਦਮਦਮੀ ਟਕਸਾਲ ਬਣਾਈ ਆ। ਇਹ ਉਹਦੇ ਵਿੱਚ ਜਾ ਕੇ ਇੱਕ ਦਿਨ ਨਹੀਂ ਕੱਟਦੇ, ਸੰਸਾਰ ਦੀ ਡਿਗਰੀਆਂ ਲੈ ਲੈ ਕੇ ਅਤੇ ਬਾਣੀ ਦੇ ਗਲਤ ਅਰਥ ਕਰਕੇ ਸੰਗਤ ਨੂੰ ਗਲਤ ਪਾਸੇ ਲਿਆਈ ਜਾਂਦੇ। ਸੋ ਆਓ ਜੁੜੀਏ ਦਮਦਮੀ ਟਕਸਾਲ ਦੇ ਸੰਪਰਦਾਇਕ ਅਰਥਾਂ ਨਾਲ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਕੀਤੇ ਆ, ਅਤੇ ਗੁਰੂ ਅਰਜਨ ਦੇਵ ਜੀ ਨੇ ਇਸ ਮਾਝ ਰਾਗ ਨੂੰ ਮੰਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਥੜਾ ਸਾਹਿਬ, ਜਿੱਥੇ ਹੁਣ ਗੁਰਦੁਆਰਾ ਬਣਾ ਦਿੱਤਾ ਹੈ, ਉੱਥੇ ਇਹ 12 ਮਹਾਂ ਉਚਾਰਨ ਕੀਤਾ ਮਾਝ ਰਾਗ ਵਿੱਚ। ਆਓ ਇਸ ਦੀ ਕਥਾ ਨਾਲ ਜੁੜੀਏ। ਮਹਾਰਾਜ ਕਹਿੰਦੇ ਆ ਵੀ ਜਿਹੜੇ ਸਾਧੂਆਂ ਸੰਤਾਂ ਨਾਲ ਮਿਲ ਕੇ ਰੱਬ ਦੇ ਗੁਣ ਗਾਉਂਦੇ ਆ, ਉਹਨਾਂ ਨੂੰ ਪ੍ਰਭੂ ਦੀ ਪ੍ਰਾਪਤੀ ਕਰਕੇ ਆਨੰਦ ਹੋਇਆ ਹੈ, ਕਿਉਂਕਿ ਉਹ ਆਪ ਆਨੰਦ ਮਾਣਦੇ, ਆਪ ਮੁਕਤ ਹੁੰਦੇ, ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸੋ ਇਹੋ ਜਿਹੇ ਪੂਰਨ ਸਾਧੂਆਂ ਸੰਤਾਂ ਦਾ ਮੇਲ ਰੱਬ ਬਖਸ਼ੇ, ਅਰਦਾਸ ਕਰੀਏ। ਸੋ ਆਓ
ਮਾਝ ਰਾਗ ਦੀ ਪਹਿਲੀ ਪੰਕਤੀ ਦੀ ਕਥਾ ਪ੍ਰਾਰੰਭ ਕਰਦੇ ਹਾਂ। ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਫੱਗਣ ਦੁਆਰਾ ਕਥਨ ਕਰਦੇ ਹਨ ਉਹਨਾਂ ਪੁਰਸ਼ਾਂ ਨੂੰ ਆਨੰਦ ਉਪਾਰ ਜਨਾ ਪੈਦਾ ਹੁੰਦਾ ਹੈ। ਉਪਾਰ ਜਨਾ ਦਾ ਅਰਥ ਆਨੰਦ ਹੈ, ਜਿਨ੍ਹਾਂ ਨੂੰ ਹਰੀ ਸੱਜਣ ਆ ਕੇ ਪ੍ਰਗਟ ਹੁੰਦਾ ਹੈ, ਜਿਨ੍ਹਾਂ ਦੇ ਵਿੱਚੋਂ ਆਵਗੁਣ ਚਲੇ ਜਾਂਦੇ, ਕਾਮ ਕ੍ਰੋਧ ਹੰਕਾਰ ਅਤੇ ਚੰਗੇ ਗੁਣ ਦਇਆ ਸੰਤੋਖ ਜਤ ਸਤ ਜਿਨ੍ਹਾਂ 'ਚ ਆ ਜਾਂਦਾ ਹੈ। ਮਹਾਰਾਜ ਕਹਿੰਦੇ ਉਹਨਾਂ 'ਚ ਆਪ ਪਰਮਾਤਮਾ ਉਹਨਾਂ ਦੇ ਹਿਰਦੇ 'ਚ ਵਸ ਜਾਂਦਾ, ਉਹਨਾਂ ਦੀ ਰਸਨਾ 'ਤੇ ਵਸ ਜਾਂਦਾ, ਉਹਨਾਂ ਦੇ ਹਰ ਸਵਾਸ ਵਿੱਚ ਉਹਦਾ ਸਿਮਰਨ ਚੱਲ ਪੈਂਦਾ, ਨਾਮ ਚੱਲ ਪੈਂਦਾ ਹੈ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਮਹਾਰਾਜ ਕਹਿੰਦੇ ਪਏ ਬਾਣੀ ਅੰਦਰ ਜਿਵੇਂ ਲਿਖਿਆ ਹੀ ਆ ਕਿ ਮਾਤ ਪਿਤਾ ਬਿਨ ਬਾਲ ਨਾ ਹੋਈ, ਘੋੜ ਬਿਨ ਨਾਹੀ ਅਸਵਾਰ, ਸਾਧੂ ਬਿਨ ਨਾਹੀ ਦਰਬਾਰ। ਜਿਵੇਂ ਮਾਤਾ ਪਿਤਾ ਤੋਂ ਬਿਨਾਂ ਬੱਚਾ ਨਹੀਂ ਪੈਦਾ ਹੁੰਦਾ ਅਤੇ ਘੋੜਸਵਾਰ ਤੋਂ ਬਿਨਾਂ ਨਹੀਂ ਹੋ ਸਕਦੀ, ਘੋੜੇ ਤੋਂ ਬਿਨਾਂ ਘੋੜਸਵਾਰੀ ਨਹੀਂ ਕੋਈ ਕਰ ਸਕਦਾ। ਸੋ ਇਸ ਤਰੀਕੇ ਨਾਲ ਰੱਬ ਨੂੰ ਮਿਲਣਾ ਆ ਅਤੇ ਸੰਤਾਂ ਤੋਂ ਬਿਨਾਂ ਨਹੀਂ ਮਿਲਿਆ ਜਾ ਸਕਦਾ। ਇਹ ਕਹਿੰਦੇ ਸੰਤ ਭਜਾਓ, ਕਿਉਂਕਿ ਖੁਦ ਨਾਸਤਕ ਆ, ਇਹਨਾਂ ਨੇ ਰੱਬ ਨੂੰ ਕੀ ਮਿਲਣਾ। ਇਹ ਕਹਿੰਦੇ ਅਸੀਂ ਆਪ ਰੱਬ ਹਾਂ, ਸਾਨੂੰ ਰੱਬ ਦੀ ਲੋੜ ਕੋਈ ਨਹੀਂ। ਸੋ ਇਸ ਕਰਕੇ ਇਹ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਬੋਲਦੇ ਆ। ਗੁਰੂ ਅਰਜਨ ਦੇਵ ਜੀ ਕਹਿੰਦੇ ਸੰਤ ਸਹਾਈ ਰਾਮ ਕੇ। ਸੰਤ ਜਿਹੜੇ ਰੱਬ ਨੂੰ ਮਿਲਣ 'ਚ ਸਹਾਈ ਹੁੰਦੇ ਆ, ਕਿਉਂਕਿ ਉਹਨਾਂ ਨੇ ਆਪ ਕਾਮ ਕ੍ਰੋਧ ਹੰਕਾਰ ਆਪਣਾ ਮਾਰਿਆ ਹੁੰਦਾ ਹੈ। ਜਾ ਕਾ ਹਿਰਦਾ ਸ਼ੁੱਧ ਹੈ ਭਗਤ ਲੀਜੈ, ਕੋਈ ਗਾਵੇ ਰਾਗੀ ਨਾਦੀ ਬੇਦੀ ਭਾਂਤ ਕਰ। ਚੰਗੇ ਰਾਗ ਸਿੱਖ ਲੈਣੇ, ਚੰਗੀ ਕਥਾ ਸਿੱਖ ਲੈਣੀ, ਇਹਨਾਂ ਰੱਬ ਨਹੀਂ ਮਿਲ ਜਾਂਦਾ ਜਦ ਤੱਕ ਆਪਣੇ ਹਿਰਦੇ ਨੂੰ ਸ਼ੁੱਧ ਨਹੀਂ ਕਰਦੇ ਕਾਮ ਕ੍ਰੋਧ ਹੰਕਾਰ ਤੋਂ। ਸੋ ਉਹ ਸੰਤ ਹੁੰਦੇ ਆ। ਸੋ ਸੰਤ ਸਹਾਈ ਹੁੰਦੇ ਆ ਰਾਮ ਨੂੰ ਮਿਲਣ ਕਰਕੇ। ਜਿਹੜੇ ਰੱਬ ਨੂੰ ਮਿਲੇ ਉਹੀ ਰੱਬ ਨੂੰ ਮਿਲਾ ਸਕਦੇ। ਜਿਹੜਾ ਦਿੱਲੀ ਤੱਕ ਪਹੁੰਚਿਆ ਤੈਨੂੰ ਵੀ ਦਿੱਲੀ ਤੱਕ ਪਹੁੰਚਾ ਦਊਗਾ। ਜਿਹੜਾ ਖੁਦ ਜੇ ਨਹੀਂ ਦਿੱਲੀ ਤੱਕ ਪਹੁੰਚਿਆ ਤੁਹਾਨੂੰ ਕਿੱਦਾਂ ਪਹੁੰਚਾਊਗਾ ਭਾਈ, ਜਿਹੜਾ ਖੁਦੇ ਨਹੀਂ ਪਹੁੰਚਿਆ। ਸੋ ਇਸ ਕਰਕੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸੰਤ ਸਹਾਈ ਹੁੰਦੇ ਆ ਰਾਮ ਨੂੰ ਮਿਲਣ ਵਿੱਚ, ਕਰ ਕਿਰਪਾ ਦੀਆ ਮਿਲਾਏ। ਰਾਮ ਦੇ ਨਾਲ ਮਿਲਾਉਣ ਲਈ ਸੰਤ ਹੀ ਸਹਾਇਕ ਹਨ। ਆਓ ਅਰਦਾਸ ਕਰੀਏ, ਸਾਨੂੰ ਸਾਧੂਆਂ ਸੰਤਾਂ ਦਾ ਮੇਲ ਬਖਸ਼ੋ ਗਰੀਬ ਨਵਾਜ ਜੀ। ਸੋ ਸਾਧੂਆਂ ਸੰਤਾਂ ਦਾ ਮਹਾਰਾਜ ਬਹੁਤ ਸਤਿਕਾਰ ਕਰਦੇ ਸੀ। ਸੁਖਮਨੀ ਸਾਹਿਬ ਸੰਤਾਂ ਦੇ ਗੁਣਾਂ ਦੀ ਖਾਤਰ ਉਚਾਰਨ ਕੀਤਾ ਅਤੇ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ ਸੀ ਜਦੋਂ ਬਾਬਾ ਬੁੱਢਾ ਜੀ ਦੀ ਸਵਾਰੀ ਆਵੇ ਬੇਟਾ ਡੰਡੌਤ ਕਰਨੀ ਆ। ਖੁਦ ਸਾਧੂਆਂ ਸੰਤਾਂ ਨੂੰ ਗੁਰੂ ਅਰਜਨ ਦੇਵ ਜੀ ਵੀ ਮੱਥਾ ਟੇਕਦੇ। ਉਹ ਕਬੀਰ ਸਾਹਿਬ ਨੇ ਬਾਣੀ 'ਚ ਵੀ ਲਿਖਿਆ ਕਿ ਜੋ ਕੋਈ ਰੱਬ ਨਾਲ ਜੋੜਦਾ ਆ ਅਤੇ ਆਪ ਜੁੜਿਆ ਆ, ਮੇਰੇ ਸਰੀਰ ਦੀ ਚਮੜੀ ਦੀ ਜੁੱਤੀ ਬਣ ਕੇ ਉਹਦੇ ਪੈਰਾਂ 'ਚ ਪੈ ਜਾਵਾਂ। ਇੰਨਾ ਸਤਿਕਾਰ ਕੀਤਾ। ਪੁਰਾਤਨ ਦਰਜੀ ਟੇਲਰ ਹੁੰਦੇ ਸੀ, ਕੈਂਚੀ ਨੂੰ ਪੈਰਾਂ ਥੱਲੇ ਰੱਖਦੇ ਸੀ ਅਤੇ ਸੂਈ ਨੂੰ ਪੱਗ 'ਚ ਰੱਖਦੇ ਸੀ। ਉਹ ਕਹਿੰਦੇ ਸੂਈ ਜੋੜਦੀ ਆ ਪਾਟੇ ਨੂੰ ਅਤੇ ਕੈਂਚੀ ਪਾੜਦੀ ਆ। ਉਹ ਟੁੱਟੇ ਤੋੜ ਦਿੰਦੇ ਆ। ਨਾਸਤਕ ਹਜ਼ਾਰਾਂ ਨਾਸਤਕ ਪੈਦਾ ਕਰੂਗਾ, ਮਨਮੁਖ ਹਜ਼ਾਰਾਂ ਨੂੰ ਮਨਮੁਖ ਬਣਾਊਗਾ। ਸੋ ਸਾਧ ਸੰਗਤ ਜੀ ਸਾਵਧਾਨ ਹੋਵੋ। ਇਹੋ ਜਿਹੇ ਜਿਹੜੇ ਪ੍ਰੋਫੈਸਰ ਡਾਕਟਰ ਇੰਜੀਨੀਅਰ, ਅਸੀਂ ਨਹੀਂ ਕਹਿੰਦੇ ਨਾ ਬਣਨ, ਅਸੀਂ ਵੀ ਖੁਦ ਵੀ ਡਾਕਟਰ ਇੰਜੀਨੀਅਰ ਹਾਂ, ਪੜ੍ਹੇ ਲਿਖੇ ਹਾਂ। ਇਹਦਾ ਅਰਥ ਇਹ ਨਹੀਂ ਆ ਕਿ ਅਸੀਂ ਟਕਸਾਲ ਨੂੰ ਚੈਲੰਜ ਕਰੀਏ। ਟਕਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਆ, ਉਹ ਬ੍ਰਹਮ ਵਿੱਦਿਆ ਦੀ ਸੰਸਥਾ ਹੈ, ਉਹਦਾ ਕੰਮ ਆ ਬਾਣੀ ਦੇ ਅਰਥ ਕਰਨੇ, ਤੁਹਾਡੇ ਕੰਮ ਨਹੀਂ ਆ। ਇੱਦਾਂ ਅਸੀਂ ਅਰਥ ਕਰੀਏ ਤਾਂ ਮੈਂ ਵੀ ਬਚਪਨ 'ਚ ਕਹਿੰਦਾ ਸੀ ਆਪਣਾ ਧੀ ਆਪਣਾ ਆਪ ਹੀ ਕਾਜ ਸਵਾਰੀਏ ਅਤੇ ਆਪਣੇ ਭਾਂਡੇ ਆਪ ਮਾਂਜਣੇ, ਆਪਣੀ ਰੋਟੀ ਆਪ ਬਣਾ ਕੇ ਖਾ ਲੈਣੀ। ਉੱਥੇ ਥੋੜ੍ਹੀ ਉਹ ਸ਼ਬਦ ਢੁੱਕਦਾ ਹੈ। ਇਹ ਤਾਂ ਕਾਜ ਜਿਹੜਾ ਮਹਾਰਾਜ ਨੇ ਕਿਹਾ ਅਵਰ ਕਾਜ ਤੇਰਾ ਕਿਤੇ ਨਾ ਕਾਮਿਲ ਸਾਧ ਸੰਗਤ ਪਰ ਕਿਹਾ ਮਾਨੁਖ ਜਨਮ ਕੀ ਇਸ ਤੇਰੀ ਬਰੀਆ। ਇਹ ਮਨੁੱਖ ਜਨਮ ਤੈਨੂੰ ਇਸ ਦੇਹੀ ਕੋ ਸਿਮਰੈ ਦੇ ਸੋ ਦੇਹੀ ਭਜ ਹਰਿ ਕੀ ਸੇਵ। ਇਹ ਕਾਜ ਆ ਮਨੁੱਖਾ ਜਨਮ ਤੈਨੂੰ ਰੱਬ ਨਾਲ ਮਿਲਣ ਵਾਸਤੇ ਦਿੱਤਾ ਹੈ। ਸੋ ਉਹ ਕਾਜ ਆ। ਅਸੀਂ ਗਲਤ ਅਰਥ ਕਰ ਦਿੰਦੇ ਸੀ, ਸਾਨੂੰ ਬੜੇ ਹੋ ਕੇ ਪਤਾ ਲੱਗਾ ਜਾਂ ਟਕਸਾਲ ਦੇ ਅਰਥ ਪੜ੍ਹੇ। ਸਹੀ ਅਰਥਾਂ ਨਾਲ ਸਹੀ ਗਿਆਨ ਮਿਲਦਾ ਅਤੇ ਸਹੀ ਅਰਥ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਕੀਤੇ ਆ, ਕਿਉਂਕਿ ਅਰਥਾਂ ਕਰਕੇ ਟਕਸਾਲ ਚੱਲੀ ਸੀ। ਜਿਵੇਂ ਇੱਕ ਸਿੱਖ ਨੇ ਕਰਤੀ ਕਮਿਤ ਕਰਤਾ ਜਾਣੇ ਕੇ ਜਾਣਾ ਗੁਰਸੂਰਾ ਪੜ੍ਹਤਾ ਸੀ, ਮਹਾਰਾਜ ਨੇ ਚਾਂਟੇ ਮਾਰੇ ਸੀ। ਅਨੰਦਪੁਰ ਸਾਹਿਬ ਕਹਿੰਦੇ ਕੇ ਦੀ ਜਗ੍ਹਾ ਅਰਥ ਹੁੰਦਾ ਆ ਕਿ ਕੀ ਜਾਣਦਾ ਗੁਰੂ, ਕੁਛ ਨਹੀਂ ਜਾਣਦਾ ਗੁਰੂ ਮੂਰਖ ਆ। ਲਿਖਿਆ ਉੱਥੇ ਕੈ ਸੀ। ਮਹਾਰਾਜ ਕਹਿੰਦੇ ਕੈ ਦੇ ਅਰਥ ਜਾਂ ਆ। ਤਾਂ ਸੰਗਤ ਕਹਿੰਦੀ ਮਹਾਰਾਜ ਅਰਥ ਤਾਂ ਤੁਸੀਂ ਕਰ ਸਕਦੇ ਕਿਉਂਕਿ ਤੁਸੀਂ ਬਾਣੀ ਉਚਾਰਨ ਕੀਤੀ, ਸਾਡੇ ਕਲਯੁਗੀ ਜੀਵਾਂ ਦੇ ਵੱਸ ਦਾ ਰੋਗ ਨਹੀਂ। ਸੋ ਸਾਧ ਸੰਗਤ ਜੀ ਆਮ ਪ੍ਰੋਫੈਸਰ ਡਾਕਟਰਾਂ ਦੇ ਅਰਥ ਨਾ ਪੜ੍ਹੋ। ਟਕਸਾਲ ਦੇ ਅਰਥ ਅਮੀਰ ਭੰਡਾਰ ਦੇ ਦਮਦਮੀ ਟਕਸਾਲ ਦੇ ਟੀਕੇ ਟਕਸਾਲ ਦੀਆਂ ਦੁਕਾਨਾਂ ਵਿੱਚ ਉਪਲਬਧ ਆ, ਰਾਮਦਾਸ ਸਰਾਂ ਦੇ ਮੂਹਰੇ ਮਿਲ ਜਾਂਦੇ ਆ। ਸੋ gurmatvichar.com 'ਤੇ ਵੀ ਉਪਲਬਧ ਆ। ਇਹ ਸਹੀ ਅਰਥ ਪੜ੍ਹੋ ਅਤੇ ਜਾਂ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਦੀ ਸਭ ਤੋਂ ਉੱਤਮ ਹਰ ਕੀ ਕਥਾ, ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਕਥਾ ਇਹ gurmatvichar.com 'ਤੇ ਹਾਜ਼ਰ ਆ ਅਤੇ ਉਸ ਕਥਾ ਨੂੰ ਸੁਣ ਲਿਆ ਕਰੋ। ਸੋ ਆਓ ਟਕਸਾਲ ਦੇ ਅਰਥਾਂ ਨਾਲ ਚੱਲੀਏ ਕਿ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸੰਤ ਹੀ ਸਹਾਇਤਾ ਕਰ ਸਕਦੇ ਆ ਤੁਹਾਡੀ ਰੱਬ ਤੱਕ ਮਿਲਣ ਲਈ, ਕਿਉਂਕਿ ਇਹਨਾਂ ਨੇ ਆਪ ਰੱਬ ਨੂੰ ਪਾਇਆ। ਅੱਠੇ ਪੈਰ ਉਹਨਾਂ ਨੇ ਰੱਬ ਦੇ ਨਾਮ ਦਾ ਰਸ ਪੀਤਾ, ਤੁਹਾਨੂੰ ਰਸ ਪਿਲਾ ਸਕਦੇ ਆ। ਸੋ ਰਾਮ ਦੇ ਸੰਤ ਸਹਾਇਕ ਹਨ, ਅਥਵਾ ਰਾਮ ਦੇ ਨਾਮ ਦਾ ਸਿਮਰਨ ਕਰਨ ਵਾਲੇ ਸੰਤ ਸਾਧੂ ਮਹਾਂਪੁਰਖ ਮਹਾਨ ਆਤਮਾ ਜਿਹੜੇ ਆ
ਸਹਾਇਕ ਹਨ, ਜਿਨ੍ਹਾਂ ਨੇ ਕਿਰਪਾ ਕਰਕੇ ਰਾਮ ਨਾਲ ਮਿਲਾ ਦਿੱਤਾ ਹੈ। ਉਹ ਆਪ ਰੱਬ ਨਾਲ ਮਿਲੇ ਆ, ਉਹਨਾਂ ਨੇ ਆਪਣੇ ਕਾਮ ਕ੍ਰੋਧ ਹੰਕਾਰ ਮਾਰੇ ਆ। ਜਾ ਕਾ ਹਿਰਦਾ ਸ਼ੁੱਧ ਹੈ ਭਗਤਾ ਲੀਜੈ, ਆਪਣੇ ਹਿਰਦੇ ਨੂੰ ਸ਼ੁੱਧ ਕੀਤਾ ਹੈ। ਸੁਆਓ ਢੂੰਡ ਸੰਤ ਸੱਜਣ ਪੱਕਿਆਂ, ਬਾਣੀ ਦਾ ਫਰਮਾਨ ਹੈ ਕਿ ਸਾਧੂ ਸੰਤ ਟੋੜੋ, ਸਾਧੂ ਮਹਾਤਮਾ ਟੋੜੋ ਅਤੇ ਸਾਧੂ ਮਹਾਤਮਾ ਦੀ ਸੰਗਤ ਵਿੱਚ ਜਾਓ, ਉਹੀ ਤੁਹਾਨੂੰ ਮੁਕਤ ਕਰਾ ਸਕਦੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਵੇਂ ਭਾਈ ਗੰਡਾ ਸਿੰਘ ਦੇ ਸਿਰ 'ਤੇ ਦਸਤਾਰ ਬੰਨੀ ਕਿ ਤੂੰ ਹੁਣ ਖਾਲਸਾ ਮੇਰਾ ਰੂਪ ਹੋ ਗਿਆ, ਸ਼੍ਰੋਮਣੀ ਖਾਲਸਾ ਸੰਤ ਹੁੰਦੇ ਆ, ਸਾਧੂ ਹੁੰਦੇ, ਬ੍ਰਹਮ ਗਿਆਨੀ ਹੁੰਦੇ, ਤੂੰ ਹੁਣ ਸਿੱਖੀ ਦਾ ਪ੍ਰਚਾਰ ਕਰ ਸਕਦਾ ਹੈ। ਇਹ ਨਹੀਂ ਰੋਟੀਆਂ ਕਾਰਨ ਪੂਰੇ ਤਾਲ, ਚਾਰ ਕਸੁਰਾਂ ਸਿੱਖ ਲਈਆਂ, ਕਥਾ ਸਿੱਖ ਲਈ ਅਤੇ ਤੁਰ ਪਏ ਪੌਂਡ ਡਾਲਰ ਕਮਾਉਣ ਆਪਣੇ ਬਾਜੇ ਚੁੱਕ ਕੇ। ਸੋ ਇਸ ਤਰ੍ਹਾਂ ਨਹੀਂ ਹੁੰਦਾ। ਸਿੱਖੀ ਦਾ ਪ੍ਰਚਾਰ ਹੀ ਸੰਪੂਰਨ ਖਾਲਸਾ ਸਮੂਹ ਸੰਤਾਂ ਨੂੰ ਬਖਸ਼ਿਆ ਮਹਾਰਾਜ ਨੇ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਬਾਣੀ 'ਚ ਲਿਖਿਆ ਕਿ ਸੰਤਾਂ ਨੂੰ ਕੁੰਜੀ ਸੌਂਪੀ, ਸੰਤਾਂ ਨੂੰ ਰਾਮ ਧਰਮ ਪ੍ਰਚਾਰ ਦੀ ਕੁੰਜੀ ਸੌਂਪੀ ਹੈ। ਸੰਤ ਹੀ ਧਰਮ ਦੀ ਕਥਾ ਕਰ ਸਕਦੇ ਆ, ਸੰਤ ਹੀ ਕੀਰਤਨ ਕਰ ਸਕਦੇ, ਸੰਤ ਹੀ ਸਿੱਖੀ ਦਾ ਪ੍ਰਚਾਰ ਕਰ ਸਕਦੇ ਆ। ਬਾਕੀ ਤਾਂ ਰੋਟੀਆਂ ਕਾਰਨ ਪੂਰੇ ਤਾਲਾਬ ਸੁਧਰੇ ਨਹੀਂ, ਦੂਜੇ ਨੂੰ ਸੁਧਾਰਨ ਤੁਰ ਪਏ। ਖੁਦ ਦੇ ਕਾਮ ਕ੍ਰੋਧ ਹੰਕਾਰ ਮਰੇ ਨਹੀਂ, ਦੁਨੀਆ ਮੋਹਰੇ ਜਿੱਦਾਂ ਭਾਈ ਗੁਰੂ ਨਾਨਕ ਸਾਹਿਬ ਤੁਰੇ ਜਾਂਦੇ ਸੀ। ਭਾਈ ਬਾਲਾ ਜੀ ਕਹਿੰਦੇ ਦੇਖੋ ਕਿੰਨਾ ਨਾਮ ਜਪਾਉਂਦਾ ਹੈ। ਮਹਾਰਾਜ ਕਹਿੰਦੇ ਚਲੋ ਦੇਖ ਲੈਂਦੇ ਕਿੱਥੇ ਕੁ ਤੱਕ ਪਹੁੰਚਿਆ। ਕਹਿੰਦੇ ਬੜਾ ਪਹੁੰਚਿਆ। ਜਾ ਕੇ ਅੱਖਾਂ ਮੀਟ ਕੇ ਕਹਿੰਦਾ ਸਤਿਨਾਮ ਵਾਹਿਗੁਰੂ ਜਪਾਈ ਜਾਂਦਾ ਸੀ। ਮਹਾਰਾਜ ਨੇ ਉਹਦੀ ਸੰਦੂਕੜੀ ਚੁੱਕੀ ਅਤੇ ਢੂਹੀ ਪਿੱਛੇ ਰੱਖਤੀ। ਜਦੋਂ ਅੱਖਾਂ ਖੋਲ੍ਹੀਆਂ ਘਬਰਾ ਗਿਆ। ਮਹਾਰਾਜ ਕਹਿੰਦੇ ਕਿਉਂ ਭਾਈ, ਤੂੰ ਤਾਂ ਕਹਿੰਦਾ ਰੱਬ ਦਾ ਨਾਂ ਅਤੇ ਸੱਚਖੰਡ ਦੀਆਂ ਗੱਲਾਂ ਕਰਦਾ ਕਥਾ ਕਰ ਕਰ, ਤੂੰ ਹੋਰ ਤਾਂ ਕੀ ਦੱਸਣਾ, ਇੰਨਾ ਦੱਸ ਦੇ ਤੇਰੀ ਸੰਦੂਕੜੀ ਕਿੱਥੇ ਆ। ਸਾਰੇ ਹੱਸ ਪਏ। ਕਹਿੰਦਾ ਮਹਾਰਾਜ ਮੈਂ ਤਾਂ ਇਹ ਨਾਮ ਜਪਾਉਂਦਾ ਸੀ ਇਕੱਲਾ 4 ਪੈਸੇ ਇਕੱਠੇ ਕਰਨ। ਮਹਾਰਾਜ ਕਹਿੰਦੇ ਤੈਨੂੰ ਤਾਂ ਇਹ ਤਾਂ ਪਤਾ ਹੀ ਨਹੀਂ ਲੱਗਾ ਵੀ ਸੰਦੂਕੜੀ ਤੇਰੀ ਕਿੱਥੇ ਆ, ਰੱਬ ਕਿੱਥੇ ਆ, ਇਹ ਕਿੱਦਾਂ ਪਤਾ ਲੱਗ ਗਿਆ। ਉਹ ਪੈਰੀਂ ਡਿੱਗ ਪਿਆ। ਮਹਾਰਾਜ ਨਹੀਂ ਮੈਂ ਤਾਂ ਨਕਲੀ ਸਾਧ ਆ। ਸੋ ਇੱਦਾਂ ਦੇ ਨਕਲੀ ਬਹੁਤ ਕਥਾ ਕੀਰਤਨ ਕਰਨ ਤੁਰੇ ਸਾਧ ਸੰਗਤ ਜੀ। ਪਰ ਪਛਾਣ ਕਰੋ ਕਿਹੜਾ ਗੁਰਮੁਖ ਪਿਆਰਾ ਮਹਾਨ ਆਤਮਾ ਬਣ ਚੁੱਕਾ ਹੈ। ਸੋ ਉਹਦੀ ਸੰਗਤ ਕਰਿਆ ਕਰੋ, ਸਾਧੂਆਂ ਸੰਤਾਂ ਦੀ। ਗੁਰੂ ਅਰਜਨ ਦੇਵ ਜੀ ਦਾ ਫਰਮਾਨ ਆ, ਸੇਜ ਸੁਹਾਵੀ ਸਰਬ ਸੁੱਖ, ਹੁਣ ਦੁੱਖਾ ਨਾਹੀਂ ਜਾਏ। ਫਿਰ ਜਿਹੜੇ ਸਾਧੂਆਂ ਦੀ ਸੰਗਤ ਕਰਕੇ ਜਿਨ੍ਹਾਂ ਦੇ ਖੁਦ ਕਾਮ ਕ੍ਰੋਧ ਹੰਕਾਰ ਮਰ ਜਾਂਦੇ, ਉਹ ਫਿਰ ਸ਼ਾਂਤ ਹੋ ਜਾਂਦਾ, ਉਹਨਾਂ ਮਨ ਵੀ ਸ਼ਾਂਤ ਹੋ ਜਾਂਦਾ। ਸਾਧੂ ਮੈਂ ਆਪਣੇ ਉਸਤਾਦ ਜੀ ਨੂੰ ਪੁੱਛਿਆ ਸੀ ਕਿਹੜੇ ਹੁੰਦੇ ਆ, ਉਹ ਕਹਿੰਦੇ ਜਿਨ੍ਹਾਂ ਨੇ ਜਿਹਨਾਂ ਕੋਲ ਕੰਟਰੋਲ ਸੋਚਿਆ, ਜਿਵੇਂ ਪੱਖਾ ਨੂੰ ਫੁੱਲ ਚਲਾਓ ਫੁੱਲ ਚੱਲਦਾ ਹੈ, ਕਿੰਨੇ ਵੀ ਕਾਮ ਕ੍ਰੋਧ ਹੰਕਾਰ ਵਧੇ, ਹੁਣ ਪੂਰਨ ਸਾਧੂਆਂ ਕੋਲ ਜਾਵਾਂਗੇ। ਤਾਂ ਫਰੀਦ ਸਾਹਿਬ ਬਾਣੀ 'ਚ ਕਹਿੰਦੇ ਆ ਫਿਰ ਸਰਦ ਤੋਂ ਠੰਡੀ ਬਰਫ਼ ਵੀ ਠੰਡੀ, ਪਰ ਇੰਨੀ ਨਹੀਂ ਠੰਡੀ ਜਿੰਨਾ ਸਾਧੂਆਂ ਦਾ ਹਿਰਦਾ ਠੰਡਾ। ਸੋ ਉਹਨਾਂ ਕੋਲ ਸੀਤਲਤਾ ਹੁੰਦੀ, ਨਾਮ ਦੀ ਖੁਸ਼ਬੂ ਆਉਂਦੀ। ਰਾਤ ਰਾਣੀ ਦਾ ਫੁੱਲ ਹਾਕ ਨਹੀਂ ਮਾਰਦਾ ਕਿਸੇ ਨੂੰ ਪਿਆ ਜਾ, ਜਦੋਂ ਉਹਦੇ ਕੋਲ ਦੀ ਲੰਘੋ ਸੁਗੰਧ ਆਪੇ ਹੀ ਆ ਜਾਂਦੀ ਹੈ। ਸੋ ਸਾਡੇ ਉਸਤਾਦ ਜੀ ਨੇ ਦੱਸਿਆ, ਬਾਬਾ ਦਾਰਾ ਸਿੰਘ ਨੇ, ਕਿ ਅਸੀਂ ਸਾਰੀ ਜ਼ਿੰਦਗੀ ਸਾਧੂਆਂ ਸੰਤਾਂ ਨੂੰ ਟੋਲਦੇ ਰਹੇ, ਪਰ ਜਦ ਪੂਰਨ ਸੰਤ ਮਿਲੇ ਅਤੇ ਉਹਨਾਂ ਕੋਲ ਬੈਠਦੇ ਹੀ ਅੰਦਰ ਸਵਾਸ ਸਿਮਰਨ ਚੱਲ ਪਿਆ। ਉਹਨਾਂ ਕੋਲ ਬੈਠ ਕੇ ਸ਼ਾਂਤੀ ਮਿਲ ਗਈ। ਉਹਨਾਂ ਕੋਲ ਬੈਠ ਕੇ ਕਾਮ ਕ੍ਰੋਧ ਹੰਕਾਰ ਮਨ 'ਚੋਂ ਭਜਾ ਦਿੱਤੇ। ਇਹ ਸੰਤ ਹੀ ਭਜਾ ਸਕਦੇ, ਜਿਹਨੇ ਖੁਦ ਮੁਕਤ ਆ ਉਹੀ ਦੂਜੇ ਨੂੰ ਮੁਕਤ ਕਰ ਸਕਦਾ। ਜਿਹੜਾ ਖੁਦ ਨਹੀਂ ਮੁਕਤ ਹੋਇਆ, ਖੁਦ ਕਾਮ ਕ੍ਰੋਧ ਹੰਕਾਰ 'ਚ ਗ੍ਰਸਿਆ ਪਿਆ, ਉਹ ਦੂਜੇ ਨੂੰ ਮੁਕਤ ਨਹੀਂ ਕਰ ਸਕਦਾ। ਸੋ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਵੀ ਭਾਈ ਸਾਧੂ ਸੰਤਾਂ ਦੀ ਸੰਗਤ ਕਰੋ। ਸੇਜ ਸੁਹਾਵੀ ਸਰਬ ਸੁੱਖ, ਹੁਣ ਦੁੱਖਾ ਨਾ ਹੀ ਜਾਏ। ਮਹਾਰਾਜ ਕਹਿੰਦੇ ਵੀ ਤੁਹਾਡੀ ਅੰਤਰਕਰਨ ਰੂਪੀ ਜੇ ਸੇਜ, ਤੁਹਾਡੀ ਅੰਤਰਾਤਮਾ ਸ਼ਾਂਤ ਹੋ ਜਾਊਗੀ, ਤੁਹਾਨੂੰ ਸ਼ਾਂਤੀ ਮਿਲ ਜਾਊਗੀ, ਸਾਰੇ ਸੁੱਖ ਪ੍ਰਾਪਤ ਹੋ ਜਾਣਗੇ। ਫਿਰ ਦੁੱਖ ਲਈ ਕੋਈ ਜਗ੍ਹਾ ਨਹੀਂ ਹੋਊਗੀ, ਕਿਉਂਕਿ ਪਰਮਾਤਮਾ ਨਾਲ ਜੁੜ ਜਾਣਾ ਹੀ ਸੁੱਖ ਆ, ਅਤੇ ਪਰਮਾਤਮਾ ਤੋਂ ਟੁੱਟ ਜਾਣਾ ਹੀ ਦੁੱਖ ਆ। ਕਿ ਗੁਰੂ ਅਰਜਨ ਦੇਵ ਜੀ ਨੇ ਇੱਕ ਵਾਰ ਸੰਗਤ ਨੂੰ ਪੁੱਛਿਆ ਵੀ ਭਾਈ ਸੁਖੀ ਕੌਣ ਆ। ਲੋਕ ਕਹਿੰਦੇ ਜੀ ਰਾਜਾ ਬਣ ਗਿਆ, ਬੇਸ਼ੁਮਾਰ ਦੌਲਤ ਆ, ਉਹ ਸੁਖੀ ਆ। ਮਹਾਰਾਜ ਕਹਿੰਦੇ ਦੁਖੀ ਕੌਣ ਆ। ਕਹਿੰਦੇ ਜੀ ਜਿਹਨੂੰ 2 ਟਾਈਮ ਦੀ ਰੋਟੀ ਨਹੀਂ ਜੁੜਦੀ ਉਹ ਦੁਖੀ ਆ। ਫਿਰ ਕਹਿੰਦੇ ਜਿਹਨੂੰ 2 ਟਾਈਮ ਦੀ ਰੋਟੀ ਜੁੜ ਜਾਏ ਪਰ ਹਾਜ਼ਮਾ ਖਰਾਬ ਹੋ ਜਾਏ, ਬਿਮਾਰੀ ਕੋਈ ਲੱਗ ਜਾਵੇ ਅਤੇ ਉਹਨੂੰ ਰੋਟੀ ਅੰਦਰ ਨਾ ਜਾਵੇ 36 ਪਦਾਰਥ ਮੂਹਰੇ, ਤਾਂ ਉਹ ਦੁਖੀ ਆ। ਮਹਾਰਾਜ ਕਹਿੰਦੇ ਜਿਹੜਾ ਹੋਰ ਕੋਈ ਦੁਖੀ, ਉਹ ਕਹਿੰਦੇ ਵੀ ਜਿਹਨੂੰ ਮਾਇਆ ਵੀ ਮਿਲ ਗਈ ਅਤੇ 36 ਪਦਾਰਥ ਵੀ ਮਿਲ ਗਏ, ਪਰ ਬੜੇਪਾ ਆ ਗਿਆ, ਕੋਈ ਧੀ ਪੁੱਤ ਗੱਲ ਨਾ ਸੁਣੇ ਬੁੱਢਿਆਂ ਦੀ, ਅਤੇ ਉਹ ਦੁਖੀ ਆ, ਕਿਉਂਕਿ ਉਹਦੀ ਕੋਈ ਗੱਲ ਹੀ ਨਹੀਂ ਸੁਣਦਾ। ਮਹਾਰਾਜ ਨੇ ਡੀਟੀ ਲਾਈ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਬਚਪਨ 'ਚ ਤੈਨੂੰ ਮਾਂ ਦੇ ਦੁੱਧ ਦੇ ਕੇ ਤੇਰਾ ਗੂੰਹ ਚੁੱਕ ਕੇ ਤੈਨੂੰ ਪਾਲ ਕੇ ਬੜਾ ਕੀਤਾ, ਤੇਰੀ ਵੀ ਡਿਊਟੀ ਰੱਬ ਨੇ ਲਾਈ। ਜਿਵੇਂ ਇੱਕ ਚਲਾਕ ਘਰਵਾਲੀ ਆ ਗਈ ਅਤੇ ਕਹਿੰਦੀ ਬੁੜਾ ਖੰਘਦਾ, ਇਹਨੂੰ ਚੁੱਕ ਕੇ ਆਓ ਡੋਬਿਆ ਉਹਨੇ ਇਹਦਾ ਕੀਰਤਨ ਸੋਹਲਾ ਅਤੇ ਜਪਜੀ ਸਾਹਿਬ ਪੜ੍ਹ ਕੇ। ਉਹ ਮੁੰਡੇ 'ਤੇ ਚੁੱਕ ਲਿਆ, ਬੁੜੇ ਨੂੰ ਤੁਰ ਪਿਆ ਲੈ ਕੇ। ਅਤੇ ਜਦ ਉਹ ਗਿਆ ਉੱਥੇ, ਬੁੜਾ ਕਹਿੰਦਾ ਇੱਥੇ ਨਾ ਮੈਨੂੰ ਡੋਬੀ, ਥੋੜ੍ਹਾ ਗਾਂਹ ਕਰਕੇ ਡੋਬ। ਉਹ ਕਹਿੰਦਾ ਇੱਥੇ ਕਿਉਂ ਨਾ ਡੋਬਾਂ। ਕਹਿੰਦਾ ਇੱਥੇ ਮੈਂ ਆਪਣੇ ਪੇ ਨੂੰ ਡੋਬਿਆ ਸੀ। ਉਹਨੂੰ ਗਿਆਨ ਮਿਲ ਗਿਆ, ਉਹਨੇ ਘਰਵਾਲੀ ਦੇ ਮੂੰਹ 'ਤੇ ਚਾਂਟੇ ਮਾਰੇ। ਕਹਿੰਦਾ ਤੂੰ ਮੈਨੂੰ ਗਲਤ ਧਰਮ ਤੋਂ ਉਲਟੀ ਦਿਸ਼ਾ ਦੱਸਤੀ, ਜੇ ਅੱਜ ਮੈਂ ਡੋਬੂ ਤਾਂ ਮੇਰਾ ਪੁੱਤ ਮੇਰੇ ਤੋਂ ਵੀ ਗਾਂਹ ਜਾ ਕੇ ਹੋਰ ਡੋਬੂ। ਇਸ ਕਰਕੇ ਉਹਨੂੰ ਗਿਆਨ ਆ ਗਿਆ। ਸੋ ਇਸ ਕਰਕੇ ਸਾਧ ਸੰਗਤ ਜੀ, ਇਹ ਗਿਆਨ ਦੀ ਘਾਟ ਹੁੰਦੀ ਹੈ, ਸਾਧੂਆਂ ਸੰਤਾਂ ਮਹਾਂਪੁਰਖਾਂ ਕੋਲ ਪ੍ਰਾਪਤ ਹੁੰਦਾ ਹੈ।
ਸੋ ਗੁਰਬਾਣੀ ਦਾ ਗਿਆਨ ਵੀ ਸਾਧੂ ਹੀ ਦੇ ਸਕਦੇ। ਸੋ ਇਸ ਕਰਕੇ ਸੇਜ ਸੁਆਵੀ ਸਰਬ ਸੁਖਣ ਦੁੱਖਾ ਨਾਹੀ ਜਾਏ। ਕਿਸੇ ਦੁੱਖ ਦੀ ਥਾਂ ਨਹੀਂ। ਗੁਰੂ ਅਰਜਨ ਦੇਵ ਜੀ ਕਹਿੰਦੇ ਤੁਹਾਡੀ ਨਿਗਾਹ ਵਿੱਚ ਦੁਖੀ ਉਹ ਆ ਨਾ, ਸਾਡੀ ਨਿਗਾਹ 'ਚ ਭਾਈ ਦੁਖੀ ਉਹ ਆ ਜਿਹੜਾ ਰੱਬ ਦੇ ਨਾਂ ਤੋਂ ਟੁੱਟ ਗਿਆ। ਸਾਡੀ ਨਿਗਾਹ ਵਿੱਚ ਸੁਖੀ ਉਹ ਆ ਜਿਹਨੂੰ ਰੱਬ ਦਾ ਨਾਮ ਮਿਲ ਗਿਆ। ਸੋ ਇਸੇ ਕਰਕੇ ਸਿੱਖਾਂ ਨੇ ਸਿਰ 'ਤੇ ਆਰੇ ਫਰਾਲੇ, ਭਾਈ ਮਣੀ ਸਿੰਘ ਨੇ ਬੰਦ ਕਟਾ ਲਿਆ। ਉਹਨਾਂ ਦੇ ਟੁਕੜਿਆਂ ਵਿੱਚੋਂ ਵੀ ਆਵਾਜ਼ ਬਾਣੀ ਦੀ ਆਉਂਦੀ ਸੀ। ਜਦ ਤੱਕ ਜਾਰੀ ਸਾਹਿਬ ਪੂਰਾ ਨਹੀਂ ਹੋਇਆ ਤਾਂ ਰੂਹ ਨਿਕਲੀ ਨਹੀਂ ਸੀ ਟੁਕੜਿਆਂ 'ਚੋਂ। 2 ਫਾੜ ਸਰੀਰ ਹੋ ਗਿਆ ਪੰਜ ਪ੍ਰਵਾਨ ਵਾਲੀ ਪੌੜੀ 'ਤੇ ਪੂਰਾ ਜਪਜੀ ਸਾਹਿਬ ਪੜ੍ਹ ਕੇ ਭਾਈ ਮਤੀ ਦਾਸ ਦੇ ਸਰੀਰ 'ਚੋਂ ਰੂਹ ਨਿਕਲੀ, ਨਹੀਂ ਤਾਂ ਰੂਹ ਵੀ ਨਹੀਂ ਸੀ ਨਿਕਲਦੀ। ਸੋ ਇਸ ਤਰ੍ਹਾਂ ਸਿੱਖਾਂ ਦਾ ਜੀਵਨ ਹੁੰਦਾ ਹੈ। ਉਹ ਪੜ੍ਹਨ ਸੁਣਨ ਕੋ ਬਾਣੀ, ਪੂਰਨ ਗੁਰਸਿੱਖ ਜਿਨ੍ਹਾਂ ਦੇ ਅੰਦਰ ਰੋਮ ਰੋਮ ਪਰਮਾਤਮਾ ਦਾ ਨਾਮ ਵਸਿਆ ਹੁੰਦਾ, ਉਹ ਸਿੱਖ ਸਦਾ ਸੁਖੀ ਆ। ਸਿਰ 'ਤੇ ਆਰਾ ਫਿਰ ਕੇ ਵੀ ਸੁਖੀ ਆ। ਸਰੀਰ ਦੇ 100 ਟੁਕੜੇ ਹੋ ਗਏ ਫਿਰ ਵੀ ਉਹ ਸੁਖੀ ਆ, ਕਿਉਂਕਿ ਨਾਮ ਹੀ ਸੁੱਖ ਆ। ਗੁਰੂ ਅਰਜਨ ਦੇਵ ਜੀ ਕਹਿੰਦੇ ਨਾਮ ਨਾਲ ਜਿਹੜਾ ਜੁੜ ਗਿਆ ਉਹ ਸੁਖੀ ਹੋ ਗਿਆ। ਸੋ ਨਾਮ ਸਾਧੂਆਂ ਸੰਤਾਂ ਕੋ ਨਾਮ ਦੀ ਕੁੰਜੀ ਹੈ। ਸੋ ਭਾਈ ਸਾਧੂਆਂ ਸੰਤਾਂ ਨਾਲ ਮਿਲ ਕੇ ਪਰਮਾਤਮਾ ਦੇ ਨਾਮ ਦਾ ਗਹਿਣ ਕਰੀਏ, ਪਰਮਾਤਮਾ ਦੀ ਸਿੱਖੀ ਨੂੰ ਪ੍ਰਾਪਤ ਕਰੀਏ, ਅਤੇ ਫਿਰ ਕੋਈ ਦੁੱਖ ਲਈ ਥਾਂ ਨਹੀਂ ਰਹਿ ਜਾਊਗੀ। ਫਿਰ ਇਹ ਦੁੱਖ ਸੰਸਾਰੀ ਦੁੱਖ ਤਾਂ ਛਣ ਭੰਗਰ ਆ। ਇਹ ਤਾਂ ਥੋੜ੍ਹੇ ਸਮੇਂ ਲਈ ਹੁਣ ਸਾਹ ਖਿੱਚ ਲਵੇ ਤਾਂ ਇਹ ਸਾਰੀਆਂ ਗੱਡੀਆਂ ਮੋਟਰਾਂ ਇੱਥੇ ਰਹਿ ਜਾਣੀਆਂ, ਕੋਠੀਆਂ। ਅਸਲੀ ਤਾਂ ਨਾਮ ਆ ਜਿਹੜਾ ਇੱਥੇ ਵੀ ਸਹਾਇਤਾ ਕਰਦਾ, ਗਾਂਹ ਵੀ। ਮਨੂਹਾ ਨਾਮ ਸੰਗ ਤੇਰਾ ਸਹਾਈ, ਸੁਖਮਨੀ ਸਾਹਿਬ 'ਚ ਵੀ ਲਿਖਿਆ। ਜਿਵੇਂ ਰਾਹ 'ਤੇ ਜਾਈਦਾ ਕੋਈ ਨਾਸ਼ਤਾ ਰੱਖ ਲਈਦਾ ਬਣਾ ਕੇ, ਸਾਡੀ ਮਾਂ ਨੇ ਪੰਜੀਰੀ ਰੱਖ ਲੈਣੀ, ਲੱਡੂ ਰੱਖ ਲੈਣੇ, ਚਿੜਵਾ ਤਾੜ ਲੈਣਾ, ਕਹਿਣਾ ਲਓ ਜੀ 2 ਲੱਡੂ ਖਾ ਲਓ ਅਤੇ ਪੰਜੀਰੀ ਖਾ ਲਿਓ। ਰਸਤੇ ਦਾ ਭੋਜਨ ਬੜਾ ਖਰਾਬ ਹੁੰਦਾ ਹੈ, ਗੰਦੇ ਤੇਲ ਵਰਤੇ ਹੁੰਦੇ, ਹਾਜ਼ਮਾ ਖਰਾਬ ਹੋ ਜਾਊ। ਸੋ ਇੱਕ ਬਿਮਾਰ ਬੰਦੇ ਦਾ ਸਫ਼ਰ 'ਤੇ ਜਾਂਦਾ ਅਤੇ ਉਹਦੇ ਨਾਲ ਕੋਈ ਨਾ ਕੋਈ ਇੱਕ ਗਾਈਡ ਨੂੰ ਵੀਜ਼ਾ ਦੇ ਦਿੰਦੀ ਸੀ ਬਾਹਰਲੀ ਸਰਕਾਰ। ਇਹ ਬਿਮਾਰ ਆ, ਇਕੱਲਾ ਸਫ਼ਰ ਨਹੀਂ ਕਰ ਸਕਦਾ। ਸੋ ਰਾਜੇ ਰਾਣੀ ਦੀ ਵੀ ਸਾਖੀ ਆ। ਰਾਣੀ ਰਾਜੇ ਨੂੰ ਕਹਿੰਦੀ ਉੱਠ ਕੇ ਨਾਮ ਜਪ ਲਿਆ ਕਰ। ਰਾਜਾ ਕਦੇ ਜਪਦਾ ਨਹੀਂ। ਉਹਨੇ ਕਿਹਾ ਰੱਬ ਦਾ ਨਾਂ ਤਾਂ ਮੂਰਖ ਲੋਕ ਜਪਦੇ ਆ, ਰੱਬ ਦਾ ਨਾਂ ਕੋਈ ਹੁੰਦਾ ਹੈ? ਇਹ ਤਾਂ ਕੋਈ ਕੰਮ ਦਾ ਨਹੀਂ ਹੁੰਦਾ। ਕਿਉਂਕਿ ਉਹ ਮੂਰਖ ਸੀ, ਗਧਾ ਸੀ, ਖੋਤਾ ਸੀ। ਰਾਣੀ ਸ਼ੁਰੂ ਤੋਂ ਸਤਸੰਗੀ ਸੀ। ਉਹ ਰੋਜ਼ ਸਵੇਰੇ ਆਪਣੀ ਡਿਊਟੀ ਪੂਰੀ ਕਰ ਦਿੰਦੀ ਸੀ। ਉੱਠ ਭਾਈ ਰੱਬ ਦਾ ਨਾਮ ਜਪ ਲਾ, ਇਹ ਸਹਾਈ ਹੋਣਾ। ਇੱਕ ਦਿਨ ਉਹਨੇ ਨਹੀਂ ਜਪਿਆ। ਪਿਛਲੇ ਚੰਗੇ ਕਰਮ ਸੀ, ਕਿਉਂਕਿ ਜਿਹਨੇ ਚੰਗੀ ਮਿਹਨਤ ਕਰਕੇ ਬੈਂਕ ਬੈਲੈਂਸ ਬਣਾ ਲਿਆ ਉਹ ਤਾਂ ਖਾਂਦਾ ਰਹਿੰਦਾ ਆ। ਪਿਛਲੇ ਚੰਗੇ ਕੀਤੇ ਕਰਮ ਉਹਨਾਂ ਦਾ ਫਲ ਇੱਥੇ ਮਿਲਦਾ, ਹੁਣ ਜੋ ਕਰਮ ਕਰਨ ਇਹਦਾ ਫਲ ਅਗਲੇ ਜਨਮ 'ਚ ਮਿਲਣਾ, ਗੁਰੂ ਅਮਰਦਾਸ ਜੀ ਕਹਿੰਦੇ ਆ। ਸੋ ਇਸ ਕਰਕੇ ਪਿਛਲੇ ਕਰਮ ਖਤਮ ਹੋ ਗਏ ਅਤੇ ਉਹ ਬਿਮਾਰ ਹੋ ਗਿਆ, ਮੰਜੇ 'ਤੇ ਡਿੱਗ ਪਿਆ। ਫਿਰ ਵੈਦ ਆਏ, ਸਾਰੇ ਪੈਸਾ ਬੜਾ ਸੀ, ਸਾਰਿਆਂ ਨੇ ਉਹਦੀ ਨਬਜ਼ ਫੜੀ, ਦੇਖਿਆ, ਬੜੇ ਇਲਾਜ ਕੀਤੇ, ਦਵਾਈਆਂ ਦਿੱਤੀਆਂ, ਨਹੀਂ ਠੀਕ ਹੋਇਆ। ਆਖਰੀ ਕਹਿੰਦੇ ਵੀ ਹੁਣ ਤਾਂ ਤੇਰੀ ਆਖਰੀ ਯਾਤਰਾ ਹੀ ਆ, ਹੁਣ ਕੁਛ ਸਮਾਂ ਘੱਟ ਅਤੇ ਤੁਰਦਾ ਲੱਗ। ਅਤੇ ਫਿਰ ਉਹ ਕਹਿਣ ਲੱਗਾ, ਉਹ ਰਾਜਾ, ਵੀ ਮੈਨੂੰ ਮਹਾਂਮੂਰਖ ਦੇ ਦਰਸ਼ਨ ਕਰਾ ਦੇ, ਸੈਨਾਪਤੀ ਨੂੰ ਕਹਿੰਦਾ। ਉਹ ਇੱਕ ਮਹਾਂਮੂਰਖ ਨੂੰ ਫੜ ਕੇ ਲਿਆਏ। ਮਹਾਂਮੂਰਖ ਨੂੰ ਸੋਨੇ ਦੀ ਛਿਟੀ ਦੇ ਦਿੱਤੀ। ਕਹਿੰਦਾ ਤੂੰ ਆਪਣੇ ਤੋਂ ਵੱਡੇ ਮੂਰਖ ਨੂੰ ਦੇ ਦੇ। ਉਹ ਸੋਨੇ ਦੀ ਛਿਟੀ ਘੁਮਾਉਂਦਾ ਰਿਹਾ ਅਤੇ ਰਾਜਾ ਕਹਿਣ ਲੱਗਾ ਹੁਣ ਮਹਾਂਮੂਰਖ ਨੂੰ ਲਿਆ, ਜਿਹੜਾ ਮੂਰਖ ਪੂਰੇ ਸ਼ਹਿਰ ਦਾ ਸਭ ਤੋਂ ਵੱਡਾ ਮੂਰਖ ਆ। ਉਹ ਮੂਰਖ ਨੂੰ ਲਿਆਂਦਾ ਅਤੇ ਮੂਰਖ ਨੇ ਮੂਰਖਾਂ ਵਾਲੇ ਸਵਾਲ ਕਰਨੇ ਹੁੰਦੇ ਆ। ਮੂਰਖ ਕਹਿੰਦਾ ਰਾਜਾ ਤੂੰ ਚੰਗਾ ਭਲਾ ਸੀ, ਕੀ ਹੋ ਗਿਆ ਤੈਨੂੰ? ਕਹਿੰਦਾ ਹਾਂ ਚੰਗਾ ਭਲਾ ਸੀ, ਰਾਣੀ ਸੱਚ ਕਹਿੰਦੀ ਸੀ ਕਿ ਉੱਠ ਕੇ ਰੱਬ ਦਾ ਨਾਂ ਲੈ ਲਿਆ ਕਰ, ਪਰ ਮੈਂ ਕਿਹਾ ਰੱਬ ਤਾਂ ਹੁੰਦਾ ਹੀ ਨਹੀਂ ਕੁਛ, ਮੈਂ ਕਦੇ ਨਾਮ ਹੀ ਨਹੀਂ ਜਪਿਆ। ਪਰ ਰੱਬ ਨੇ ਫਿਰ ਆਪਣੀ ਸ਼ਕਤੀ ਦਿਖਾੜੀ, ਮੇਰੇ ਕੀਤਾ ਕਰਮਾਂ ਦੀ ਸਜ਼ਾ ਦੇ ਦਿੱਤੀ। ਐਸਾ ਰੋਗ ਲੱਗ ਗਿਆ ਕਿ ਹੁਣ ਮੈਂ ਆਪਣੀ ਆਖਰੀ ਯਾਤਰਾ 'ਤੇ ਚੱਲਾਂ। ਅਤੇ ਮੂਰਖ ਨੇ ਮੂਰਖ ਵਾਲਾ ਸਵਾਲ ਕੀਤਾ ਵੀ ਅੱਛਾ ਯਾਤਰਾ 'ਤੇ ਚੱਲਾਂ ਅਤੇ ਤੂੰ ਆ ਰਾਣੀ ਨੂੰ ਨਾਲ ਲੈ ਜਾਈਂ, ਤੂੰ ਆ ਬੱਚਿਆਂ ਨੂੰ ਲੈ ਜਾਈਂ। ਪਰ ਨਹੀਂ, ਉਸ ਯਾਤਰਾ 'ਚ ਉਹ ਕੋਈ ਵੀ ਨਹੀਂ ਜਾ ਸਕਦਾ। ਅੱਛਾ ਫਿਰ ਉੱਥੇ ਖਾਊਂਗਾ ਕੀ? ਜਦ ਯਾਤਰਾ 'ਤੇ ਜਾਈਦਾ ਕੋਈ ਨਾਸ਼ਤਾ ਰੱਖ ਲਈਦਾ, ਕੋਈ ਰਾਹ 'ਚ ਖਾਣ ਪੀਣ ਨੂੰ ਭੁੱਖ ਲੱਗਦੀ, ਅਤੇ ਤੂੰ ਇੱਥੇ ਕੋਈ ਨਾਸ਼ਤਾ ਬਣਵਾ ਲਾ ਰਾਣੀ ਨੂੰ ਕਹਿ ਕੇ। ਉਹ ਕਹਿੰਦਾ ਉੱਥੇ ਤਾਂ ਨਾਸ਼ਤਾ ਵੀ ਨਹੀਂ ਜਾਣਾ। ਫਿਰ ਕਹਿੰਦਾ ਉੱਥੇ ਜਾਊਗਾ ਤਾਂ ਕੀ ਜਾਊ? ਕਹਿੰਦਾ ਉੱਥੇ ਰੱਬ ਦਾ ਨਾਂ ਜਾ ਸਕਦਾ, ਉਹ ਮੈਂ ਜਪਿਆ ਨਹੀਂ ਕਦੇ। ਕਿਉਂਕਿ ਰੱਬ ਦਾ ਨਾਂ ਤਾਂ ਸਾਧ ਸੰਗਤ ਜੀ ਇੱਥੇ ਹੀ ਭੁੱਖ ਬੁਝਾਉਂਦਾ। ਅਸੀਂ ਬੜੇ ਪ੍ਰੈਕਟਿਸ ਕੀਤੇ ਜ਼ਿੰਦਗੀ 'ਚ, 6-6 ਦਿਨ ਵੀ ਭੁੱਖੇ ਰਹਿ ਕੇ ਰੱਬ ਦਾ ਨਾਮ ਜਪ ਕੇ ਸਵੇਰੇ 7 ਵਜੇ ਭੁੱਖ ਲੱਗਣੀ ਤਾਂ ਰੱਬ ਦਾ ਨਾਮ ਜਪਣ ਲੱਗ ਪੈਣਾ, ਭੁੱਖ ਨਿਠਾ ਦੇਣੀ 2 ਚਪੇੜਾਂ ਮਾਰ ਕੇ। ਦੁਪਹਿਰ ਨੂੰ ਭੁੱਖ ਲੱਗਣੀ, ਉਹ ਵੀ ਦੜਾ ਦੇਣੀ। ਕਈ ਮਹਾਂਪੁਰਖ ਕਈ ਮਹੀਨੇ, ਗੁਰੂ ਨਾਨਕ ਸਾਹਿਬ ਤਾਂ ਕਈ ਮਹੀਨੇ ਬੈਠੇ ਰਹਿੰਦੇ ਸੀ ਨਾਮ ਦੇ ਆਸਰੇ। ਸੋ ਨਾਮ ਨਾਲ ਹੀ ਭੁੱਖ ਭਜਾ ਦਿੰਦੇ ਸੀ। ਇਹ ਨਾਮ ਇੱਥੇ ਵੀ ਭੁੱਖ ਭਜਾਉਂਦਾ, ਅਗਲੇ ਪਾਸੇ ਵੀ। ਜਹਾਂ ਤ੍ਰਿਖਾ ਮਨ ਤੁਝਾ ਕਰਕੇ ਤੇ ਨਾਨਕ ਹਰ ਹਰ ਅੰਮ੍ਰਿਤ ਵਰਖੈ। ਸੁਖਮਨੀ ਸਾਹਿਬ 'ਚ ਮਹਾਰਾਜ ਕਹਿੰਦੇ ਜਦੋਂ ਭੁੱਖ ਲੱਗੂਗੀ ਨਾ, ਇੱਥੇ ਜਿੰਨਾ ਦਾਨ ਕੀਤਾ ਓਨਾ ਹੀ ਉੱਥੇ ਉਹ ਦਿੰਦੇ ਜਾਓ। ਜਿੰਨਾ ਬੈਂਕ 'ਚ ਅਕਾਊਂਟ 'ਚ ਪੈਸਾ ਹੈ ਓਨਾ ਹੀ ਤੁਹਾਨੂੰ ਦੇਣਾ। ਕਿਸੇ ਦਾ ਪੈਸਾ ਚੁੱਕ ਕੇ ਤੁਹਾਨੂੰ ਤਾਂ ਨਹੀਂ ਫੜਾ ਦੇਣਾ ਕਿਸੇ ਨੇ, ਬੈਂਕ ਮੈਨੇਜਰ ਨੇ। ਸੋ ਇਸ ਕਰਕੇ ਜਿੰਨਾ ਇੱਥੇ ਪਾਣੀ ਦਾਨ ਕੀਤਾ, ਜਿੰਨਾ ਇੱਥੇ ਛਬੀਲਾਂ ਲਾਈਆਂ, ਜਿੰਨੇ ਇੱਥੇ ਲੰਗਰ ਖੜਾਏ, ਓਨੇ ਹੀ ਗਾਂਹ ਮਿਲਣੇ ਆ। ਅਤੇ ਜਿਹੜਾ ਨਾਮ ਆ ਉਹ ਇੱਥੇ ਵੀ ਸਾਡੀ ਭੁੱਖ ਮਿਟਾਉਂਦਾ ਅਤੇ ਗਾਂਹ ਵੀ ਮਿਟਾਉਂਦਾ। ਮਹਾਰਾਜ ਕਹਿੰਦੇ ਜਿਵੇਂ ਇੱਥੇ ਨਾਸ਼ਤਾ ਆ, ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ 'ਚ ਕਹਿੰਦੇ ਮਨੂਹਾ ਨਾਮ ਸੰਗ ਤੇਰੇ ਤੋਸਾ। ਜਿਵੇਂ ਇੱਥੇ ਸਫ਼ਰ 'ਤੇ ਨਾਸ਼ਤਾ ਤੇਰੀ ਭੁੱਖ ਬੁਝਾਉਂਦਾ,
ਨਾਮ ਜਪਿਆ ਹੋਊਗਾ, ਨਾਮ ਤੇਰੀ ਭੁੱਖ ਬੁਝਾਊਗਾ ਅਗਲੇ ਪਾਸੇ ਵੀ। ਸੋ ਇਸ ਕਰਕੇ ਸਾਧ ਸੰਗਤ ਜੀ ਨਾਮ ਦਾ ਬੜਾ ਮਹਾਤਮ ਆ। ਸੋ ਜਿਨ੍ਹਾਂ ਨੇ ਨਾਮ ਜਪਿਆ ਉਹ ਸਦਾ ਲਈ ਸੁਖੀ ਹੋ ਗਏ, ਦੁੱਖਾਂ ਲਈ ਕੋਈ ਥਾਂ ਨਹੀਂ। ਉਹਦੇ ਛਣ ਭੰਗਰ ਸੁੱਖਾਂ ਨੂੰ ਉਹ ਨਹੀਂ ਮੰਨਦੇ ਕੁਛ ਵੀ। ਸੋ ਸ਼ਹੀਦ ਸਿੰਘਾਂ ਨੇ ਨਾਮ ਜਪਿਆ ਕਰਕੇ ਉਹ ਸੁਖੀ ਆ, ਉਹ ਆਰੇ ਥੱਲੇ ਵੀ ਸੁਖੀ ਆ, ਬੰਦ ਕਰਕੇ ਸਰੀਰ ਦਾ ਢੇਰ ਲੱਗ ਗਿਆ ਉਹ ਫਿਰ ਵੀ ਸੁਖੀ ਆ, ਕਿਉਂਕਿ ਅੰਦਰ ਨਾਮ ਆ। ਨਾਮ ਇੱਕ ਐਸੀ ਸ਼ਕਤੀ ਹੈ ਜੋ ਸਦਾ ਲਈ ਸੁੱਖ ਦਿੰਦਾ ਹੈ ਅਤੇ ਮਿਲਦਾ ਹੈ ਸਾਧੂਆਂ ਸੰਤਾਂ ਤੋਂ। ਸੋ ਇਸ ਕਰਕੇ ਆਓ ਅਰਦਾਸ ਕਰੀਏ, ਸਾਨੂੰ ਪੂਰਨ ਮਹਾਤਮਾ ਦਾ ਮੇਲ ਬਖਸ਼ੋ। ਪੂਰਨ ਗੁਰਸਿੱਖਾਂ ਦਾ ਜਾ ਕਾ ਕਹਿਆ ਦਰਗਾਹ ਚੱਲੇ, ਉਹਨਾਂ ਦਾ ਕਿਹਾ ਤਾਂ ਦਰਗਾਹ 'ਚ ਵੀ ਚੱਲਦਾ ਹੈ। ਸੋ ਇਸ ਕਰਕੇ ਜਿਨ੍ਹਾਂ ਦੀ ਜੀਭ 'ਤੇ ਰੱਬ ਦਾ ਵਾਸ ਹੈ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦੱਸਣਾ। ਹਿੰਦੂ ਮਤ ਕਹਿੰਦਾ, ਸਨਾਤਨ ਮਤ ਦੇ ਲੋਕ ਕਹਿੰਦੇ ਹਨੂੰਮਾਨ ਨੇ ਛਾਤੀ ਫਾੜੀ ਅਤੇ ਰਾਮ ਸੀਤਾ ਲਛਮਣ ਦਿਖਾੜਤੇ ਕਿ ਹਿਰਦੇ ਵਿੱਚ ਰੱਬ ਆ। ਪਰ ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਪ੍ਰਭ ਜੀ ਬਸੈ ਸਾਧ ਕੀ ਰਸਨਾ, ਸਾਧੂ ਦੀ ਜੀਭ 'ਤੇ ਰੱਬ ਆ। ਕਿਉਂਕਿ ਸਾਧੂ ਕਦੇ ਝੂਠ ਨਹੀਂ ਬੋਲਦਾ, ਸਾਧੂ ਕਦੇ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਈ ਜਿਓ। ਗੁਆਂਢੀ ਨੂੰ ਦੇਖ ਕੇ ਨਹੀਂ ਕਹਿੰਦਾ ਵੀ ਮੈਂ ਵੀ ਚਿਕਨੀਆਂ ਚੋਪੜੀਆਂ ਖਾਵਾਂ, ਜੇ ਰੁੱਖੀ ਖਾਂਦੇ ਤਾਂ ਮੈਂ ਪੂੜੀਆਂ ਖਾਵਾਂ, ਮੈਂ ਸਪੈਸ਼ਲ ਖਾਵਾਂ। ਉਹ ਕਹਿੰਦੇ ਉਹ ਨਹੀਂ ਹੁੰਦੇ ਸਾਧੂ। ਸਾਧੂ ਉਹ ਹੁੰਦੇ ਜਿਹਨਾਂ ਦੀ ਜੀਭ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀਂਦੀ ਹੈ, ਜਿਹੜੇ ਆਪਣੇ ਤੋਂ ਨੀਵੇਂ ਵੱਲ ਦੇਖਦੇ, ਉੱਚੇ ਵੱਲ ਨਹੀਂ। ਮੈਂ MP 'ਚ ਸ਼ਾਮ ਨੂੰ ਜਾਂਦਾ ਸੀ ਗੁਰਦੁਆਰੇ, ਮੈਂ ਦੇਖਿਆ ਇੱਕ ਗਰੀਬ ਵਿਚਾਰਾ ਘਾਹ ਖਾਵੇ, ਉਹਨੂੰ ਕਿਤੇ ਭੀਖ ਵੀ ਨਹੀਂ ਮਿਲੀ। ਸੋ ਪਸ਼ੂਆਂ ਦਾ ਖੁਰਾਕ ਹੁੰਦੀ ਘਾਹ ਖਾਣਾ, ਪਰ ਬੰਦਾ ਖਾਣ ਡਿਆ ਸੀ। ਸੋ ਮੈਂ ਕਾਲਜ ਵਿੱਚ ਪੜ੍ਹਦਾ ਸੀ, ਪੋਹ ਦੀ ਸਰਦੀ 'ਚ ਗੁਰਦੁਆਰੇ ਜਾਣਾ, ਰਾਤ ਨੂੰ ਕੀਰਤਨ ਦਰਬਾਰ ਹੋਣਾ ਵਿਸਾਖੀ 'ਤੇ, ਅਤੇ ਉੱਥੇ ਦੇਖਣਾ ਸਵੇਰੇ ਅਖਬਾਰ 'ਚ ਆਉਣਾ ਪਏ ਇੰਨੇ ਬੰਦੇ ਉੱਥੇ ਸੜਕ ਦੇ ਕਿਨਾਰੇ ਪਏ, ਜਿਹੜੇ ਇੱਕ ਛੱਤ ਵੀ ਨਹੀਂ ਸੀ ਲੱਜਦੀ। ਸਟੇਸ਼ਨ 'ਤੇ ਜਾਣਾ, ਉੱਥੇ ਪੁਲਿਸ ਨੇ ਨਠਾ ਦੇਣਾ। ਉਹਨਾਂ ਨੇ ਬੱਸ ਅੱਡੇ ਜਾਣਾ ਤਾਂ ਉੱਥੇ ਲੋਕ ਲੱਗੇ ਹੋਣੇ, ਤਾਂ ਉਹ ਵਿਚਾਰੇ ਸੜਕ 'ਤੇ ਹੀ ਪੈ ਜਾਂਦੇ ਸੀ। ਉਹ ਸਵੇਰੇ ਉਹਨਾਂ ਦਾ ਸਰੀਰ ਸਵੇਰੇ ਆਕੜ ਜਾਂਦਾ ਸੀ। ਸੋ ਆਪਣੇ ਤੋਂ ਥੱਲੇ ਵੀ ਆ ਜਿਨ੍ਹਾਂ ਕੋਲ ਕੱਪੜਾ ਵੀ ਹੈ ਨਹੀਂ, ਆਪਣੇ ਤੋਂ ਥੱਲੇ ਵੀ ਲੋਕ ਆ ਜਿਨ੍ਹਾਂ ਕੋਲ ਰੋਟੀ ਨਹੀਂ, ਉਹ ਘਾਹ ਖਾ ਕੇ ਗੁਜ਼ਾਰਾ ਕਰਨ ਡਏ। ਸੋ ਸਾਧ ਸੰਗਤ ਜੀ ਰੱਬ ਦਾ ਸਦਾ ਸ਼ੁਕਰ ਕਰਨਾ ਚਾਹੀਦਾ, ਆਪਣੇ ਤੋਂ ਉੱਤੇ ਵਾਲਿਆਂ ਨੂੰ ਨਹੀਂ ਦੇਖਣਾ ਚਾਹੀਦਾ। ਉੱਤੇ ਵਾਲੇ ਤਾਂ ਫਿਰ ਉਹਦਾ ਅੰਤ ਹੀ ਨਹੀਂ ਕੋਈ ਕਹਿੰਦਾ ਲੱਖਾਂ ਦੀ ਕਾਰ ਮਿਲ ਜਾਏ, ਕੋਈ ਕਰੋੜ ਮਿਲ ਜਾਏ, ਕੋਈ ਹੈਲੀਕਾਪਟਰ ਤੱਕ ਖਰੀਦ ਲਓ, ਪਰ ਹਵਾਈ ਜਹਾਜ਼ ਨਹੀਂ ਖਰੀਦ ਸਕਦਾ। ਅਜੇ ਤੱਕ ਨਹੀਂ ਉਹ ਪਹੁੰਚਿਆ ਹਵਾਈ ਜਹਾਜ਼ ਘਰ 'ਚ ਖਰੀਦ ਕੇ ਰੱਖ ਲਵੇ। ਇੰਨਾ ਅਮੀਰ ਅਜੇ ਨਹੀਂ ਕੋਈ ਬਣਿਆ ਜਿਹਦਾ ਹਵਾਈ ਜਹਾਜ਼ ਹੀ ਆਪਣਾ ਹੋਵੇ। ਜੇ ਬਣ ਵੀ ਜਾਵੇ ਤਾਂ ਵੀ ਉਹਨੂੰ ਕੋਈ ਪ੍ਰਾਪਤੀ ਨਹੀਂ। ਸੋ ਮਹਾਰਾਜ ਕਹਿੰਦੇ ਘਰ ਵੀ ਸੋਨੇ ਦਾ ਬਣਾ ਲਵੇ ਤਾਂ ਵੀ ਕੋਈ ਪ੍ਰਾਪਤੀ ਨਹੀਂ। ਉਹ ਵੀ ਨੰਗੇ ਪੈਰੀ ਰਾਵਣ ਗਿਆ ਜਿਹੜਾ ਘਰੇ ਸੋਨੇ ਦਾ ਸੀਗਾ। ਹੁਣ ਤਾਂ ਸੋਨਾ ਦਰਬਾਰ ਸਾਹਿਬ ਹੀ ਲੱਗਿਆ, ਕਿਸੇ ਦੇ ਘਰ 'ਤੇ ਨਹੀਂ ਆ। ਸੋ ਭਾਰਤ ਦੇ ਲੋਕ ਹੁਣ ਗਰੀਬ ਹੋ ਚੁੱਕੇ ਆ। ਸੋ ਇਛ ਪੁਨੀ ਵਡਭਾਗਣੀ ਵਰ ਪਾਇਆ ਹਰ ਰਾਏ। ਮਹਾਰਾਜ ਕਹਿੰਦੇ ਜਿਸ ਨੇ ਹਰੀ ਰਾਏ ਰੂਪ ਵਰ ਪਤੀ ਨੂੰ ਪਾਇਆ ਹੈ, ਉਸ ਵਡਭਾਗਣੀ ਦੀ ਇੱਛਾ ਪੁਨੀ ਪੂਰੀ ਹੈ। ਉਹ ਵੱਡੇ ਭਾਗਾਂ ਵਾਲੀ ਰੂਹ ਹੈ, ਆਤਮਾ ਹੈ, ਜਿਹਨੇ ਸਾਧੂਆਂ ਸੰਤਾਂ ਨਾਲ ਮਿਲ ਕੇ ਹਰੀ ਦੇ ਜਸ ਨੂੰ ਗਾਇਆ, ਆਪ ਮੁਕਤ ਹੋ ਗਏ, ਕਾਮ ਕਲਮ ਕਾਰ ਭਜਾਤੇ ਅਤੇ ਆਪ ਗੁਣਾਂ ਦੇ ਖਜ਼ਾਨੇ ਪ੍ਰਾਪਤ ਕਰ ਲਏ ਸਾਧੂਆਂ ਦੀ ਸੇਵਾ ਤੋਂ। ਉਹਨਾਂ ਨੂੰ ਮੁਕਤੀ ਵੀ ਮਿਲੀ। ਚਾਰ ਪਦਾਰਥ ਜੇ ਕੋ ਮਾਗੇ ਸਾਧ ਜਨਾਂ ਕੀ ਸੇਵਾ ਲਾਗੇ। ਚਾਰ ਪਦਾਰਥ ਗ੍ਰਸਤੀ ਨੂੰ ਜਿਹਨਾਂ ਦੀ ਲੋੜ ਆ, ਧਰਮ ਅਰਥ ਕਾਮ ਮੋਖ, ਇਹ ਚਾਰ ਪਦਾਰਥ ਹੁੰਦੇ ਆ, ਉਹ ਸਾਧੂਆਂ ਸੰਤਾਂ ਦੀ ਸੇਵਾ 'ਚੋਂ ਪ੍ਰਾਪਤ ਹੋ ਜਾਂਦੇ ਆ। ਸੋ ਸਾਧ ਸੰਗਤ ਦੀ ਸੇਵਾ ਵਿੱਚ ਇਹ ਸਾਧੂਆਂ ਸੰਤਾਂ ਦੀ ਸੇਵਾ ਹੋ ਜਾਂਦੀ, ਕਿਉਂਕਿ ਗੁਰੂ ਨਾਨਕ ਦੀ ਸਾਧ ਸੰਗਤ ਦੇ ਅੰਦਰ ਹੀ ਸਾਧੂ ਵੀ ਹੁੰਦੇ, ਬ੍ਰਹਮ ਗਿਆਨੀ ਵੀ ਹੁੰਦੇ, ਬੜੇ ਮਹਾਤਮਾ ਵੀ ਬੈਠੇ ਹੁੰਦੇ, ਕਿਸੇ ਦੀ ਅਵਸਥਾ ਬੜੀ ਉੱਚੀ ਹੁੰਦੀ, ਸਭ ਤਰ੍ਹਾਂ ਦੇ ਲੋਕ ਸੰਗਤ 'ਚ ਹੁੰਦੇ। ਸੋ ਸੰਗਤ ਨੂੰ ਬੜਾ ਮਹਾਨਤਾ ਦਿੱਤੀ ਆ। ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਕਿਹਾ ਹੈ, ਕਿਉਂਕਿ ਗੁਰੂ 10ਵੇਂ ਪਾਤਸ਼ਾਹ ਨੇ ਖੰਡੇ ਬਾਟੇ ਦੀ ਪਹੁਲ ਦੇ ਕੇ ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ। ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਖਾਲਸਾ ਰੂਪ ਦੇ ਦਿੱਤਾ। ਪਰ ਜਿਹੜੇ ਮਨਮੁਖ ਸੀ, ਜਿਹੜੇ ਮਨ ਪਿੱਛੇ ਲੱਗਦੇ, ਉਹੀ ਆਪਣੇ ਭਰਵੱਟੇ ਮੁੰਦੇ, ਉਹੀ ਆਪਣੇ ਕੇਸ ਕੱਟਦੇ, ਉਹੀ ਸਿੱਖੀ ਤੋਂ ਦੂਰ ਜਾਂਦੇ, ਕਿਉਂਕਿ ਉਹ ਮਨਮੁਖ ਹੁੰਦੇ। ਉਹ ਮਨਮੁਖੀ ਫਿਰ ਈਰਖਾ ਕਰਦੇ ਗੁਰਮੁਖਾਂ ਨੂੰ ਦੇਖ ਕੇ। ਹੰਸ ਤਰੰਦਾ ਵੇਖਦਿਆਂ ਬੱਗਾ ਪਿਆਇਆ ਚਾਓ। ਉਹ ਹੰਸਾਂ ਨੂੰ ਤਰਦੇ ਦੇਖ ਕੇ ਬੱਗਿਆਂ ਨੂੰ ਵੀ ਚਾਅ ਚੜ੍ਹਦਾ ਕਿ ਮੈਂ ਵੀ ਹੰਸਾਂ ਵਾਂਗੂ ਉਹਨਾਂ ਦੀ ਡਾਰ 'ਚ ਬਹਿ ਜਾਊਂਗਾ। ਅਤੇ ਜਦ ਖੁਰਾਕ ਖਾਣ ਦਾ ਵੇਲਾ ਆਉਂਦਾ ਨਾ, ਹੰਸਾ ਹੀਰਾ ਮੋਤੀ ਚੁਗਣਾ ਪਗ ਡੰਡਾ ਭਾਲਣ ਜਾਏ। ਗੁਰੂ ਅਮਰਦਾਸ ਜੀ ਕਹਿੰਦੇ ਹੰਸਾਂ ਨੇ ਤਾਂ ਹੀਰੇ ਮੋਤੀ ਜਵਾਹਰ ਰਾਤ ਚੁਗਣੇ ਹੁੰਦੇ, ਅਤੇ ਜਿਹੜੇ ਬਗਲੇ ਆ ਉਹ ਡੱਡੂ ਫੜਦੇ ਆ। ਉਹਨਾਂ ਦਾ ਕੰਮ ਹੁੰਦਾ ਗੰਦ ਖਾਣਾ। ਉੱਥੇ ਪਛਾਣ ਆ ਜਾਂਦੀ ਵੀ ਸਰੀਰ ਤਾਂ ਇੱਕ ਜਿਹਾ ਹੈ, ਪਰ ਇਹ ਤਾਂ ਗੰਦ ਖਾਂਦੇ। ਸੋ ਇਸ ਕਰਕੇ ਜੋ ਪਾਵੇ ਭਾਂਡੇ ਵਿੱਚ ਵਸਤ, ਸਾਹ ਨਿਕਲਿਆ ਕਿਆ ਕੋਈ ਕਰੇ ਵਿਚਾਰਾ। ਸੋ ਭਾਈ ਜਿਹੜੇ ਰੱਬ ਦੇ ਪਿਆਰੇ ਰੱਬ ਦੀਆਂ ਹੀ ਗੱਲਾਂ ਕਰਨਗੇ। ਜਿਹੜੇ ਦੁਨੀਆ ਦੇ ਲੋਕ ਆ ਉਹ ਦੁਨੀਆ ਦੀਆਂ ਗੱਲਾਂ ਚੁਗਲੀਆਂ ਨਿੰਦਿਆਂ 'ਚ ਫਸੇ ਰਹਿੰਦੇ। ਉਹ ਇਹਨਾਂ ਗੱਲਾਂ 'ਚ ਆਪਣਾ ਜੀਵਨ ਬਤੀਤ ਕਰਕੇ ਸਿਰ 'ਤੇ ਖੇਹ ਪਵਾ ਲੈਂਦੇ ਅਤੇ ਆਉਣ ਜਾਣ ਦੇ ਚੱਕਰ 'ਚ ਫਸੇ ਰਹਿੰਦੇ, ਡਿੱਡੂ ਕੱਛੂ ਕਾਂ ਬਣ ਕੇ ਤੁਰੇ ਫਿਰਦੇ ਸੰਸਾਰ 'ਚ। ਸੋ ਇਸ ਤਰ੍ਹਾਂ ਪਰਮਾਤਮਾ ਦੇ ਪਿਆਰੇ ਰੱਬ ਦੇ ਨਾਮ ਦੇ ਰਸ ਨੂੰ ਜਪਣ ਵਾਸਤੇ ਆਉਂਦੇ, ਬੰਦਾ ਸੋ ਜੋ ਕਰੇ ਬੰਦਗੀ। ਸੋ ਇਛ ਪੁਨੀ ਵਡਭਾਗਣੀ ਵਰ ਪਾਇਆ ਹਰ ਰਾਏ। ਉਹ ਸਾਧੂਆਂ ਮਹਾਨ ਆਤਮਾ ਦੇ ਨਾਲ ਬਹਿੰਦੇ, ਮਹਾਤਮਾ ਨਾਲ
ਅਤੇ ਉਹਨਾਂ ਨੂੰ ਪਰਮਾਤਮਾ ਮਿਲ ਜਾਂਦਾ, ਉਹਨਾਂ ਦੇ ਔਗੁਣ ਦੂਰ ਹੋ ਜਾਂਦੇ ਆ। ਫਿਰ ਸਹੀਆ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ। ਮਹਾਰਾਜ ਕਹਿੰਦੇ ਆ ਵੀ ਇੰਦਰੀਆਂ ਰੂਪ ਸਖੀਆਂ ਮਿਲ ਕੇ ਪ੍ਰਭੂ ਦੇ ਮੰਗਲਾਂ ਨੂੰ ਗਾਉਂਦੀਆਂ ਹਨ। ਅੱਖਾਂ ਗੁਰੂ ਗ੍ਰੰਥ ਸਾਹਿਬ ਨੂੰ ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰਨਾਉ। ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਦੀਆਂ, ਗੁਰੂ ਗ੍ਰੰਥ ਸਾਹਿਬ ਦੇ ਗੁਰਬਾਣੀ ਦੇ ਸ਼ਬਦਾਂ ਦੇ। ਅਤੇ ਮਹਾਰਾਜ ਕਹਿੰਦੇ ਕੰਨਾਂ ਨਾਲ ਬਾਣੀ ਕੀਰਤਨ ਕਥਾ ਸੁਣਦੀਆਂ, ਉਹਨਾਂ ਦੀ ਰੂਹ ਅਤੇ ਗੋਬਿੰਦ ਦੇ ਗੀਤ ਜਸ ਗਾਉਂਦੀਆਂ ਹਨ। ਉਹ ਰੂਹਾਂ, ਉਹ ਆਤਮਾਵਾਂ, ਇੰਦਰੀਆਂ, ਜੀਭ ਵੀ ਸਫਲ ਹੋ ਜਾਂਦੀ ਨਾਮ ਜਪ ਕੇ, ਅੱਖਾਂ ਸਫਲ ਹੋ ਜਾਂਦੀਆਂ ਬਾਣੀ ਦੇ ਦਰਸ਼ਨ ਕਰਕੇ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ, ਕੰਨ ਸਫਲ ਹੋ ਜਾਂਦੇ ਬਾਣੀ ਸੁਣ ਕੇ। ਸੋ ਇਸ ਤਰ੍ਹਾਂ ਜਗਿਆਸੂ ਰੂਹਾਂ ਆਪਣੇ ਜੀਵਨ ਨੂੰ ਸਫਲ ਕਰ ਲੈਂਦੀਆਂ ਸਤਸੰਗ ਵਿੱਚ ਜਾ ਕੇ, ਸੇਵਾ ਸਿਮਰਨ ਕਰਕੇ। ਜਿਸ ਜਗ੍ਹਾ ਮਹਾਤਮਾ ਰੂਪ ਸਖੀਆਂ ਮਿਲ ਕੇ ਪਰਮੇਸ਼ਰ ਦੇ ਮੰਗਲਾਂ ਨੂੰ ਗਾਇਨ ਕਰਦੀਆਂ ਹਨ, ਉਹਨਾਂ ਨਾਲ ਮਿਲ ਕੇ ਹੇ ਪੁਰਸ਼ਾ ਤੂੰ ਵੀ ਗੋਬਿੰਦ ਦੇ ਗੀਤ ਜਸ ਨੂੰ ਉਚਾਰਨਾ ਕਰ। ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਜਿੱਥੇ ਮਹਾਤਮਾ ਲੋਕ, ਸਾਧੂ ਸੰਤ ਮਹਾਤਮਾ ਸਾਧੂ ਲੋਕ ਬੈਠੇ ਹਰੀ ਦਾ ਜਸ ਗਾਉਂਦੇ ਆ, ਉਹਨਾਂ ਨਾਲ ਮਿਲ ਕੇ ਤੂੰ ਵੀ ਗਾ। ਨਾ ਕਿ ਇਹਨਾਂ ਲੋਕਾਂ ਤੋਂ ਸਾਵਧਾਨ ਹੋ ਜਾ ਜਿਹੜੇ ਕਹਿੰਦੇ ਸੰਤ ਬਾਬੇ ਮਹਾਤਮਾ ਸਾਧੂਆਂ ਨੂੰ ਭਜਾ ਦਿਓ। ਤਾਂ ਇਹ ਲੋਕ ਨਾਸਤਿਕ ਨੇ, ਇਹ ਸਿੱਖੀ ਦੇ ਰੂਪ 'ਚ ਤੁਹਾਡੇ ਅੰਦਰ ਆ ਕੇ ਬਣ ਗਏ ਨੇ, ਅਤੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹਨਾਂ ਅਰਥਾਂ ਨੂੰ ਗਲਤ ਸਾਬਤ ਕਰਦੇ ਨੇ। ਇਹ ਟਕਸਾਲਾਂ ਨੂੰ ਵਿੱਚ ਜਾਂਦੇ ਨਹੀਂ, ਵਿੱਦਿਆ ਪੜ੍ਹਦੇ ਨਹੀਂ। ਅਤੇ ਗੁਰੂ ਗੋਬਿੰਦ ਸਿੰਘ, ਬਾਬਾ ਦੀਪ ਸਿੰਘ ਤੋਂ ਲੈ ਕੇ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਰਾਹਵਾਣਿਆਂ ਤੱਕ ਟਕਸਾਲ ਸੇਵਾ ਕਰਦੀ ਆਈ ਹੈ ਅਤੇ ਕਰਦੀ ਰਹੂਗੀ। 4 ਯੁੱਗਾਂ 'ਚ ਨਾ ਟਕਸਾਲ ਖਤਮ ਹੋਣੀ, ਨਾ ਗੁਰੂ ਗੋਬਿੰਦ ਸਿੰਘ ਨਾਮ ਖਤਮ ਹੋਣਾ। ਨਾਮ ਰਹਿਓ ਸਾਧੂ ਰਹਿਓ ਗੁਰੂ ਗੋਬਿੰਦ। ਸੋ ਇਹ ਜਿੱਥੋਂ ਪੈਦਾ ਹੋਏ ਉੱਥੇ ਖਤਮ ਹੋ ਜਾਣਗੇ। ਬਰਸਾਤ ਦੇ ਡੱਡੂਆਂ ਵਾਂਗੂ ਆ, ਇਹ ਹੰਕਾਰ 'ਚ ਟੱਪਦੇ ਰਹਿੰਦੇ। ਅਤੇ ਉਹ ਡੱਡੂ ਜਦੋਂ ਮੀਂਹ ਸੁੱਕ ਜਾਂਦਾ, ਅਤੇ ਕਈ ਡੱਡੂ ਮੈਂ ਦੇਖਿਆ ਵਿਹੜੇ 'ਚ ਮਰੇ ਪਏ ਸੁੱਕੇ ਹੁੰਦੇ, ਰੂਹ ਵੀ ਨਿਕਲ ਜਾਂਦੀ, ਸਰੀਰ ਵੀ ਸੁੱਕ ਜਾਂਦੇ। ਇਹ ਉਸ ਤਰ੍ਹਾਂ ਦੇ ਡੱਡੂ ਬਥੇਰੇ ਹੰਕਾਰ 'ਚ ਭਰੇ, ਆਪਣੇ ਆਪ ਨੂੰ ਬੜੇ ਪ੍ਰੋਫੈਸਰ ਕਹਿਲਾਉਂਦੇ ਅਤੇ ਬੋਲਦੇ ਆ ਟਕਸਾਲ ਦੇ ਖਿਲਾਫ, ਗਲਤ ਅਰਥ ਕਰਦੇ ਬਾਣੀ ਦੇ। ਉਹਨਾਂ ਤੋਂ ਬਚੋ ਅਤੇ ਸਾਧੂਆਂ ਸੰਤਾਂ ਮਹਾਤਮਾ ਨਾਲ ਮਿਲ ਕੇ ਪਰਮਾਤਮਾ ਦੇ ਗੁਣ ਗਾਇਨ ਕਰੋ। ਹਾਂ, ਅਸੀਂ ਜ਼ਰੂਰ ਕਹਿੰਦੇ ਕੋਈ ਪਖੰਡ ਕਰੇ ਸਾਧੂ ਦੇ ਰੂਪ ਵਿੱਚ, ਉਹ ਪਖੰਡੀਆਂ ਦੇ ਨਾਲ ਨਹੀਂ ਰਹਿਣਾ ਚਾਹੀਦਾ। ਅਤੇ ਪੂਰਨ ਸਾਧੂ ਜਿਹੜੇ, ਜਿਨ੍ਹਾਂ ਦਾ ਜੀਵਨ ਦੇਖ ਲਓ ਵੀ ਸਾਰਾ ਜੀਵਨ ਹੀ ਸੇਵਾ ਅਤੇ ਸਿਮਰਨ ਨੂੰ ਸਮਰਪਿਤ ਆ, ਉਹਨਾਂ ਨੂੰ ਕਦੇ ਗਲਤ ਕਹੋ ਨਾ। ਉਹ ਪਾਪ ਆਪਣੇ ਸਿਰ 'ਤੇ ਨਾ ਹੋ, ਕਿਉਂਕਿ ਨਿੰਦਾ ਭਲੀ ਕਾਹੂ ਕੀ ਨਾ ਹੈ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸੋ ਸਾਧੂਆਂ ਦੀ ਨਿੰਦਿਆ 'ਤੇ ਗੁਰੂ ਅਰਜਨ ਦੇਵ ਜੀ ਨੇ ਪੂਰੀ ਅਸ਼ਟਪਦੀ ਉਚਾਰਨ ਕਰਤੀ। ਸੰਤ ਕਾ ਨਿੰਦਕ ਮਹਾ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਤਾਂ ਸਭ ਤੋਂ ਬੜਾ ਹਤਿਆਰਾ ਆ, ਮਰਡਰਰ ਆ, ਜਿਹੜਾ ਸੰਤਾਂ ਨੂੰ ਨਿੰਦਿਆ ਕਰਦਾ, ਸਾਧੂਆਂ ਸੰਤਾਂ ਦੀ ਵਕੀਲੀ ਕਰਦਾ, ਮਜ਼ਾਕ ਉਡਾਉਂਦਾ। ਸੋ ਸਾਡੀ ਤਾਂ ਦਾਦੀ ਇੱਥੋਂ ਤੱਕ ਕਹਿੰਦੀ ਸੀ, ਜਿਹੜਾ ਸਾਧ ਹੋ ਕੇ ਸਾਧੂਆਂ ਦੇ ਕੱਪੜੇ ਪਾ ਕੇ ਬੂਹੇ 'ਤੇ ਆ ਗਿਆ, ਕਦੇ ਉਹਨੂੰ ਵੀ ਨਾ ਮਜ਼ਾਕ ਕਰੋ। ਉਹ ਆਪਣੇ ਕਰਮਾਂ ਦੀ ਸਜ਼ਾ ਆਪ ਦਿੰਦਾ ਰਹੂਗਾ ਦਰਗਾਹ 'ਚ, ਅਸੀਂ ਤਾਂ ਉਹਨੂੰ ਸਾਧੂ ਸਮਝ ਕੇ ਦਾਨ ਦੇ ਦੇਣਾ। ਸਾਡੀ ਦਾਦੀ ਤਾਂ ਇਸ ਤਰ੍ਹਾਂ ਹੁੰਦੀ ਸੀ। ਪਰ ਗੁਰੂ ਨਾਨਕ ਸਾਹਿਬ ਨੇ ਸਿੱਧਾ ਹੀ ਕਹਿ ਦਿੱਤਾ, ਕਿਉਂਕਿ ਕਈ ਸਾਧੂ ਪੁੱਠੇ ਲਟਕ ਕੇ ਭਗਤੀ ਕਰਦੇ ਸੀ। ਮਹਾਰਾਜ ਸੋਚਿਆ ਵੀ ਤੁਸੀਂ ਕਿਸੇ ਬੂਹੇ 'ਤੇ ਨਹੀਂ ਜਾਂਦੇ, ਸੱਚਾ ਸਾਧੂ ਕਿਸੇ ਬੂਹੇ ਤੋਂ ਨਹੀਂ ਜਾਂਦਾ, ਜਿਹਦੀ ਨੌਕਰੀ ਕਰੀਏ ਉਹ ਤੋਂ ਹੀ ਤਨਖਾਹ ਲਈ ਦੀ। ਸੋ ਬਾਬਾ ਜਵਾਲਾ ਸਿੰਘ ਵੀ 15 ਦਿਨ ਬੈਠੇ ਰਹੇ ਸੀ, ਕਦੇ ਕਿਸੇ ਦੇ ਬੂਹੇ 'ਤੇ ਜਾ ਕੇ ਮੰਗਿਆ ਨਹੀਂ ਸੀ। ਸਾਧੂ ਮੰਗਤੇ ਨਹੀਂ ਹੁੰਦੇ, ਸਾਧੂ ਦਾਤੇ ਹੁੰਦੇ। ਉਹਨਾਂ ਦੀ ਸੇਵਾ ਕਰੋ ਤਾਂ ਉਹਨਾਂ 'ਚੋਂ 4 ਪਦਾਰਥ ਧਰਮ, ਅਰਥ, ਕਾਮ, ਮੋਕਸ਼ ਪ੍ਰਾਪਤ ਹੁੰਦੇ ਗ੍ਰਸਤੀਆਂ ਨੂੰ। ਸੋ ਪੂਰਨ ਮਹਾਂਪੁਰਖ ਕਦੇ ਮੰਗਤੇ ਨਹੀਂ ਹੁੰਦੇ। ਸੋ ਮਹਾਂਪੁਰਖ ਕਦੇ ਮੰਗਣ ਨਹੀਂ ਜਾਂਦੇ ਕਿਸੇ ਬੂਹੇ 'ਤੇ, ਉਹ ਰੱਬ ਦੀ ਭਗਤੀ ਕਰਦੇ, ਰੱਬ ਤੋਂ ਹੀ ਮੰਗਦੇ ਆ। ਰੱਬ ਭਾਵੇਂ ਕਿਸੇ ਬੰਦਿਆਂ ਦੁਆਰਾ ਹੀ ਉਹਨਾਂ ਨੂੰ ਲਿਆ ਕੇ, ਮਾਇਆ ਉਹਨਾਂ ਦੀ ਚਰਨਾਂ ਦੀ ਸੇਵ ਦਾਸੀ ਬਣ ਜਾਂਦੀ ਹੈ। ਸੋ ਇਸ ਤਰ੍ਹਾਂ ਤੂੰ ਵੀ ਗੋਬਿੰਦ ਦੇ ਗੀਤ ਗੁਣ ਜਸ ਗਾ, ਅਤੇ ਮਹਾਤਮਾ ਨਾਲ ਮਿਲ, ਸਾਧੂਆਂ ਸੰਤਾਂ ਦੀ ਸੰਗਤ ਕਰ। ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਸਾਧੂਆਂ ਸੰਤਾਂ ਦਾ ਮੇਲ ਬਖਸ਼, ਸਤਸੰਗ ਬਖਸ਼, ਮਹਾਨ ਆਤਮਾ ਦਾ ਮੇਲ ਬਖਸ਼, ਤਾਂ ਕਿ ਤੇਰੇ ਤੱਕ ਅਸੀਂ ਪਹੁੰਚ ਸਕੀਏ। ਸਾਧੂ ਬਿਨ ਨਾਹੀ ਦਰਬਾਰ। ਜੈਦੇਵ ਭਗਤ ਦਾ ਬਣਾਇਆ ਹੋਇਆ ਗੀਤ ਗੋਬਿੰਦ ਗ੍ਰੰਥ ਵੀ ਪਰਮੇਸ਼ਰ ਦੇ ਜਸ ਨੂੰ ਕਥਨ ਕਰਦਾ ਹੈ। ਜੈਦੇਵ ਭਗਤ ਹੋਏ ਆ, ਜਿਹਨਾਂ ਦੀ ਬਾਣੀ ਅੰਦਰ ਲਿਖੀ ਹੈ। ਸੋ ਉਹਨਾਂ ਦਾ ਵੀ ਇੱਕ ਗ੍ਰੰਥ ਆ, ਉਹ ਪਰਮਾਤਮਾ ਦੇ ਗੀਤ ਗਾਉਂਦਾ ਹੈ, ਉਹ 'ਚ ਸਾਰੇ ਜਸ ਲਿਖੇ। ਹਰ ਜਿਹਾ ਅਵਰ ਨ ਦਿਸਈ, ਕੋਈ ਦੂਜਾ ਲਵੇ ਨਾ ਲਾਏ। ਮਹਾਰਾਜ ਕਹਿੰਦੇ ਹਰੀ ਵਰਗਾ ਹੋਰ ਕੋਈ ਨਹੀਂ ਦਿਸਦਾ, ਉਸਦੇ ਲਵੇ ਸਦਰਸ ਬਰਾਬਰ ਦੂਜਾ ਕੋਈ ਨਹੀਂ ਲੱਗਦਾ। ਪਰਮਾਤਮਾ ਦੇ ਬਰਾਬਰ ਕੋਈ ਚੀਜ਼ ਨਹੀਂ ਆ ਸੰਸਾਰ ਦੇ ਅੰਦਰ। ਪਰਮਾਤਮਾ ਅਤੇ ਉਹਦਾ ਨਾਮ ਬੜਾ ਮਹਾਨ ਆ, ਅਤੇ ਉਹਨੂੰ ਜਪਣ ਵਾਲੇ ਸੰਤ ਮਹਾਤਮਾ ਬੜੇ ਮਹਾਨ ਆ। ਉਹਨਾਂ ਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ। ਉਹ ਅਮੋਲਕ ਨੇ, ਰੱਬ ਦਾ ਨਾਮ ਵੀ ਅਮੋਲਕ ਆ, ਉਹਨੂੰ ਜਪਣ ਵਾਲੇ ਵੀ ਅਮੋਲਕ ਹੋ ਜਾਂਦੇ ਨੇ। ਉਹ ਆਪ ਨਾਮ ਪਵਿੱਤਰ ਆ, ਅਤੇ ਜਿਹੜਾ ਜਪਦਾ ਉਹ ਵੀ ਪਵਿੱਤਰ ਹੋ ਜਾਂਦਾ, ਅਤੇ ਜਿੰਨੀ ਸੰਗਤ ਨੂੰ ਜੋੜਦਾ ਉਹ ਵੀ ਪਵਿੱਤਰ। ਆਪ ਮੁਕਤ ਕਰੇ ਸੰਸਾਰ, ਜਿਨੀ ਨਾਮ ਧਿਆਇਆ ਗਿਆ ਮਸਕਤ ਕਾਲ ਨਾਨਕ ਤੇ ਮੁਖ ਜਿਲੇ ਕੀਤੀ ਛੁੱਟੇ। ਕਿੰਨੀ ਦੁਨੀਆ ਉਤਾਰ ਲੈਂਦੀ ਮਹਾਤਮਾ ਲੋਕ।
ਆਪ ਵੀ ਰੱਬ ਤੋਂ ਮੁਕਤੀ ਕਰਾ ਲੈਂਦੇ ਅਤੇ ਹੋਰ ਸੰਸਾਰ ਵੀ ਮੁਕਤ ਕਰਾ ਲੈਂਦੇ। ਹਲਤ ਪਲਤ ਸਵਾਰਿ ਉਹਨੂੰ ਨਿਹਚਲ ਦਿੱਤੀਆਂ ਨੇ ਜਾਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਇੱਕ ਭਗਤ 21 ਕੁਲਾਂ ਤਾਰ ਲੈਂਦਾ, 7 ਨਾਨਕਿਆਂ ਦੀ, 7 ਦਾਦਕਿਆਂ ਦੀ, 7 ਪੇਕਿਆਂ ਦੀ। ਅਤੇ ਉਹ ਸਾਡੇ ਵੀ ਤਾਇਆ ਜੀ ਨੇ ਸਾਰਾ ਜੀਵਨ ਮਹਾਂਪੁਰਖਾਂ ਦੀ ਸੇਵਾ ਚਲਾਤਾ। ਬਾਬਾ ਗਿਆਨ ਸਿੰਘ ਨੇ, ਉਹਦਾ ਪੁੱਤਰ ਕਹਿਣਾ ਨਹੀਂ ਮੰਨਦਾ, ਉਹ ਕਹਿੰਦਾ ਬਾਪੂ ਸਾਡਾ ਬਾਪੂ ਸੰਤ ਆ, ਸਾਨੂੰ ਆਪੇ ਤਾਰ ਲਓ। ਪਰ ਬਾਪੂ ਨੂੰ ਗਾਲਾਂ ਕੱਢਦਾ ਰਿਹਾ, ਕੁੱਟਦਾ ਰਿਹਾ। ਅਤੇ ਬਾਪੂ ਕਹਿੰਦਾ ਇੱਦਾਂ ਨਹੀਂ ਤਾਰ ਹੁੰਦਾ, ਧਰਮਰਾਜ ਨੇ ਮੇਰੇ ਮੂਹਰੇ ਲਿਆ ਕੇ ਖੜ੍ਹੇ ਕਰ ਦੇਣੀਆਂ 21 ਕੁਲਾਂ, ਜਿਹਨੇ ਮੇਰੀ ਸੇਵਾ ਕੀਤੀ ਉਹਨੂੰ ਮੈਂ ਉਂਗਲੀ ਕਰੂੰਗਾ, ਉਹਨੂੰ ਤਾਰੂਗਾ। ਧਰਮਰਾਜ ਵੀ ਉਹ ਸਾਧੂ ਦੇ ਇਸ਼ਾਰੇ 'ਤੇ ਚੱਲਦਾ ਹੈ, ਅਤੇ ਜਿਹਨੇ ਮੈਨੂੰ ਕੁੱਟਿਆ ਮੈਂ ਵੀ ਉਹਨੂੰ ਕਟਵਾਊਂਗਾ ਫਿਰ ਉਹਨੂੰ। ਸੋ ਇਸ ਤਰ੍ਹਾਂ ਬਾਬਾ ਗਿਆਨ ਸਿੰਘ ਸਾਨੂੰ ਗਿਆਨ ਦਿੰਦੇ ਸੀ, ਭਾਈ ਜੇ ਰਸਤਾ ਇੱਕ ਆ ਅਤੇ ਅਸੀਂ ਇਕੱਠੇ ਹੋਵਾਂਗੇ ਸੱਚਖੰਡ 'ਚ। ਜੇ ਸਾਡਾ ਨਾਮ ਜਪਣਾ, ਸਿੱਖੀ ਧਾਰਨ ਕਰਨੀ, ਰੱਬ ਨਾਲ ਪਿਆਰ ਕਰਨਾ, ਸੇਵਾ ਸਿਮਰਨ ਕਰਨਾ, ਚੰਗਾ ਰਸਤਾ ਹੈ ਅਤੇ ਰੱਬ ਨਾਲ ਜੁੜ ਬੈਠਾਂਗੇ। ਅਤੇ ਘਰਵਾਲੀ ਕਹਿੰਦੀ ਸਾਨੂੰ ਵੀ ਕਿਤੇ ਮੁਕਤ ਕਰਾ ਲਈ। ਕਹਿੰਦਾ ਇੱਥੇ ਤਾਂ ਨਿਭਦੀ ਨਹੀਂ, ਗਾਂ ਕਿੱਥੋਂ ਨਿਭਾ ਲਓ, ਪਹਿਲਾਂ ਇੱਥੇ ਹੀ ਤਾਂ ਨਿਭਾ ਲਾ ਆਪਣੀ, ਇੱਥੇ ਹੀ ਤਾਂ ਪ੍ਰੇਮ ਕਰ ਲਾ। ਸੋ ਇਹ ਸਾਧ ਸੰਗਤ ਜੀ ਬੜੀਆਂ ਗੱਲਾਂ ਹੈ। ਸਾਧੂਆਂ ਦਾ ਹਿਰਦਾ ਦੁਖੀ ਨਹੀਂ ਕਰੀਦਾ, ਸਾਧੂਆਂ ਨਾਲ ਮਿਲ ਕੇ ਚੱਲੀਦਾ, ਸਾਧੂਆਂ ਦਾ ਪਿਆਰ ਲਈਦਾ, ਸਾਧੂਆਂ ਦੀ ਸੰਗਤ ਕਰੀਦੀ, ਫਿਰ ਮੁਕਤੀ ਪ੍ਰਾਪਤ ਹੁੰਦੀ। ਸੋ ਹਲਤ ਪਲਤ ਸਵਾਰਿਆ ਅਸੀਂ ਅੱਗਾ ਪਿੱਛਾ, ਲੋਕ ਅਤੇ ਪਰਲੋਕ ਸਭ ਸਵਾਰ ਲਵਾਂਗੇ ਜੇ ਸਾਧੂਆਂ ਦੀ ਸੰਗਤ 'ਚ ਜਾਵਾਂਗੇ। ਇਹ ਵਚਨ ਗੁਰੂ ਅਰਜਨ ਦੇਵ ਜੀ ਦੀ ਆ, ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਜਿਹੜਾ ਚੈਲੰਜ ਕਰੂਗਾ ਉਹ ਬੜੇ ਲੋਕ ਚੈਲੰਜ ਹੈ, ਅਤੇ ਸਿੱਖੀ ਦੇ ਭੇਸ 'ਚ ਤੁਹਾਡੇ 'ਚ ਅੰਦਰ ਬੜੇ ਆ ਜਿਹੜੇ ਕਹਿਣਗੇ ਸੰਤ ਬਾਬੇ ਭਜਾਓ। ਗੁਰੂ ਅਰਜਨ ਦੇਵ ਜੀ ਭਜਾਉਂਦੇ ਨਹੀਂ ਆ, ਮਹਾਰਾਜ ਤਾਂ ਸਤਿਕਾਰ ਕਰਦੇ ਆ, ਤਾਂ ਕਹਿੰਦੇ ਸੰਤਾਂ ਤੋਂ ਬਿਨਾਂ ਗੱਲੇ ਨਹੀਂ ਬਣਨੀ, ਸੰਤਾਂ ਤੋਂ ਬਿਨਾਂ ਤਾਂ ਰੱਬ ਤੱਕ ਨਹੀਂ ਪਹੁੰਚ ਸਕਦੇ, ਸਾਧੂ ਬਿਨਾਂ ਹੀ ਦਰਬਾਰ। ਸੋ ਇਸ ਕਰਕੇ ਇਹਨਾਂ ਦੀ ਗੱਲ ਨਾ ਸੁਣੋ, ਗੁਰੂ ਅਰਜਨ ਦੇਵ ਜੀ ਦੀ ਗੱਲ ਸੁਣੋ, 10ਵੇਂ ਪਾਤਸ਼ਾਹ ਦੇ ਕੀਤੇ ਅਰਥ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੱਲ ਸੁਣੋ, ਗੁਰੂ ਨਾਨਕ ਸਾਹਿਬ ਦੀ ਗੱਲ ਸੁਣੋ। ਉਸ ਪ੍ਰਭੂ ਨੇ ਹਲਤ ਪਲਤ ਲੋਕ ਪਰਲੋਕ ਸਵਾਰ ਦਿੱਤਾ ਹੈ, ਅਤੇ ਰਹਿਣ ਲਈ ਨਿਹਚਲ ਜਾਏ ਜਗ੍ਹਾ ਸੱਚਖੰਡ 'ਚ ਅਸਥਾਨ ਬਖਸ਼ ਦਿੱਤਾ। ਜਿਵੇਂ ਭਾਈ ਡੱਲਾ ਜੀ ਕਹਿੰਦੇ ਸਾਨੂੰ ਚਾਨਣਾ 'ਚ ਅਸਥਾਨ ਬਖਸ਼ੋ, ਮਹਾਰਾਜ ਕਹਿੰਦੇ ਇਸ ਤਰ੍ਹਾਂ ਅਸਥਾਨ ਨਹੀਂ ਭਾਈ ਡੱਲਿਆ, ਅੰਮ੍ਰਿਤ ਛਕ ਲਾ, ਫਿਰ ਜਿੰਨੀ ਮਰਜ਼ੀ ਜਗ੍ਹਾ ਤੈਨੂੰ ਦੇਵਾਂਗੇ ਸੱਚਖੰਡ 'ਚ। ਭਾਈ ਦਾਨ ਜੀ ਕਹਿੰਦੇ ਆਪਣੇ ਕੇਸ ਕੱਟੇ ਹੋਏ ਸੀ, ਸੇਵਾ ਬੜੀ ਕਰਦੇ ਸੀ, ਹੁਣ ਵੀ ਕਈ ਮੋਨੇ ਬੜੀ ਸੇਵਾ ਕਰਨਗੇ। ਪਰ ਮਹਾਰਾਜ ਨੇ ਉਹਨੂੰ ਸਿਰ 'ਤੇ ਹੱਥ ਰੱਖ ਕੇ ਦਿਖਾੜਤਾ, ਦੇਖ ਖੂਨ ਪਾਕ ਦੀ ਨਦੀ ਵਿੱਚ ਗੋਤੇ ਖਾਂਦੇ ਮੋਨੇ ਕਢਾਉਣੇ। ਅਤੇ ਜਿਹੜੇ ਅੰਮ੍ਰਿਤਧਾਰੀ ਸਿੱਖ ਆ, ਨਹੀਂ ਪੂਰੀ ਭਗਤੀ ਹੁੰਦੀ, ਜੇ ਉਹ ਨਰਕਾਂ ਦੀ ਨਦੀ 'ਚ ਪੈਣਗੇ ਤਾਂ 2 ਹੱਥ ਮਹਾਰਾਜ ਦੇ 10ਵੇਂ ਪਾਤਸ਼ਾਹ ਜਾ ਕੇ ਉਹਨੂੰ ਧੂ ਕੇ ਕੱਢਦੇ। ਮਹਾਰਾਜ ਕਹਿੰਦੇ ਸਿੱਖ ਹੋਏ ਸਿਰ ਟੋਪੀ ਧਰੈ, 7 ਜਨਮ ਕੁਸ਼ਤੀ ਹੋਏ ਮਰੈ। ਸਿੱਖ ਹੋ ਕੇ ਸਿਰ 'ਤੇ ਟੋਪੀ ਲਊ, ਕੇਸ ਕਤਲ ਕਰੂਗਾ, 7 ਜਨਮ ਕੋਹੜੀ ਦਾ ਹੋ ਕੇ ਫਿਰ ਪੱਥਰਾਂ ਦੀ ਜੂਨ ਦੇ ਦਿਆਂਗੇ। ਭਾਈ ਦਾਨ ਜੀ ਨੂੰ ਕਹਿੰਦੇ ਦੇਖੋ ਪੱਥਰ ਹੀ ਪੱਥਰ ਆ ਸਾਰੇ, ਇਹ ਸਾਰੇ ਮੋਨੇ ਆ। ਫਿਰ ਭਾਈ ਦਾਨ ਜੀ ਮਹਾਰਾਜ ਦੇ ਚਰਨਾਂ 'ਚ ਡਿੱਗ ਪਏ, ਕਹਿੰਦੇ ਸੀ ਮਹਾਰਾਜ ਤੁਸੀਂ ਤਾਂ ਬਾਣੀ ਲਿਖਿਆ ਹਾਰਡ ਵਲੇ ਲਾਗਰੀ, ਕੇਸ ਵਲੇ ਜੋ ਘਾਸ। ਜਦ ਸਰੀਰ ਨੂੰ ਜੜਾਉਂਦੇ ਆ ਅਤੇ ਕੇਸ ਤਾਂ ਘਾਵਾਂਗੇ ਅਤੇ ਫੂਕ ਹੋ ਜਾਂਦੇ, ਹੱਡ ਵੀ ਸੁੱਕ ਜਾਂਦੇ, ਅਤੇ ਅਗਲੇ ਪਾਸੇ ਦਾ ਹਾਲ ਸਾਨੂੰ ਦਿਖਾੜੋ। ਤਾਂ 10ਵੇਂ ਪਾਤਸ਼ਾਹ ਨੇ ਉਹਨੂੰ ਦਿਖਾੜਤਾ ਸੀ। ਭਾਈ ਦਾਨ ਜੀ ਮਹਾਰਾਜ ਚਰਨਾਂ ਡਿੱਪਿਆ, ਕਹਿੰਦੇ ਹੁਣੇ ਅੰਮ੍ਰਿਤ ਦੀ ਦਾਤ ਬਖਸ਼ੋ, ਮੈਂ ਹੁਣੇ ਕੇਸ ਰੱਖਦਾ ਹਾਂ। ਸੋ ਸਾਧ ਸੰਗਤ ਜੀ, ਸਾਡੇ ਬੱਚੇ ਅਤੇ ਬੱਚੀਆਂ ਇਹ ਸਾਖੀ ਤੋਂ ਪ੍ਰਮਾਣ ਲੈ ਲੈਣ। ਉੱਥੇ ਅਗਲੇ ਪਾਸੇ ਬਿਨਾਂ ਕੇਸਾਂ ਤੋਂ ਕਿਸੇ ਨੂੰ ਨਹੀਂ ਪੁੱਛਣਾ, ਬਿਨ ਕੇਸਨ ਸਿੰਘ ਕੁੱਟੀਆਂ ਨੇ ਚਿੰਗਾਰੇ, ਜਮਦੂਤਾਂ ਨੇ ਕੁੱਟ ਮਾਰਨੀ ਉੱਥੇ। ਉਹ ਕੁੱਟ ਪੁਲਿਸ ਦੀ ਕੁੱਟ ਤੋਂ ਵੀ ਬੜੀ ਖਤਰਨਾਕ ਆ। ਹੁਣੇ YouTube 'ਤੇ ਇੱਕ ਸਿੱਖ ਨੇ ਮਰ ਕੇ ਜਿੰਦਾ ਹੋਇਆ, ਡਾਕਟਰ ਹੈਰਾਨ ਹੋ ਗਏ, ਉਹਨੇ ਦੱਸਿਆ ਅਗਲੇ ਪਾਸੇ ਤਾਂ ਬਹੁਤ ਕੁੱਟ ਪੈਂਦੀ ਹੈ, ਉਹ ਕੁੱਟ ਆ, ਪੁਲਿਸ ਦੀ ਕੁੱਟ ਤਾਂ ਕੁਛ ਵੀ ਨਹੀਂ। ਇਹ ਤਾਂ ਸੰਸਾਰ ਦੀ ਕੁੱਟ ਨਾਲੋਂ ਬੜੀ ਵਖੇਰੀ ਕੁੱਟ ਆ। ਉਹ ਕੁੱਟ ਐਸੀ ਹੈ ਵੀ ਸਹੀ ਨਹੀਂ ਜਾਂਦੀ। ਸਾਡੀ ਦਾਦੀ ਮਰ ਕੇ ਜਿੰਦੀ ਹੋਈ ਸੀ, ਦੱਸਦੀ ਸੀ ਵੀ ਉੱਥੇ ਇੰਨੇ ਚੀਖ ਚਿਹਾੜੇ ਪੈਂਦੇ ਵੀ ਦੇਖ ਨਹੀਂ ਹੁੰਦੇ। ਬੰਦਾ ਝੂਠ ਬੋਲਦਾ, ਪਾਪ ਕਰਦਾ, ਨਹੀਂ ਡਰਦਾ, ਪਰ ਜਦ ਉੱਥੇ ਛਿੱਤਰ ਪੈਂਦੇ ਫਿਰ ਚੇਤਾ ਆਉਂਦਾ ਉਹ ਰੱਬ ਕੋਲ ਤਾਂ ਬੜੀ ਐਡਵਾਂਸ ਟੈਕਨੋਲੋਜੀ ਹੈ। ਰੱਬ ਦਾ ਬਣਾਏ ਬੰਦੇ ਨੇ ਇਹਨੇ ਮੈਮਰੀ ਕਾਰਡ ਕੱਢਤੇ, ਅਤੇ ਹੋਰ ਰੱਬ ਕਿੰਨਾ ਐਡਵਾਂਸ ਹੋਊਗਾ। ਤੋ ਰੱਬ ਦੇ ਤੈਨੂੰ ਸਾਰੀ ਮੂਵੀ ਉੱਥੇ ਦਿਖਾ ਦੇਣੀ ਆ, ਤੂੰ ਹੀ ਆ ਨਾ ਇੰਨਾ ਝੂਠ ਬੋਲਦਾ, ਤੂੰ ਹੀ ਆ ਨਾ ਆਹ ਪਾਪ ਕਰਦਾ, ਆਹ ਕਤਲ ਕਰਦਾ, ਉਹ ਸਾਰਾ ਰੱਬ ਦਿਖਾ ਦਿੰਦਾ। ਫਿਰ ਉੱਥੇ ਕੁੱਟ ਬੜੀ ਪੈਂਦੀ। ਉਹ ਸਿੱਖ ਕਹਿੰਦਾ ਉਹਦੀ YouTube 'ਤੇ ਵੀ ਦੱਸੀ, ਉਹ ਮਰ ਕੇ ਜਿੰਦਾ ਹੋਇਆ ਦੱਸਦਾ ਸਾਰਾ। ਸਾਡੀ ਦਾਦੀ ਨੇ ਵੀ ਸਾਰਾ ਕੁਛ ਦੱਸਿਆ ਸੀ ਮਰ ਕੇ ਜਿੰਦੀ ਹੋ ਕੇ। ਸੰਤ ਅਤਰ ਸਿੰਘ ਦੀ ਮਾਤਾ ਵੀ ਮਰ ਕੇ ਜਿੰਦੀ ਹੋਈ ਸੀ। ਸਾਡੀ ਦਾਦੀ ਮੱਤ ਕੌਰ ਮਰ ਕੇ ਜਿੰਦੀ ਹੋਈ, ਕਹਿੰਦੀ ਮੈਂ ਰਾਤ ਭਰ ਲਾਈਨ 'ਚ ਖੜ੍ਹੀ ਰਹੀ, ਜਿਵੇਂ ਰੇਲਵੇ ਸਟੇਸ਼ਨ 'ਤੇ ਟਿਕਟ ਲੈਣੀ ਹੁੰਦੀ। ਉਹ ਜਦੋਂ ਸਵੇਰੇ ਮੇਰੀ ਵਾਰੀ ਆਈ, ਕਹਿੰਦੇ ਇਹਦਾ ਅਜੇ 25 ਸਾਲ ਹੋ ਰਿਹਾ। ਉਹ ਬੰਤ ਕੌਰ ਨਾਂ ਦੀ ਇੱਕ ਹੋਰ ਨੂੰਹ ਸੀ, ਉਹਨੂੰ ਚੁੱਕ ਲਿਆ। ਉਸੇ ਵੇਲੇ ਕੋਠੇ 'ਤੇ ਚੜ੍ਹਦੀ ਸੀ, ਪੈਰ 'ਤੇ ਲੱਗੇ ਡਿੱਪੇ, ਉਹ ਮਰ ਗਈ, ਸਾਡੀ ਦਾਦੀ ਜਿੰਦੀ ਹੋ ਗਈ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਉਹ ਅਗਲਾ ਪਾਸਾ ਦੇਖ ਕੇ ਆ ਗਈ। ਫਿਰ ਉਹਨੇ ਪਿਆਰ ਨਹੀਂ ਕੀਤਾ, ਘਰ 'ਚ ਬੁਣੇ ਖੇਸ, ਨਵੇਂ ਕੱਪੜੇ ਲੋਕਾਂ ਨੂੰ ਦਾਨ ਦੇਈ ਜਾਣੇ। ਕੋਈ ਸਾਧ ਆ ਜਾਏ, ਫਕੀਰ ਆ ਜਾਏ, ਗਰੀਬ ਆ ਜਾਏ, ਆਪ ਪਾਟੇ ਕੱਪੜੇ ਪਾ ਲੈਣੇ। ਉਹ ਸਾਧੂਆਂ ਦੀ ਸੰਗਤ 'ਚ ਜਾਣ ਲੱਗ ਪਈ। ਮਹਾਂਪੁਰਖ ਬਾਬਾ ਗੁਰਜਵਾਲਾ ਸਿੰਘ ਆ, ਉਹਨਾਂ ਦੀ ਸੰਗਤ 'ਚ ਜਾਣ ਲੱਗ ਪਈ। ਉਹਨੂੰ ਪਤਾ ਸੀ ਸਾਧੂਆਂ ਦੀ ਸੰਗਤ ਵਿੱਚ ਗੁਰੂ ਅਰਜਨ ਦੇਵ ਜੀ ਦੇ ਮੁਤਾਬਕ ਸਭ ਕੁਛ ਪ੍ਰਾਪਤ ਹੋਣਾ ਹੈ। ਸੋ ਸਾਡੇ ਵੰਸ਼ ਦੇ ਉੱਤੇ ਬਾਬਾ ਜਵਾਲਾ ਸਿੰਘ ਮਹਾਂਪੁਰਖਾਂ ਦੀ ਕਿਰਪਾ, ਜਿਨ੍ਹਾਂ ਦਾ
ਜਨਮ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਸਨਾ ਤੋਂ ਹੋਇਆ ਸੀ। ਕਿਉਂਕਿ ਉਹ ਭਾਈ ਕੁੰਮਾ ਜੀ ਹੋਏ ਆ ਲੰਗੇਰੀ ਪਿੰਡ ਦੇ, ਉਹਨੂੰ ਕਹਿੰਦੇ ਆਪਣਾ ਲੰਗਰ ਵਸਾ। ਜਦ ਮਹਾਰਾਜ ਨੇ ਦਮਦਮੀ ਟਕਸਾਲ ਦੀ ਕਥਾ ਕੀਤੀ, ਉਹ ਲੰਗਰ ਦੀ ਸੇਵਾ ਕਰਦਾ ਸੀ। ਉਹ ਨਗਰ ਤਾਂ ਵਸਾ ਆ, ਮਹਾਰਾਜ ਨੂੰ ਕਹਿੰਦਾ ਪਏ, ਕਹਿੰਦੇ ਆਪਣੇ ਨਗਰ ਦਾ ਨਾਂ ਆਪਣੇ ਨਾਂ ਤੋਂ ਰੱਖੀ। ਉਹਨੇ ਕਹਿੰਦਾ ਮੈਂ ਲਾਂਗਰੀ ਸੀ ਜਾਂ ਲੰਗੇਰੀ ਰੱਖਤਾ। ਤਾਂ ਮਹਾਰਾਜ ਹੁਣ ਤੁਸੀਂ ਚਰਨ ਪਾਓ। ਮਹਾਰਾਜ ਕਹਿੰਦੇ ਹੁਣ ਨਹੀਂ ਆਵਾਂਗੇ, ਸਾਡੀ ਜੋਤ ਆਊਗੀ ਬਾਬਾ ਜਵਾਲਾ ਸਿੰਘ ਦੇ ਰੂਪ 'ਚ, ਪਿਤਾ ਨਰੈਣ ਸਿੰਘ, ਮਾਤਾ ਰਾਜ ਕੌਰ ਦੀ ਕੁੱਖ ਤੋਂ। ਸੋ ਬਾਬਾ ਜਵਾਲਾ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੋਤ ਆ। ਉਹਨਾਂ ਨੇ ਆਪ ਪ੍ਰਗਟ ਕੀਤੇ। ਉਹ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਸਾਡੇ 72 ਜਾਵੇਂ ਸਾਧੂਆਂ ਸੰਤਾਂ ਦੇ ਰੂਪ 'ਚ ਪ੍ਰਗਟ ਹੋਣਗੇ ਪੰਜਾਬ ਦੀ ਧਰਤੀ 'ਤੇ। ਸੋ ਮਹਾਂਪੁਰਖਾਂ ਦੀ ਸੰਗਤ 'ਚ ਸਾਡੀ ਦਾਦੀ ਗਈ ਤਾਂ ਉਹਨਾਂ ਨੇ ਕਿਤੇ ਨਾਮ ਦਾ ਕਿਣਕਾ ਸਾਡੇ ਅੰਸ਼ ਵੰਸ਼ ਵਿੱਚ ਪਾਇਆ। ਇਹ ਮਹਾਂਪੁਰਖਾਂ ਦੀ ਸੰਗਤ ਦਾ ਫਲ ਆ। ਸਾਡੇ ਪਿਤਾ ਜੀ ਜਾਂਦੇ ਰਹੇ, ਮਹਾਂਪੁਰਖਾਂ ਨੇ ਹੱਥ ਖੜ੍ਹੇ ਕਰਾਏ ਭਾਈ, ਕਦੇ ਝੂਠ ਨਹੀਂ ਬੋਲਣਾ, ਕਦੇ ਦਸਾਂ ਨਹਿਰਾਂ ਦੀ ਮਿਹਨਤ ਦੀ ਕਮਾਈ ਖਾਣੀ। ਤਾਂ ਦੁੱਧ ਦੀ ਡੇਅਰੀ ਵਿੱਚ ਲੱਗ ਗਏ, ਉੱਥੇ ਸਾਰੇ ਦੁੱਧ 'ਚ ਪਾਣੀ ਪਾ ਕੇ ਦੁੱਧ ਵੇਚ ਲੈਂਦੇ ਸੀ। ਕਹਿੰਦੇ 800 ਰੁਪਏ ਨਾਲ ਸਾਡੇ ਤਾਂ ਗੁਜ਼ਾਰੇ ਨਹੀਂ ਹੁੰਦੇ। ਸਾਡੇ ਪਿਤਾ ਜੀ ਨੇ ਕਿਹਾ ਨਹੀਂ, ਸਾਡੇ ਬਾਬਾ ਜਵਾਲਾ ਸਿੰਘ ਨੇ ਸਾਨੂੰ ਹੱਥ ਖੜ੍ਹੇ ਕਰਾਏ ਆ, ਇਸ ਕਰਕੇ ਅਸੀਂ ਬੇਈਮਾਨੀ ਨਹੀਂ ਕਰਨੀ, ਨਿਆਣੇ ਭਾਵੇਂ ਭੁੱਖੇ ਮਰ ਜਾਣ। ਤਾਂ ਉਹਨਾਂ ਨੇ ਇਹਨਾਂ ਦੀ ਨੌਕਰੀ ਖੋਲ੍ਹੀ। ਕਹਿੰਦੇ ਜਾ ਇਹ ਪ੍ਰਾਈਵੇਟ ਨੌਕਰੀ ਚੱਲ ਜਾ ਵਾਪਸ। ਇਹ ਕਹਿੰਦੇ ਜੇ ਬਾਬਾ ਜਵਾਲਾ ਸਿੰਘ ਦੀ ਕਿਰਪਾ ਹੋਈ ਨਾ ਤਾਂ ਸਭ ਤੋਂ ਪਹਿਲਾਂ ਤੂੰ ਵਾਪਸ ਚੱਲ ਜਾਊਂ, ਮੈਂ ਨਾ ਈਰਖਾ ਕਰਦਾ। ਇਹਨਾਂ ਦੇ ਵਚਨ ਪੂਰੇ ਹੋ ਗਏ। ਇਹਨਾਂ ਨੇ ਐਤਵਾਰ ਆਉਣਾ ਸੀ ਪੰਜਾਬ ਨੂੰ, ਉਹ ਵੀਰਵਾਰ ਹੀ ਉਹਦੇ ਟੇਬਲ 'ਤੇ ਟਰਾਂਸਫਰ ਆਰਡਰ ਆ ਗਿਆ। ਉਹ ਕਹਿੰਦਾ ਦੱਸ ਤੇਰਾ ਸੰਤ ਕਿਹੜਾ ਹੈ। ਸੋ ਇਹ ਕਹਿਣ ਲੱਗੇ ਸਾਡੇ ਸੰਤ ਬਾਬਾ ਜਵਾਲਾ ਸਿੰਘ ਆ, ਜਿਹੜੇ ਸਾਨੂੰ ਗੁਰੂ ਨਾਨਕ ਸਾਹਿਬ ਨਾਲ ਜੋੜਦੇ ਆ। ਉਹ ਗੁਰੂ ਨਾਨਕ ਦੇ ਰੂਪ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ। ਸੋ ਇਸ ਤਰ੍ਹਾਂ ਸੰਤ ਰੱਬ ਨਾਲ ਮਿਲਾ ਦਿੰਦੇ ਆ। ਸੋ ਸਾਧ ਸੰਗਤ ਜੀ, ਉਹ ਵਚਨ ਵੀ ਪੂਰੇ ਕਰ ਦਿੰਦੇ ਆ। ਸਾਧੂ ਸੁਭਾਅ ਸੀ ਸਾਡੇ ਪਿਤਾ, ਅਤੇ ਉਹ ਗੁਰੂ ਸਾਡੀ ਮਾਤਾ ਵੀ ਮਹਾਂਪੁਰਖਾਂ ਬਾਬਾ ਜਵਾਲਾ ਸਿੰਘ ਦੀ ਸੰਗਤ 'ਚ ਜਾਣ ਕਰਕੇ ਸਾਧੂ ਸੁਭਾਅ ਹੋ ਗਈ ਸੀ। ਸੋ ਕਿਰਪਾ ਸੀ, ਇਹ ਕਿਰਪਾ ਮਹਾਂਪੁਰਖਾਂ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦੀ। ਸੋ ਇਸ ਕਰਕੇ ਸੰਸਾਰ ਸਾਗਰ 'ਤੇ ਰੱਖਿਅਨ ਬਹੁ ਨਾ ਜਨਮੈ ਧਾਇ, ਸੰਸਾਰ ਸਮੁੰਦਰ ਤੋਂ ਬਚਾ ਰੱਖਿਆ ਹੈ, ਮੁੜ ਕੇ ਜਨਮ ਮਰਨ ਵਿੱਚ ਧਾਏ ਦੌੜਦਾ ਨਹੀਂ ਹੈ। ਮਹਾਰਾਜ ਕਹਿੰਦੇ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚੜ੍ਹਨੀ ਪਾਏ। ਮਹਾਰਾਜ ਕਹਿੰਦੇ ਜੀਵ ਤਾਂ ਇੱਕ ਆ, ਪਰ ਮੈਂ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚੜ੍ਹਨੀ ਪਾਏ। ਗੁਰੂ ਜੀ ਕਥਨ ਕਰਦੇ ਹਨ ਪਰਮਾਤਮਾ ਦੇ ਗੁਣ ਅਨੇਕਾਂ ਹਨ ਅਤੇ ਸਾਡੀ ਜਿਹਵਾ ਜੀਵ ਇੱਕ ਹੈ। ਮਹਾਰਾਜ ਕਹਿੰਦੇ ਗੁਣ ਤਾਂ ਬਹੁਤ ਆ, ਪਰ ਇੱਕ ਜੀਵ ਨਾਲ ਕਿਵੇਂ ਗਾਇਨ ਕਰਾਂ। ਅਸੀਂ ਉਸ ਦੇ ਗੁਣ ਵਿੱਚ ਕਥਨ ਨਹੀਂ ਕਰ ਸਕਦੇ, ਕਿਉਂਕਿ ਮਹਾਰਾਜ ਇਹ ਵੀ ਕਹਿੰਦੇ ਆ ਵੀ ਸਾਰੇ ਸਮੁੰਦਰ ਦੀ ਸਿਆਹੀ ਬਣਾ ਲਓ ਅਤੇ ਸਾਰੀ ਬਨਾਸਪਤੀ ਦੀ ਲੱਕੜੀ ਦੀਆਂ ਕਲਮਾਂ ਘੜ ਲਓ, ਫਿਰ ਵੀ ਤੇਰਾ ਜਸ ਨਹੀਂ ਲਿਖਿਆ ਜਾ ਸਕਦਾ। ਸੋ ਜੋ ਪੁਰਸ਼ ਉਹਦਾ ਤਾਂ ਨਾਮ ਜਪ ਜਪ ਕੇ ਉਹਦੇ ਵਿੱਚ ਸਮਾਇਆ ਜਾ ਸਕਦਾ ਹੈ, ਅੰਤ ਨਹੀਂ ਪਾਇਆ ਜਾ ਸਕਦਾ। ਜੋ ਪੁਰਸ਼ ਉਸ ਦੀ ਚਰਨੀ ਪਏ ਹਨ, ਉਹ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਮਹਾਰਾਜ ਕਹਿੰਦੇ ਜਿਹੜੇ ਉਹਦੀ ਚਰਨੀ ਪੈ ਗਏ ਉਹ ਤਰ ਗਏ। ਸੋ ਚਰਨੀ ਪੈ ਜਾਣਾ ਚਾਹੀਦਾ ਗੁਰੂ ਸਾਹਿਬ ਦੇ। ਸਤਿਗੁਰ ਕੇ ਚਰਨ ਧੋਏ ਤੇ ਪੀਓ, ਫਲ ਗੁਣ ਨਿਤ ਸਲਾਹੀਐ, ਜਿਸਨੂੰ ਤਿਲ ਨਾ ਤਮਾਏ। ਮਹਾਰਾਜ ਕਹਿੰਦੇ ਫੱਗਣ ਵਿੱਚ ਦੁਆਰਾ ਕਥਨ ਕਰਦੇ ਉਸ ਪਰਮਾਤਮਾ ਨੂੰ ਹਮੇਸ਼ਾ ਸਲਾਹੁਣਾ ਕਰੋ ਜਿਸ ਨੂੰ ਤਿਲ ਜਿੰਨਾ ਵੀ ਤਮਾਏ। ਤਮੋ ਗੁਣ ਨਹੀਂ ਹੈ ਜਿਹਦੇ ਵਿੱਚ। ਤਮੋ ਗੁਣ ਮਤਲਬ ਉਹਨੂੰ ਆਪਣੀ ਰੱਬ ਨੂੰ ਕੋਈ ਇਹ ਲਾਲਚ ਨਹੀਂ ਕਿ ਮੇਰੀ ਕੋਈ ਸਾਰੇ ਭਗਤੀ ਕਰਨ। ਉਹਨੂੰ ਕੋਈ ਫਰਕ ਨਹੀਂ ਪੈਂਦਾ, ਚਾਹੇ ਉਹਨੂੰ ਕੋਈ ਗਾਣਾ ਕੱਢੇ, ਚਾਹੇ ਉਹਦੀ ਭਗਤੀ ਕਰੇ, ਚਾਹੇ ਉਹਦੀ ਸੇਵਾ ਸਿਮਰਨ ਕਰੇ। ਉਹ ਆਪਣਾ ਆਪ ਸਵਾਰ ਨੂੰ, ਰੱਬ ਦਾ ਕੁਛ ਨਹੀਂ ਜਾਂਦਾ। ਸੋ ਇਸ ਕਰਕੇ ਉਹਨੂੰ ਤਮਾ ਨਹੀਂ ਆ, ਤਮੋ ਗੁਣ ਨਹੀਂ ਆ। ਉਸ ਤਿਲ ਮਾਤਰ ਵੀ ਜਿਸ ਨੂੰ ਕੋਈ ਤਮਾਏ, ਤਮਾ ਖਵਾਹਿਸ਼ ਨਹੀਂ ਆ। ਸੋ ਇਸ ਕਰਕੇ ਇਹ ਸਾਲ ਦੀ ਸਮਾਪਤੀ ਸਾਧ ਸੰਗਤ ਜੀ ਕਿ ਅਰਦਾਸ ਕਰੀਏ ਮਹਾਰਾਜ ਸਾਨੂੰ ਸਿੱਖੀ, ਭਗਤੀ, ਸਾਧੂਆਂ ਦੀ ਸੰਗਤ, ਮਹਾਤਮਾ ਦੀ ਸੰਗਤ, ਮਹਾਤਮਾ ਦੇ ਚੜ੍ਹਨੀ ਜੁੜਨ ਦਾ ਬਲ ਬਖਸ਼ਣ ਅਤੇ ਪਿਆਰੀ ਸਿੱਖੀ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਣ। ਅਤੇ ਹੁਣ ਮਹਾਰਾਜ ਜੀ ਨੇ ਆਖਰੀ 12 ਮਾਹਾਂ ਦਾ ਫੱਗਣ ਦੇ ਮਹੀਨੇ ਦੀ ਸਮਾਪਤੀ ਕਰਕੇ ਫਿਰ ਨਾਮ ਸਿਮਰਨ ਦਾ ਮਹਾਤਮ ਆਖਰੀ ਪੌੜੀ 'ਚ ਦਰਸਾਇਆ ਅਤੇ ਫਿਰ 12 ਮਾਹਾਂ ਦੀ ਸਮਾਪਤੀ ਕੀਤੀ। ਆਓ ਆਖਰੀ ਪੌੜੀ ਦੀ ਕਥਾ ਵੀ ਸੰਪੂਰਨ ਕਰ ਦਈਏ ਅਤੇ ਇੱਥੇ 12 ਮਾਹ ਫਿਰ ਸਮਾਪਤ ਹੋ ਜਾਊਗਾ। ਗੁਰਦੇਵ ਜੀ 12 ਮਹੀਨਿਆਂ ਦੀ ਸਮਾਪਤੀ ਕਰਕੇ ਨਾਮ ਦਾ ਮਹਾਤਮ, ਸਿਮਰਨ ਦਾ ਮਹਾਤਮ, ਇਸ ਬਾਣੀ ਦੇ ਪੜ੍ਹਨ ਦਾ ਫਲ ਅਤੇ ਨਾਮ ਸਿਮਰਨ ਦਾ ਮਹਾਤਮ ਜਗਿਆਸੂ ਨੂੰ ਸਰਵਣ ਕਰਾਉਂਦੇ ਹਨ, ਸੁਣਾਉਂਦੇ ਹਨ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਜਿਨ੍ਹਾਂ ਨੇ ਵਾਹਿਗੁਰੂ ਨਾਮ ਧਿਆਉਣਾ ਕੀਤਾ ਹੈ ਉਹਨਾਂ ਦੇ ਸਾਰੇ ਕੰਮ ਸਰੇ ਪੂਰੇ ਹੋ ਗਏ ਹਨ। ਕਿਉਂਕਿ ਕਾਮਨਾ ਲੈ ਕੇ ਵੀ ਜੇ ਨਾਮ ਜਪੋ ਮੇਰਾ ਆਹ ਕੰਮ ਪੂਰਾ ਕਰ ਦਿਓ ਅਤੇ ਇੰਨੇ ਦਿਨ ਆਹ ਪਾਠ ਕਰੂੰਗਾ ਤਾਂ ਉਹ ਵੀ ਕਾਮਨਾ ਨਾਲ ਵੀ ਪੂਰਾ ਹੋ ਜਾਂਦਾ। ਪਰ ਮਹਾਰਾਜ ਕਹਿੰਦੇ ਸੇਵਾ ਕਰਤ ਹੋਏ ਨੇ ਕਾਮੀ ਦੇ ਸਕੋਤ ਪ੍ਰਾਪਤ ਸੁਆਮੀ। ਜਿਨ੍ਹਾਂ ਨੇ ਵੀ ਇਹ ਸਰੀਰ ਸਮਝਿਆ ਰੱਬ ਦਾ, ਇਹ ਆਤਮਾ ਰੂਪੀ ਇਸਤਰੀ ਰੱਬ ਦੀ ਸਮਝੀ ਇਸਤਰੀ, ਅਤੇ ਇਹ ਪਰਮਾਤਮਾ ਦਾ ਸੇਵਾ ਸੇ ਸਿਮਰਨ ਨਾਲ ਜੁੜ ਗਈ,
ਉਹਨਾਂ ਦਾ ਕਾਰਜ ਸਰ ਗਿਆ। ਵਰ ਕਾਰਜ ਤੇਰੇ ਕਿਤੇ ਨਾ ਕਾਮਿਲ, ਸਾਧ ਸੰਗਤ ਭਜ ਕੇਵਲ ਨਾਮ। ਉਹਨਾਂ ਦੇ ਕੰਮ ਰਾਸ ਆ ਗਏ, ਉਹ ਰੱਬ ਨੂੰ ਜਾ ਮਿਲੇ। ਉਹ ਦੁਨੀਆ ਦੇ ਵੀ ਕੰਮ ਠੀਕ ਹੋ ਜਾਂਦੇ ਆ ਰੱਬ ਦਾ ਨਾਮ ਧਿਆ ਕੇ, ਸੇਵਾ ਸਿਮਰਨ ਕਰਕੇ। ਸੋ ਜਿਨ੍ਹਾਂ ਨੇ ਰੱਬ ਨੂੰ ਧਿਆਇਆ ਉਹਨਾਂ ਦੇ ਸਾਰੇ ਕੰਮ ਠੀਕ ਹੋ ਗਏ। ਨਾਮ ਜਪਿਆ ਰੱਬ ਦਾ, ਜਿਨ੍ਹਾਂ ਨੇ ਬਾਣੀ ਪੜ੍ਹੀ ਅਤੇ ਸਤਸੰਗ ਕੀਤੀ, ਹਰ ਗੁਰਪੁਰਾ ਆਰਾਧਿਆ ਦਰਗਹਿ ਸੱਚ ਖਰੇ। ਜਿਨ੍ਹਾਂ ਨੇ ਪੂਰੇ ਗੁਰਾਂ ਦੁਆਰੇ ਹਰੀ ਨਾਮ ਨੂੰ ਆਰਾਧਿਆ ਹੈ, ਉਹ ਸੱਚੀ ਦਰਗਾਹ ਵਿੱਚ ਖਰੇ, ਚੰਗੇ, ਸਚਿਆਰ ਹੋਏ ਹਨ। ਉਹ ਸਚਿਆਰੇ ਨਾ, ਰੱਬ ਦੀ ਨਜ਼ਰ 'ਚੋਂ ਸਚਿਆਰੇ ਆ ਜਿਨ੍ਹਾਂ ਨੇ ਉਹਦਾ ਨਾਂ ਧਿਆਇਆ, ਜਿਨ੍ਹਾਂ ਨੇ ਸਾਧੂਆਂ ਦੀ ਸੰਗਤ ਕੀਤੀ, ਜਿਨ੍ਹਾਂ ਨੇ ਸਤਸੰਗ ਕਰਕੇ ਨਾਮ ਜਪਿਆ, ਜਿਨ੍ਹਾਂ ਨੇ ਗੁਰਮਤਿ ਧਾਰਨ ਕੀਤੀ। ਸਰਬ ਸੁੱਖਾਂ ਨਿਧ ਚਰਨ ਹਰ, ਭੌਜਲ ਵਿਖਮ ਤਰੇ। ਸਾਰਿਆਂ ਸੁੱਖਾਂ ਦੇ ਨਿਧ ਖਜ਼ਾਨੇ ਜੋ ਹਰੀ ਦੇ ਚਰਨ ਹਨ, ਉਹਨਾਂ ਚਰਨਾਂ ਦਾ ਧਿਆਨ ਧਾਰ ਕੇ ਗੁਰਮੁਖ ਵਿਖਮ ਕਠਨ ਸੰਸਾਰ ਸਮੁੰਦਰ ਤੋਂ ਸੁਖੈਣ ਹਨ। ਤੋ ਰੱਬ ਦੇ ਜਿਹੜੇ ਚਰਨ ਆ ਉਹ ਸ਼ਬਦ ਰੂਪੀ ਚਰਨ, ਇਹ ਸ਼ਬਦ ਆ। ਸੋ ਸ਼ਬਦਾਂ ਨੂੰ ਜਪਣਾ, ਸ਼ਬਦਾਂ ਨੂੰ ਬਾਣੀ ਨੂੰ ਪੜ੍ਹਨਾ, ਬਾਣੀ ਨੂੰ ਸੁਣਨਾ। ਆਇਓ ਪੜ੍ਹਨ ਸੁਣਨ ਕੋ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਜਿਨ੍ਹਾਂ ਨੇ ਬਾਣੀ ਪੜ੍ਹੀ ਸੁਣੀ, ਨਾਮ ਜਪਿਆ, ਉਹ ਸੰਸਾਰ ਰੂਪੀ ਸਮੁੰਦਰ ਤੋਂ ਤਰ ਗਏ। ਉਹ ਗੁਰੂ ਨਾਨਕ ਸਾਹਿਬ ਜਿਵੇਂ ਸੱਚਖੰਡ ਲੈ ਗਏ, ਉਹਨਾਂ ਨੂੰ ਆਪਣੇ ਚਰਨਾਂ 'ਚ ਲੈ ਗਏ। ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੇ ਜਰੇ। ਮਹਾਰਾਜ ਕਹਿੰਦੇ ਪਹਿਲਾਂ ਨਾਮ ਜਪਿਆ, ਭਗਤ ਬਣੇ, ਉਸ ਤੋਂ ਬਾਅਦ 'ਚ ਫਿਰ ਦਾਨੀ ਬਣੇ। ਧਨ ਪਦਾਰਥ ਜੋ ਸੀ ਉਹ ਲਟਾਤਾ ਬਾਪੂ, ਨਿਰਮਲ ਸੂ ਮੰਗੂ। ਇਹ ਨਹੀਂ ਦੇਖਿਆ ਵੀ ਇਹ ਇੱਥੇ ਫਾਇਦਾ ਹੈ ਜਾਂ ਨੁਕਸਾਨ ਆ, ਜੋ ਆਇਆ ਹੱਥ ਦੇ ਹੀ ਗਏ। ਸੋ ਦਾਨੀ ਬਣ ਗਏ, ਆਖਰੀ 'ਚ ਫਿਰ ਸ਼ਹੀਦ ਹੋ ਗਏ। ਸਾਡੇ ਬਾਪੂ ਵਾਂਗੂ ਪਈ ਸਿੱਖੀ ਨੂੰ ਪਾਲਦੇ ਪਾਲਦੇ ਆਖਰੀ ਸ਼ਹਾਦਤ ਹੀ ਪੀ ਗਏ। ਸ਼ਹਾਦਤ ਜਾਮ ਪੀ ਕੇ ਫਿਰ ਸੱਚਖੰਡ ਚਲੇ ਗਏ। ਸੋ ਇਸ ਤਰ੍ਹਾਂ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੇ ਜਰੇ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਪਾਣਾ ਕੀਤਾ, ਮਹਾਤਮਾ ਸਾਧੂਆਂ ਨਾਲ ਮਿਲ ਕੇ ਜਿਨ੍ਹਾਂ ਨੇ ਭਗਤੀ ਕਮਾਈ, ਇਸ ਲਈ ਉਹ ਵਿਸ਼ਿਆਂ ਰੂਪ ਅਗਨੀ ਵਿੱਚ, ਅਥਾਰ ਮਾਇਆ ਦੀ ਤ੍ਰਿਸ਼ਨਾ ਰੂਪ ਅਗਨੀ ਵਿੱਚ ਜਰੇ, ਸੜਦੇ ਨਹੀਂ ਹਨ। ਉਹਨਾਂ ਨੂੰ ਕਾਮ ਕ੍ਰੋਧ ਅਹੰਕਾਰ ਨਹੀਂ ਸਾੜਦੇ, ਕਿਉਂਕਿ ਜਿਨ੍ਹਾਂ ਸਾਧੂਆਂ ਨੇ ਆਪਣੇ ਕਾਮ ਕ੍ਰੋਧ ਅਹੰਕਾਰ ਮਾਰੇ, ਉਹ ਤੁਹਾਡੇ ਵੀ ਮਾਰ ਦੇਣਗੇ। ਉਹਨਾਂ ਦੀ ਸੰਗਤ 'ਚ ਬੈਠੋ ਤਾਂ ਤੁਹਾਡੇ ਵੀ ਮਰ ਜਾਣਗੇ। ਜਿਨ੍ਹਾਂ ਨੇ ਖੁਦ ਨਹੀਂ ਮਾਰੇ ਆਪਣੇ, ਉਹ ਜਿੰਨੇ ਮਰਜ਼ੀ ਕਥਾ ਕੀਰਤਨ ਕਰ ਲੈਣ। ਜਾ ਕਾ ਹਿਰਦਾ ਸ਼ੁੱਧ ਹੈ ਭਗਤਾ ਲੀਜੈ। ਮਹਾਰਾਜ ਕਹਿੰਦੇ ਜਿਨ੍ਹਾਂ ਦਾ ਹਿਰਦਾ ਸ਼ੁੱਧ ਹੋ ਗਿਆ, ਕਾਮ ਕ੍ਰੋਧ ਅਹੰਕਾਰ ਤੋਂ ਮੁਕਤ ਹੋ ਗਿਆ, ਉਹੀ ਦੂਜੇ ਨੂੰ ਤਾਰ ਸਕਦੇ। ਸੋ ਮਹਾਰਾਜ ਕਹਿੰਦੇ ਆਓ ਐਸੇ ਪ੍ਰੇਮਾ ਭਗਤੀ ਕਰਨ ਵਾਲੇ ਮਹਾਤਮਾ ਨਾਲ ਮਿਲ ਕੇ ਹਰੀ ਦੇ ਜਸ ਗਾਈਏ, ਉਹਨਾਂ ਦੀ ਸੰਗਤ ਕਰੀਏ। ਢੂੰਡ ਸੰਤ ਸੱਜਣ ਪੱਕਿਆਂ, ਕੱਚੜਿਆਂ ਸੋ ਤੋੜ। ਕੱਚਿਆਂ ਪਿੱਲਿਆਂ ਦੀ ਦੋਸਤੀ ਛੱਡ ਦਈਏ। ਜਿਹੜੇ ਖੁਦ ਡੁੱਬੇ ਆ ਉਹ ਸਾਨੂੰ ਕਿੱਥੋਂ ਤਾਰ ਲੈਣਗੇ। ਕੂੜ ਗਏ ਦੁਬਿਧਾ ਨੱਸੀ, ਪੂਰਨ ਸੱਚ ਭਰੇ। ਉਹਨਾਂ ਦੇ ਅੰਦਰੋਂ ਝੂਠ ਆਦਿਕ ਵਿਕਾਰ ਚਲੇ ਗਏ ਹਨ। ਸੋ ਕਦੇ ਝੂਠ ਨਹੀਂ ਬੋਲਦੇ, ਬਾਣੀ ਦੇ ਝੂਠੇ ਅਰਥ ਨਹੀਂ ਕਰਦੇ, ਕਦੇ ਦਮਦਮੀ ਟਕਸਾਲਾਂ ਟੱਕਰਾਂ ਨਹੀਂ ਲੈਂਦੇ, ਅਤੇ ਉਹ ਕਦੇ ਝੂਠੀਆਂ ਗੱਲਾਂ ਨਹੀਂ ਕਰਦੇ, ਝੂਠ ਦਾ ਪ੍ਰਚਾਰ ਨਹੀਂ ਕਰਦੇ। ਸਦਾ ਸੱਚ ਬੋਲਦੇ, ਥਾਉ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋ ਜੁਗ ਜਾਲਿਆ। ਸੱਚ ਬੋਲਣਾ, ਗੁਰੂ ਇਤਿਹਾਸ 'ਤੇ ਕਦੇ ਬਾਣੀ 'ਤੇ ਸ਼ੰਕਾ ਨਹੀਂ ਕਰਨੀ। ਇਹ ਦੋ ਤਿੰਨ ਪਰਹੇਜ਼ ਆ, ਜਿਵੇਂ ਤੇਲ ਮਿਰਚ ਗੁੜ ਖਟਿਆਈ ਆਯੁਰਵੇਦਿਕ ਦਵਾਈਆਂ ਦਾ ਪਰਹੇਜ਼ ਆ। ਸੋ ਇਸ ਤਰ੍ਹਾਂ ਬਾਣੀ ਦਾ ਵੀ ਪਰਹੇਜ਼ ਆ, ਸਿੱਖੀ ਦਾ ਵੀ ਪਰਹੇਜ਼ ਆ। ਕਦੇ ਝੂਠ ਨਾ ਬੋਲੋ, ਨਿੰਦਾ ਨਾ ਕਰੋ ਸਾਧੂਆਂ ਸੰਤਾਂ ਦੀ। ਅਤੇ ਤੀਜਾ, ਗੁਰਬਾਣੀ ਇਤਿਹਾਸ 'ਤੇ ਕਦੇ ਸ਼ੰਕਾ ਨਾ ਕਰੋ। ਫਿਰ ਗੁਰੂ ਸਾਹਿਬ ਤੁਹਾਡੇ 'ਤੇ ਕਿਰਪਾ ਕਰ ਦਿੰਦੇ ਆ। ਅਤੇ ਦਵੈਤ ਵੀ ਨੱਸ ਗਈ, ਦੂਜੀ ਭਾਵਨਾ ਨੱਸ ਗਈ ਕਿ ਹੋਰ ਦੇਵੀ ਦੇਵਤਿਆਂ ਦੀ ਪੂਜਾ ਆਰਾਧਨਾ ਨਹੀਂ ਕਰਨੀ, ਇੱਕੋ ਹੀ ਪਰਮਾਤਮਾ ਨਾਲ ਜੁੜਨਾ। ਕਦੇ ਦਵੈਤ ਭਾਵਨਾ ਨਹੀਂ ਰੱਖਣੀ, ਕਦੇ ਕਿਸੇ ਨਾਲ ਨਹੀਂ ਜੁੜਨਾ। ਪਰਚਾ ਸ਼ਾਦਾ ਪੂਜਾ ਕਾਲਕੀ ਦੀ ਦਾਰ ਖਾਲਸੇ ਕੇ ਅਕਾਲ ਪੁਰਖ ਦੀ ਸੇਵਾ। ਜੋ ਮਹਾਂਪੁਰਸ਼ ਜਿਹਨੇ ਇੰਨੇ ਦੀ ਪੀਰ ਪੈਗੰਬਰ ਔਲੀਏ ਦੇਵਤੇ ਦੁਨੀਆ 'ਤੇ ਭੇਜੇ, ਉਹ ਅਕਾਲ ਪੁਰਖ ਵਾਹਿਗੁਰੂ, ਉਹਦੇ ਗੁਣ ਗਾਉਣੇ ਜਿਹੜਾ ਸਾਰਿਆਂ ਅੰਦਰ ਸ਼ਕਤੀ ਰੂਪ ਆ। ਸ਼ੁਭ ਗੁਣਾਂ ਨਾਲ ਪੂਰਨ ਹੋ ਕੇ, ਸੱਚ ਨਾਮ ਰੂਪ ਅੰਮ੍ਰਿਤ ਨਾਲ, ਦਇਆ ਸੰਤੋਖ ਜਤ ਸਤ, ਇਹ ਚੰਗੇ ਗੁਣ ਇਹਨਾਂ ਦਾ ਧਾਰਨੀ ਬਣ ਕੇ, ਸੱਚ ਨਾਮ ਰੂਪੀ ਅੰਮ੍ਰਿਤ ਨਾਲ ਮਨ ਆਦਿਕ ਇੰਦਰੇ ਭਰ ਲਏ ਹਨ। ਨਾਮ ਦੀ ਕਮਾਈ ਕਰਕੇ, ਸਾਧੂਆਂ ਦੀ ਸੰਗਤ ਵਿੱਚੋਂ ਮਨ ਸ਼ੁੱਧ ਕਰਕੇ, ਅਤੇ ਪਰਮਾਤਮਾ ਦੇ ਨਾਮ ਨਾਲ, ਬਾਣੀ ਨਾਲ ਆਪਣਾ ਹਿਰਦਾ ਭਰ ਲਿਆ। ਪਾਰ ਬ੍ਰਹਮ ਪ੍ਰਭ ਸੇਵਦੇ, ਮਨ ਅੰਦਰ ਏਕ ਧਰੇ। ਹਰ ਵੇਲੇ ਪਾਰ ਬ੍ਰਹਮ ਪ੍ਰਭੂ ਨੂੰ ਸੇਵਦੇ ਰਹਿੰਦੇ ਹਨ, ਧਿਆਉਂਦੇ ਰਹਿੰਦੇ ਹਨ ਦਿਨ ਰਾਤ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲੋਂ ਕਿੰਨੀ ਦੁਨੀਆ ਵੀ ਤਾਰ ਲੈਂਦੇ। ਮਨ ਅੰਦਰ ਇੱਕ ਨੂੰ ਧਾਰੀ ਰੱਖਦੇ ਹਨ, ਇੱਕ ਪਰਮਾਤਮਾ ਦੇ ਨਾਮ ਨੂੰ ਹੀ ਮਨ ਦੇ ਅੰਦਰ ਧਾਰਿਆ। ਹੋਰ ਕਿਸੇ ਦੇਵੀ ਦੇਵਤੇ ਪੀਰ ਪੈਗੰਬਰ ਨੂੰ ਨਹੀਂ ਧਾਰਿਆ। ਉਹ ਇੱਕ ਪਰਮਾਤਮਾ, ਇੱਕ ਓਅੰਕਾਰ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਉਹ ਇੱਕੋ ਹੀ ਆ, ਉਹ ਸੈਪਰੇਟ ਆ, ਉਹ ਮਹਾਂਸ਼ਕਤੀ ਆ, ਜਿਹਨੇ ਇੰਨੇ ਦੇਵਤੇ ਅਵਤਾਰ ਵੀ ਭੇਜੇ, ਪਰ ਉਹ ਆਪ ਨਹੀਂ ਆਇਆ।
ਆਪ ਗੁਰੂ ਨਾਨਕ ਸਾਹਿਬ ਦੇ ਰੂਪ 'ਚ ਆਇਆ ਆ ਕਲਯੁਗ ਦੇ ਅੰਦਰ। ਭਵਿੱਖਤ ਪੁਰਾਣ 'ਚ ਲਿਖਿਆ ਸੀ, ਹਜ਼ਰਤ ਮੁਹੰਮਦ ਸਾਹਿਬ ਨੇ ਖੁਦਾ ਨੂੰ ਪਾ ਕੇ ਕਿਹਾ ਸੀ ਮੱਕੇ ਮਦੀਨੇ ਵੀ ਮੈਂ ਆਊਂਗਾ, ਮੇਰਾ ਨਾਂ ਨਾਨਕ ਹੋਊਗਾ। ਆਵਾਜ਼ ਆਈ ਸੀ ਦਰਗਾਹ 'ਚੋਂ ਹਜ਼ਰਤ ਮੁਹੰਮਦ ਸਾਹਿਬ ਨੂੰ। ਸੋ ਗੁਰੂ ਨਾਨਕ ਸਾਹਿਬ ਹੀ ਖੁਦਾ ਸੀ, ਗੁਰੂ ਨਾਨਕ ਸਾਹਿਬ ਹੀ ਹਿੰਦੂਆਂ ਦੇ ਰਾਮ ਸੀ, ਗੁਰੂ ਨਾਨਕ ਸਾਹਿਬ ਹੀ ਈਸਾਈਆਂ ਦੇ ਪ੍ਰਭੂ ਯੀਸ਼ੂ ਸੀ। ਸਭ ਕੁਛ ਗੁਰੂ ਨਾਨਕ ਸਾਹਿਬ ਹੀ ਸੀ। ਸੋ ਉਹ ਸਰਗੁਣ ਸਰੂਪ ਸੀ। ਉਹ ਆਪ ਪਾਰ ਬ੍ਰਹਮ ਪਰਮੇਸ਼ਰ ਕਦੇ ਆਉਂਦਾ ਨਹੀਂ ਦੁਨੀਆ ਦੇ ਅੰਦਰ। ਔਰ ਜਨਮ ਸਾਖੀ 'ਚ ਲਿਖਿਆ ਕਿ ਮੈਂ ਪਾਰ ਬ੍ਰਹਮ ਪਰਮੇਸ਼ਰ, ਨਾਨਕ ਤੂੰ ਗੁਰ ਪਰਮੇਸ਼ਰ ਹੋਊਗਾ, ਗੁਰੂ ਸਦਾਈ ਅਤੇ ਸਦਾ ਤੂੰ ਮੇਰੇ ਵਿੱਚ ਇੱਕਮਿਕ ਰਹੂੰਗਾ। ਸੋ ਪਰਮਾਤਮਾ ਦਾ ਸਰੀਰ ਗੁਰੂ ਨਾਨਕ ਸੀ, ਪਰਮਾਤਮਾ ਦੀ ਆਤਮਾ ਸੱਚਖੰਡ ਵਿੱਚ ਨਿਰੰਕਾਰ, ਸੱਚਖੰਡ 'ਚੋਂ ਨਿਰਾਕਾਰ ਰੂਪ ਵਿੱਚ ਆ, ਨਿਰੰਕਾਰ ਆ। ਸੋ ਗੁਰੂ ਨਾਨਕ ਸਾਹਿਬ ਹੀ ਨਿਰੰਕਾਰ ਆ, ਨਾਨਕ ਨਿਰੰਕਾਰੀ। ਸੋ ਮਹਾਂਦਿਵਸ ਮੂਰਤ ਭਲੇ ਭਵਿੱਖਤ ਪੁਰਾਣ 'ਚ ਵੀ ਲਿਖਿਆ ਕਿ ਗੁਰੂ ਨਾਨਕ ਸਾਹਿਬ ਹਰੀ ਰੂਪ ਆ। ਅਤੇ ਹਜ਼ਰਤ ਮੁਹੰਮਦ ਸਾਹਿਬ ਵੀ ਲਿਖ ਗਏ ਕਿ ਉਹ ਖੁਦਾ ਰੂਪ, ਅੱਲਾ ਰੂਪ। ਮਹਾਰਾਜ ਨੂੰ ਬਾਬੇ ਤਾਰੇ ਚਾਰ ਚੱਕ, ਨੌਖੰਡ ਪ੍ਰਿਥਵੀ ਸੱਚਾ ਢੋਆ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਸੋ ਪਾਰ ਬ੍ਰਹਮ ਪ੍ਰਭ ਸੇਵਦੇ, ਮਨ ਅੰਦਰ ਏਕ ਧਰੇ। ਮਹਾਰਾਜ ਕਹਿੰਦੇ ਹਰ ਵੇਲੇ ਪਾਰ ਬ੍ਰਹਮ ਪ੍ਰਭੂ ਨੂੰ ਸੇਵਦੇ ਰਹਿੰਦੇ ਹਨ ਅਤੇ ਮਨ ਅੰਦਰ ਇੱਕ ਪ੍ਰਭੂ ਨੂੰ ਧਿਆਨ ਧਾਰੀ ਰੱਖਦੇ ਹਨ। ਮਹਾਂਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਉਸਦੇ ਸਾਰੇ ਮਹੀਨੇ ਦਿਨ ਅਤੇ ਮੂਰਤ 2 ਘੜੀਆਂ ਦੇ ਸਮੇਂ ਸਾਰੇ ਭਲੇ ਚੰਗੇ ਹਨ। ਜਿਸ ਨੂੰ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਨਾਲ ਵੇਖਣਾ ਕਰਦਾ ਹੈ, ਜਿੱਤੇ ਆਪਣੀ ਕਿਰਪਾ ਜਿਨ ਕੋ ਨਦਰ ਕਰਮ ਤਿਨਕਾਰ, ਜਿੱਤੇ ਕਿਰਪਾ ਕਰਦਾ ਉਹ ਤੋਂ ਹੀ ਨਾਮ ਜਪਾਉਂਦਾ, ਉਹਨੂੰ ਮੁਕਤ ਕਰਦਾ। ਨਾਨਕ ਮੰਗੇ ਦਰਸ ਦਾਨ, ਕਿਰਪਾ ਕਰੋ ਹਰੇ। ਗੁਰੂ ਜੀ ਕਥਨ ਕਰਦਿਆਂ ਨੇ, ਹਰੀ ਮੈਂ ਦਰਸ਼ਨ ਦਾ ਦਾਨ ਮੰਗਦਾ ਹਾਂ, ਆਪ ਕਿਰਪਾ ਕਰਕੇ ਬਖਸ਼ਣਾ ਕਰੋ। ਨਾਨਕ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਸੋ ਸਾਰੀ ਜ਼ਿੰਦਗੀ ਦੀ ਭਗਤੀ ਕਿ ਮੈਨੂੰ ਪ੍ਰਤੱਖ ਦਰਸ਼ਨ ਕਦੋਂ ਗੁਰੂ ਦੇ ਹੋਣਗੇ। ਸ਼ਬਦ ਦਰਸ਼ਨ ਦਾ ਅਸੀਂ ਰੋਜ਼ ਹੀ ਕਰਦੇ, ਸ਼ਬਦ ਪੜ੍ਹ ਕੇ, ਬਾਣੀ ਦਰਸ਼ਨ, ਫਿਰ ਚਿੱਤਰ ਦਰਸ਼ਨ ਵੀ ਬਾਬਾ ਨਾਨਕ ਸਿੰਘ ਨੂੰ ਹੋਏ, ਇੱਕ ਚਿੱਤਰਕਾਰ ਨੂੰ ਸੱਦ ਕੇ ਕਿਹਾ ਮੇਰੇ ਗੁਰੂ ਨਾਨਕ ਦੀ ਤਸਵੀਰ ਬਣਾ ਦੇ। 5 ਵਾਰ ਬਣਾਈ, ਕਹਿੰਦੇ ਨਹੀਂ ਬਣੀ। ਫਿਰ ਕਹਿੰਦੇ ਚੌਂਕੜੀ ਮਾਰ ਕੇ ਬੈਠ ਜਾ, ਸਿਮਰਨ ਕਰਕੇ। ਉਹਨੂੰ ਦਰਸ਼ਨ ਹੋਏ ਕਿ ਕੰਗ ਦੇ, ਅਤੇ ਉਹਨੇ ਪੇਂਟ ਕਰਕੇ ਉਕਰਤੀ ਜੋ ਨਾਨਕ ਸਰ ਤਸਵੀਰ ਆ। ਕਹਿੰਦੇ ਦੱਸੀ ਨਾ ਕਿਸੇ ਨੂੰ। ਕੁਝ ਸਮੇਂ ਬਾਅਦ 'ਚ ਉਹਨੇ ਕਿਸੇ ਨੂੰ ਦੱਸਤਾ, ਉਹਨੂੰ ਬੁਖਾਰ ਚੜ੍ਹਿਆ ਅਤੇ ਉਹ ਸਰੀਰ ਛੱਡ ਗਿਆ। ਸੋ ਇਸ ਤਰ੍ਹਾਂ ਉਹਨਾਂ ਨੂੰ ਉਸ ਰੂਪ 'ਚ ਦਰਸ਼ਨ ਹੋਏ ਜੋ ਨਾਨਕਸਰ ਵਾਲੀ ਤਸਵੀਰ ਆ। ਸੋ ਨਨਕਾਣਾ ਸਾਹਿਬ ਵੱਖਰੀ ਤਸਵੀਰ ਆ। ਸੋ ਵੈਸੇ ਰੱਬ ਜਿਸ ਤਰ੍ਹਾਂ ਵੀ, ਜਿਸ ਰੂਪ 'ਚ ਵੀ ਰੱਬ ਨੂੰ ਦੇਖਣਾ ਚਾਹੇਗਾ ਉਸੇ ਰੂਪ 'ਚੋਂ ਦਰਸ਼ਨ ਦੇ ਜਾਂਦਾ। ਜਿਵੇਂ 10ਵੇਂ ਪਾਤਸ਼ਾਹ ਰੋਜ਼ ਗੰਗਾ ਨਦੀ ਦੇ ਬੱਚਿਆਂ ਨਾਲ ਖੇਡਦੇ ਜਾਂਦੇ ਸੀ ਤੀਰ ਕਮਾਨ ਲੈ ਕੇ, ਅਤੇ ਉੱਥੇ ਇੱਕ ਪੰਡਤ ਸੀ, ਕਹਿੰਦਾ ਮੈਂ ਰਾਮ, ਇਹਨਾਂ ਨੂੰ ਰਾਮ ਵਰਗੇ ਤੀਰ ਧਨੁਸ਼ ਚੁੱਕੀ ਜਾਂਦੇ, ਰਾਮ ਦੇ ਰੂਪ 'ਚ ਦਰਸ਼ਨ ਦੇਣਗੇ ਤਾਂ ਮੈਂ ਰਾਮ ਮੰਨੂ। ਮਹਾਰਾਜ ਤੱਕ ਸਭ ਦੇ ਦਿਲ ਦੀ ਜਾਣਦੇ ਸੀ। ਦੂਜੇ ਦਿਨ ਜਦ ਮੋਰ ਜੀ ਲੰਘੇ ਤਾਂ ਉਹਨਾਂ ਨੇ ਰਾਮ ਚੰਦਰ ਜੀ ਦਾ ਸਰੂਪ ਬਣਾ ਲਿਆ। ਉਸ ਤਰ੍ਹਾਂ ਦੀ ਕਾਇਆ ਪਲਟ ਲਈ ਅਤੇ ਉਹ ਪੰਡਤ ਨੇ ਫਿਰ ਡੰਡੌਤ ਕੀਤੀ, ਮਹਾਰਾਜ ਨਾਲ ਪਿਆਰ ਕੀਤਾ। ਸੋ ਇਸ ਤਰ੍ਹਾਂ ਜੇ ਅਸੀਂ ਕਹਾਂਗੇ ਰਾਮ ਰੂਪ 'ਚ ਆ ਕੇ ਦਰਸ਼ਨ ਦੇ, ਤਾਂ ਰਾਮ ਰੂਪ 'ਚ ਦਰਸ਼ਨ ਦੇ ਦੇਣਗੇ। ਅਸੀਂ ਕਹਾਂਗੇ ਸਾਡੇ ਮਾਪੇ ਦੇ ਰੂਪ 'ਚ ਦਰਸ਼ਨ, ਤਾਂ ਮਾਪੇ ਦੇ ਰੂਪ 'ਚ ਦਰਸ਼ਨ ਦੇ ਦੇਣਗੇ। ਸੋ ਜਿਸ ਰੂਪ 'ਚ ਵੀ ਉਹਨੂੰ ਧਿਆਵਾਂਗੇ ਉਸੇ ਰੂਪ 'ਚ ਉਹਦੇ ਦਰਸ਼ਨ ਹੋ ਜਾਂਦੇ। ਸਾਧ ਸੰਗਤ ਜੀ, ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਸਾਨੂੰ ਰੋਜ਼ ਹੀ ਦਰਸ਼ਨ ਦਿੰਦੇ। ਸੋ ਜਿਸ ਵੀ ਫੋਟੋ ਦੇ ਰੂਪ 'ਚ ਅਸੀਂ ਧਿਆਵਾਂਗੇ ਉਸੇ ਰੂਪ 'ਚ ਗੁਰੂ ਨਾਨਕ ਸਾਹਿਬ ਦਰਸ਼ਨ ਦਿੰਦੇ। ਸੋ ਇਸ ਕਰਕੇ ਸਾਨੂੰ ਆਪਣੇ ਦਰਸ਼ਨਾਂ ਦੀ ਥਿਆ ਦੇਵੇ। ਅੱਜ ਸਾਲ ਦੀ ਆਖਰੀ ਸੰਪੂਰਨਤਾ 'ਤੇ ਅਰਦਾਸ ਕਰਕੇ ਜਾਈਏ, ਗਰੀਬ ਨਵਾਜ ਜੀ ਸਾਨੂੰ ਆਪਣੀ ਭਗਤੀ, ਸੇਵਾ, ਸਿਮਰਨ ਅਤੇ ਸੰਤਾਂ ਦਾ ਮੇਲ ਜ਼ਰੂਰ ਬਖਸ਼ੋ। ਮਹਾਤਮਾ ਦੇ ਸੰਗਤ ਕਰੀਏ। ਇਹ ਸਾਨੂੰ ਮਹਾਤਮਾ ਦਾ ਜੇ ਸਤਸੰਗ ਕਰਾਂਗੇ ਤਾਂ ਕਿਸੇ ਨਾ ਕਿਸੇ ਸਮੇਂ ਜਿਵੇਂ ਗਾਂਕਾ ਨੂੰ ਮਹਾਤਮਾ ਮਰਾਤ 'ਤੇ ਕੋਈ ਨਾਮ ਰਸੀਆ ਪੁਰਸ਼ ਮਿਲ ਜਾਊਗਾ। ਸੋ ਸਤਸੰਗ ਕਰਿਆ ਕਰੀਏ, ਸੱਚ ਬੋਲੀਏ, ਨਿੰਦਾ ਨਹੀਂ ਕਦੇ ਕਿਸੇ ਦੀ ਕਰਨੀ, ਗੁਰਬਾਣੀ ਇਤਿਹਾਸ 'ਤੇ ਕਦੇ ਕਿੰਤੂ ਨਹੀਂ ਕਰਨਾ। ਜਿਹੜੇ ਇਤਿਹਾਸ ਜਿਨ੍ਹਾਂ ਦਾ ਕੋਈ ਪ੍ਰੂਫ ਵੀ ਨਹੀਂ, 5-5 ਹਜ਼ਾਰ ਸਾਲ ਪੁਰਾਣੇ, ਉਹ ਕਦੇ ਕਿੰਤੂ ਪ੍ਰੰਤੂ ਨਹੀਂ ਕਰਦੇ ਆਪਣੇ 'ਤੇ। ਸਾਡੇ ਸਿੱਖ ਅਜੇ 300 ਸਾਲ ਪੁਰਾਣਾ ਸਾਡਾ ਗੁਰੂ ਸਾਹਿਬ ਆ ਕੇ ਗਏ, ਸਾਡੇ ਦਾਦੇ ਪੜਦਾਦਿਆਂ ਤੋਂ ਪਹਿਲਾਂ ਹੀ ਹੋਏ ਆ, ਅਤੇ ਅਸੀਂ ਉਹਨਾਂ 'ਤੇ ਅੱਜ ਸ਼ੰਕਾ ਕਰਨ ਲੱਗ ਪਏ, ਕਦੇ ਜੀ ਦਸਮ ਗ੍ਰੰਥ 'ਤੇ, ਕਦੇ ਗੁਰਬਾਣੀ 'ਤੇ। ਸੋ ਇਸ ਕਰਕੇ ਕਦੇ ਗੁਰਬਾਣੀ ਇਤਿਹਾਸ 'ਤੇ ਸ਼ੰਕਾ ਨਾ ਕਰੀਏ, ਨਿੰਦਾ ਕਿਸੇ ਦੀ ਨਾ ਕਰੀਏ। ਖਾਸ ਕਰਕੇ ਸੰਤ ਕੀ ਨਿੰਦਾ, ਨਾਨਕਾ ਬਾਰ ਅਵਤਾਰ, ਸਾਧੂਆਂ ਸੰਤਾਂ ਦੀ ਤਾਂ ਬਿਲਕੁਲ ਨਹੀਂ ਕਰਨੀ ਚਾਹੀਦੀ। ਨਿੰਦਾ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ, ਝੂਠੀ ਦੂਸ਼ਣਾ ਕਿਸੇ ਦੇ ਵੀ ਨਹੀਂ ਲਾਉਣੀ ਚਾਹੀਦੀ। ਬੋਲੀਏ ਸੱਚ, ਧਰਮ, ਝੂਠ ਕਦੇ ਨਾ ਬੋਲੀਏ। ਸੋ ਆਓ ਅਰਦਾਸ ਕਰੀਏ, ਸਾਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ, ਭਗਤੀ ਦੀ ਦਾਤ ਅਤੇ ਸਾਧੂਆਂ ਸੰਤਾਂ ਦਾ ਮਿਲਾਪ ਬਖਸ਼ੋ, ਅਤੇ ਉਹਨਾਂ ਨਾਲ ਮਿਲ ਕੇ ਅਸੀਂ ਹਰੀ ਦਾ ਜਸ ਗਾਈਏ, ਸਾਡਾ ਜੀਵਨ ਸਫਲਾ ਹੋਵੇ। ਸੋ ਇਸ ਤਰ੍ਹਾਂ 12 ਮਹਾਂ ਦੀ ਇੱਥੇ ਸਮਾਪਤੀ ਆ। 12 ਮਹਾਂ ਸਮਾਪਤ ਲਿਖਿਆ, ਆਖਰੀ ਪੰਕਤੀ ਪੜ੍ਹ ਕੇ ਫਤਿਹ ਬੁਲਾਈਏ। ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।